90 ਸਾਲਾਂ ਦੀ ਉਮਰ 'ਚ ਤੁਸੀਂ ਕਈ ਮੁੱਖ ਮੰਤਰੀ ਜਿਹੜੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਹੋਣਗੀਆਂ, ਉਹਨਾਂ ਵਿਰੁੱਧ ਨਾਅਰੇ ਲਾਏ ਹੋਣਗੇ, ਉਹਨਾਂ ਵਿਰੁੱਧ ਲੜੇ ਹੋਗੇ। ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਤੁਹਾਨੂੰ ਕਿੰਨੀ ਕਾਸ ਹੈ? ਅਸਲ ਵਿੱਚ ਇਹ ਸਰਕਾਰ ਦਾ ਕੋਈ ਐਟੀਟਿਊਡ ਲੋਕਾਂ ਵੱਲ ਪੋਜ਼ਿਟਿਵ ਗੱਲਾਂ ਬਾਤਾਂ 'ਚ ਆ, ਅਸਲ ਵਿੱਚ ਨਹੀਂ ਹੈ। ਆਮ ਆਦਮੀ ਪਾਰਟੀ ਤੇ ਆਮ ਲੋਕਾਂ ਦੀ ਸਰਕਾਰ ਹੈ। ਉਹ ਕਹਿੰਦੇ ਇਹ ਆਮ ਲੋਕਾਂ ਦੀ ਗੱਲ ਸੁਣਦੇ ਆ, ਅਸੀਂ ਕੋਈ ਢਨਾੜ ਨਹੀਂ ਗੇ, ਅਸੀਂ ਕੋਈ ਮਾਫੀਆ ਨਹੀਂ ਗੇ, ਅਸੀਂ ਕੋਈ ਕੀ ਕਹਿੰਦੇ ਹੁੰਦੇ, ਸਾਡੇ ਜਿਹੜੀ ਸਰਕਾਰ ਹੈ ਕੋਈ ਇੱਕ ਪਰਿਵਾਰ ਨਹੀਂ ਚਲਾਉਂਦਾ। ਤੁਸੀਂ ਫਿਰ ਨਿਰਾਸ਼ ਕਿਉਂ ਜੀ? ਇਸ ਕਰਕੇ ਆ ਕਿ ਇਹਨਾਂ ਦੇ ਕਹਿਣ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ। ਇਹਨਾਂ ਨੇ ਪਹਿਲਾਂ ਕਹਿਤਾ ਕਿ ਅਸੀਂ ਪੈਨਸ਼ਨ ਬਿਜਲੀ ਦੀ ਰਿਲੀਫ ਦੇਵਾਂਗੇ, ਬਾਅਦ ਵਿੱਚ ਮੁੱਕਰ ਗਏ। ਉਹ ਤੋਂ ਨਹੀਂ ਦੇਤੀ ਹੈ, ਥੋੜ੍ਹੀਆਂ ਸ਼ਰਤਾਂ ਲਾ ਕੇ ਪਹਿਲਾਂ ਕੁਝ ਹੋਰ ਬੋਲੀ ਜਾਂਦੇ, ਬਾਅਦ ਚ ਕੁਝ ਹੋਰ। 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2015 ਦੀ 6% ਦੀ ਕਿਸ਼ਤ ਹੈ ਜਿਹੜੀ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਅਨਾਉਂਸ ਨਹੀਂ ਕੀਤੀ। ਅੱਛਾ, ਉਹ ਦਿੱਤੀ ਨਹੀਂ, ਵਿੱਚ ਗੈਪ ਰਹਿ ਗਿਆ। ਉਹਦੇ ਵਿੱਚ ਤਿੰਨੋਂ ਸਰਕਾਰਾਂ ਆ ਗਈਆਂ। ਅਕਾਲੀ ਸਰਕਾਰ ਨੇ ਰੋਕੀ ਸੀ, ਕਾਂਗਰਸ ਸਰਕਾਰ ਦੇ 5 ਸਾਲ ਪੂਰੇ ਹੋ ਗਏ, ਨਹੀਂ ਰਿਲੀਜ਼ ਹੋਈ, ਤੇ ਹੁਣ ਆਪ ਦੀ ਸਰਕਾਰ ਆ ਗਈ ਹੈ। ਇਹਨਾਂ ਨੂੰ ਰਿਕੁਐਸਟ ਕਰ ਚੁੱਕੇ ਆ, ਦੇਖਦੇ ਆ ਪੂਰੀਆਂ ਉਹ ਤਾਂ ਬੜੇ ਆਰਾਮ ਨਾਲ ਕਹਿਣਗੇ ਵੀ ਨਾ ਬਾਦਲ ਸਰਕਾਰ ਨੇ ਦਿੱਤੀ, ਨਾ ਕੈਪਟਨ ਸਰਕਾਰ ਨੇ, ਨਾ ਚੰਨੀ ਸਰਕਾਰ ਨੇ, ਸਾਡੇ ਨੂੰ ਕੋਈ ਭਾਲਦੇ। ਕਾਂਗਰਸ ਅਕਾਲੀ ਦਲ ਸੀ, ਅਕਾਲੀ ਦਲ ਕਾਂਗਰਸ ਬੀਜੇਪੀ ਰਵਾਇਤੀ ਪਾਰਟੀਆਂ ਦਾ ਇੱਕੋ ਐਲੀਗੇਸ਼ਨ ਜਿਹੜਾ ਸਭ ਤੋਂ ਵੱਡਾ ਲਾਉਂਦੇ ਸੀ ਆਪ ਤੇ, ਵੀ ਇਹ ਤੇ ਬਗਾਨੇ ਨੇ, ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਕੇਜਰੀਵਾਲ ਸਾਰਾ ਕੁਝ ਹੋਊਗਾ, ਭਾਵੇਂ ਭਗਵੰਤ ਮਾਨ ਸੀਐਮ ਬਣੇ, ਭਾਵੇਂ ਚੀਮਾ ਬਣਨ, ਇਹ ਤੇ ਕਠਪੁਤਲੀ ਆਉਣਗੇ। ਅੱਜ ਅਸੀਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੇ ਕੋਲ ਆ ਰਹੇ ਹਾਂ। ਪੰਜਾਬ 'ਚ ਸਰਕਾਰ ਮੁਤਾਬਕ 2,85,000 ਰੈਗੂਲਰ ਮੁਲਾਜ਼ਮ ਨੇ ਔਰ 70-80 ਹਜ਼ਾਰ ਦੇ ਕਰੀਬ ਠੇਕੇ ਤੇ, ਆਊਟਸੋਰਸ ਤੇ ਜਾਂ ਹੋਰ ਕਿਸੇ ਨਾ ਕਿਸੇ ਰੂਪ ਵਿੱਚ ਕੱਚੇ ਮੁਲਾਜ਼ਮ ਨੇ ਔਰ 3,07,000 ਸਰਕਾਰ ਕਹਿੰਦੀ ਹੈ ਪੈਨਸ਼ਨਰ ਨੇ। ਔਰ 2022 ਦੀ ਇਲੈਕਸ਼ਨ 'ਚ ਇੱਕ ਸਾਫ਼ ਨਜ਼ਰ ਆ ਰਿਹਾ ਸੀ ਵੀ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਪਿਛਲੀਆਂ ਸਰਕਾਰਾਂ ਤੋਂ ਪਰੇਸ਼ਾਨ ਸੀ, ਉਹ ਕਿਸੇ ਨਾ ਕਿਸੇ ਰੂਪ ਵਿੱਚ, ਵਿਆਪਕ ਰੂਪ 'ਚ ਕਹਿ ਸਕਦੇ ਆ ਵੀ ਜਿਹੜੀ ਆਪ ਦੀ ਸਰਕਾਰ ਆਈ ਹੈ, ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਹੈ, ਇਹਨਾਂ ਨੂੰ ਵੱਧ ਹੁੰਗਾਰਾ ਵੋਟਾਂ ਵਿੱਚ ਦਿੱਤਾ ਤੇ ਆਸਾਂ ਵੀ ਬਹੁਤ ਵੱਡੀਆਂ ਨੇ। ਸੋ ਪੰਜਾਬ ਦੀ ਮਾਨ ਸਰਕਾਰ ਕੋਲੋਂ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀ ਆਸ ਕਰਦੇ ਨੇ, ਕੀ ਡ੍ਰੀਮ, ਕੀ ਸੁਪਨਾ ਲੈ ਕੇ ਆਏ ਨੇ, ਇਹ ਸਾਰਾ ਕੁਝ ਤੁਹਾਨੂੰ ਦੱਸਾਂਗੇ। ਪਰ ਦੱਸਾਂਗੇ ਵੀ ਉਹ ਚਿਹਰਿਆਂ ਰਾਹੀਂ ਜਿਹੜੇ ਚਿਹਰਿਆਂ ਨੇ ਦਹਾਕੇ, ਸਾਲ ਮਹੀਨੇ ਨਹੀਂ, ਦਹਾਕੇ ਜਿਹੜੇ ਨੇ ਉਹ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੀਆਂ ਮੰਗਾਂ ਲਈ ਲਾਤੇ ਨੇ। ਤੁਸੀਂ ਸਾਰੇ ਜਾਣਦੇ ਜੇ ਰਣਬੀਰ ਸਿੰਘ ਢਿੱਲੋਂ, ਦਹਾਕਿਆਂ ਤੋਂ ਤੁਸੀਂ ਨਾਂ ਸੁਣਿਆ ਹੋਊਗਾ, ਜਿੱਥੇ ਮੁਲਾਜ਼ਮਾਂ ਦੀ ਰੈਲੀ, ਹੜਤਾਲ, ਧਰਨਾ ਹੁੰਦਾ, ਜੇ ਉੱਥੇ ਢਿੱਲੋਂ ਸਾਹਿਬ ਨਾ ਹੋਣ ਜਾਂ ਢਿੱਲੋਂ ਸਾਹਿਬ ਦੀ ਜਿਹੜੀ ਗੜਕਦੀ ਆਵਾਜ਼ ਨਾ ਹੋਵੇ ਤੇ ਲੱਗਦਾ ਵੀ ਮਾਮਲਾ ਬੜਾ ਫਿੱਕਾ ਜਿਹਾ। ਉਹ ਅੱਜ ਸਾਡੇ ਨਾਲ ਮੌਜੂਦ ਨੇ 90 ਸਾਲਾਂ ਦੇ ਰਣਬੀਰ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ ਜੀ ਆਇਆਂ ਨੂੰ, ਵੈਲਕਮ। ਥੈਂਕ ਯੂ। ਔਰ ਦੂਸਰੇ ਤੁਹਾਨੂੰ ਚਿਹਰੇ ਜਿਹੜੇ ਦਿਖਾਵਾਂਗੇ, ਪੈਨਸ਼ਨਰ ਫਰੰਟ, ਇੱਕ ਜੁਆਇੰਟ ਪੈਨਸ਼ਨਰ ਫਰੰਟ ਬਣਿਆ, ਉਹਦੇ ਕਨਵੀਨਰ ਠਾਕਰ ਸਿੰਘ ਜੀ। ਕਹਿੰਦੇ ਇਹ ਹੈ ਵੀ ਜਦੋਂ ਉਹ ਸਰਕਾਰ ਨਾਲ ਮੀਟਿੰਗ ਕਰਦੇ ਨੇ ਮੁਲਾਜ਼ਮ ਤੇ ਪੈਨਸ਼ਨਰ, ਤੇ ਜਦੋਂ ਠਾਕਰ ਸਿੰਘ ਜੀ ਠੋਕ ਕੇ ਵੱਡੇ ਵੱਡੇ ਜਿਹੜੇ ਵਿੱਤ ਵਿਭਾਗ ਦੇ ਅਧਿਕਾਰੀ ਉਹਨਾਂ ਨੂੰ ਜਵਾਬ ਦਿੰਦੇ ਨੇ, ਅੱਗੋਂ ਸਵਾਲਾਂ ਦਾ ਜਵਾਬ ਪੂਰੇ ਅੰਕੜਿਆਂ ਨਾਲ ਦਿੰਦੇ ਨੇ, ਤੇ ਅਧਿਕਾਰੀਆਂ ਨੂੰ ਵੀ ਕਿਤੇ ਨਾ ਕਿਤੇ ਖਾਮੋਸ਼ ਹੋਣਾ ਪੈਂਦਾ। ਠਾਕਰ ਸਾਹਿਬ ਮਿਹਰਬਾਨੀ, ਤੁਸੀਂ ਅੱਜ ਸਾਡੇ ਸਟੂਡੀਓ 'ਚ ਆਏ। ਔਰ ਇੱਕ ਨਾਮ ਮਨਦੀਪ ਸਿੰਘ ਸਿੱਧੂ, ਜਿਹੜੇ ਮਸਟੀਰੀਅਲ ਸਰਵਿਸ ਯੂਨੀਅਨ ਕਹਿ ਸਕਦੇ ਆ ਵੀ ਸਮੁੱਚੇ ਮੁਲਾਜ਼ਮ ਵਰਗ ਦਾ ਇੱਕ ਧੁਰਾ ਮੰਨਿਆ ਜਾਂਦਾ। ਜੇ ਉਹ ਹੜਤਾਲ ਕਰ ਦੇਣ, ਉਹ ਧਰਨੇ ਰੈਲੀਆਂ ਕਰ ਦੇਣ, ਤੇ ਦਫ਼ਤਰਾਂ ਦੀ ਸਾਰੀ ਪ੍ਰਕਿਰਿਆ ਠੱਪ ਹੋ ਜਾਂਦੀ ਹੈ। ਮਸਟੀਰੀਅਲ ਸਰਵਿਸ ਯੂਨੀਅਨ
ਪੰਜਾਬ ਦੇ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ ਜੀ। ਸਿੱਧੂ ਜੀ, ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਢਿੱਲੋਂ ਸਾਹਿਬ, ਪਹਿਲਾਂ ਮੈਂ ਤੁਹਾਡੇ ਕੋਲ ਆਉਂਦਾ। 90 ਸਾਲਾਂ ਦੀ ਉਮਰ 'ਚ ਤੁਸੀਂ ਕਈ ਮੁੱਖ ਮੰਤਰੀ ਜਿਹੜੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਹੋਣਗੀਆਂ, ਉਹਨਾਂ ਵਿਰੁੱਧ ਨਾਅਰੇ ਲਾਏ ਹੋਣਗੇ, ਉਹਨਾਂ ਵਿਰੁੱਧ ਲੜੇ ਹੋਗੇ। ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਤੁਹਾਨੂੰ ਕਿੰਨੀ ਕਾਸ ਹੈ? ਅਸਲ ਵਿੱਚ ਇਹ ਸਰਕਾਰ ਦਾ ਕੋਈ ਐਟੀਟਿਊਡ ਲੋਕਾਂ ਵੱਲ ਪੋਜ਼ਿਟਿਵ ਗੱਲਾਂ ਬਾਤਾਂ 'ਚ ਆ, ਅਸਲ ਵਿੱਚ ਨਹੀਂ ਹੈ। ਨਹੀਂ, ਹਾਲੇ ਤੇ ਵਿਚਾਰਿਆਂ ਨੂੰ ਹੋਇਆ ਹੀ ਸਾਰਾ 1.5 ਮਹੀਨਾ। ਨਹੀਂ, ਗੱਲ ਇਹ ਆ ਕਿ ਝੋਨੇ ਦਾ ਪਤਾ ਲੱਗਦਾ ਪਰਾਲੀ ਤੋਂ। ਅੱਛਾ ਜੀ, ਤਜਰਬਾ ਬਹੁਤ ਤੁਹਾਨੂੰ। ਹਾਂ, ਇਸ ਕਰਕੇ ਇਹਨਾਂ ਨੇ ਕੀ ਕਰਨਾ ਵਾ, ਉਹ ਮੁਲਾਜ਼ਮ ਤੇ ਪੈਨਸ਼ਨਰ ਰਹਿੰਦੇ, ਚਲੋ ਥੋੜਾ ਜਿਹਾ ਸਮਾਂ ਦੇ ਲਓ, ਲੇਕਿਨ ਪਤਾ ਕਿ ਝੋਨੇ ਦਾ ਤੋਂ ਪਰਾਲੀ ਤੋਂ ਪਤਾ ਲੱਗ ਤੁਸੀਂ ਜਾਂਦਾ। ਝੋਨਾ ਫਰੋਲ ਵੀ ਰਿਹਾ ਆਮ ਆਦਮੀ ਪਾਰਟੀ ਦਾ ਸਾਹਮਣੇ ਬੜਾ ਸਪਸ਼ਟ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਸੇ ਨਾਲ ਗੱਲਬਾਤ ਕਰਨ ਦੀ ਬਜਾਏ ਆਪਣੇ ਆਪ ਨੂੰ ਮਤਲਬ ਵੀ ਜ਼ਿਆਦਾ ਅਸਰਟ ਕਰਦੇ ਆ। ਅਸਲੀਅਤ ਉਹ ਨਹੀਂ ਹੈਗੀ ਜੋ ਇਹ ਅਸਰਟ ਕਰ ਰਿਹਾ ਹੈ। ਓਕੇ, ਇਸ ਕਰਕੇ ਫਿਰ ਵੀ ਜਿੰਨੇ ਸਾਡੇ ਨਾਲ ਵਾਅਦੇ ਕੀਤੇ ਆ ਇਲੈਕਸ਼ਨਾਂ ਦੇ ਵਿੱਚ, ਔਰ ਵਾਅਦੇ ਭਗਵੰਤ ਮਾਨ ਨੇ ਵੀ ਕੀਤੇ ਆ, ਆਪ ਪਾਰਟੀ ਦੇ ਸੁਪਰੀਮੋ ਨੇ ਵੀ ਕੀਤੇ ਆ, ਅਰਵਿੰਦ ਕੇਜਰੀਵਾਲ ਨੇ ਵੀ ਕੀਤੇ ਆ, ਲੇਕਿਨ ਅਜੇ ਉਹਦੇ ਵੱਲ ਕੋਈ ਐਟੀਟਿਊਡ ਪੋਜ਼ਿਟਿਵ ਨਜ਼ਰ ਨਹੀਂ ਆ ਰਿਹਾ। ਠਾਕਰ ਸਾਹਿਬ, ਢਿੱਲੋਂ ਸਾਹਿਬ ਤੇ 1.5 ਮਹੀਨੇ 'ਚ ਨਿਰਾਸ਼ ਜੇ ਲੱਗਦੇ ਆ। ਤੁਸੀਂ ਪਹਿਲਾਂ ਇਹ ਦੱਸੋ ਵੀ ਕਿਹੜੀਆਂ ਮੰਗਾਂ ਜਿਹੜੀਆਂ ਕੈਪਟਨ ਬਾਦਲ ਚੰਨੀ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ, ਤੁਸੀਂ ਪਲੰਦੇ ਲੈ ਕੇ ਆਏ ਜੇ, ਵੀ ਮੁੱਖ ਤੌਰ ਤੇ ਕਿਹੜੀਆਂ ਮੰਗਾਂ ਪੈਂਡਿੰਗ ਨੇ ਪੈਨਸ਼ਨਰ ਦੀਆਂ ਖਾਸ ਕਰਕੇ? ਮੈਂ ਪਹਿਲੀ ਤਾਂ ਗੱਲ ਬਾਬਾ ਦਾ ਬਹੁਤ ਧੰਨਵਾਦੀ ਹਾਂ ਕਿ ਤੁਹਾਡੇ ਰਾਹੀਂ ਅਸੀਂ ਅੱਜ ਪੰਜਾਬ ਸਰਕਾਰ ਨੂੰ ਵੀ ਸੰਬੋਧਨ ਕਰ ਰਹੇ ਹਾਂ, ਪੰਜਾਬ ਦੇ ਪੈਨਸ਼ਨਰਜ਼ ਨੂੰ, ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਾਂ। ਸਮਰ ਨਿਊਜ਼ ਇੱਕ ਇਦਾਂ ਦਾ ਚੈਨਲ ਹੈ, ਸਾਡਾ ਯਤਨ ਹੁੰਦਾ ਵੀ ਲੋਕ ਆਵਾਜ਼ ਜਿਹੜੀ ਹੈ ਉਹਨੂੰ ਉਭਾਰ ਕੇ ਸਰਕਾਰ ਕੋਲ ਪਹੁੰਚਾਇਆ ਜਾਵੇ। ਸਕਾਰਾਤਮਕ ਇਹ ਗੱਲ ਹੈਗੀ ਹੈ ਤਾਂ ਜੋ ਲੋਕਾਂ ਤੱਕ ਇਹ ਗੱਲ ਪਹੁੰਚੇ ਜੀ। ਜਿੱਥੋਂ ਤੱਕ ਸਵਾਲ ਹੈ ਕਿ ਪਹਿਲੀ ਸਰਕਾਰ, ਸਾਡੀਆਂ 4 ਗੇੜ ਦੀਆਂ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ। ਅਸੀਂ ਕੈਪਟਨ ਕਿ ਚੰਨੀ ਸਰਕਾਰ, ਕੈਪਟਨ ਸਰਕਾਰ ਤੇ ਚੰਨੀ ਸਰਕਾਰ ਨਾਲ, ਦੋਨਾਂ ਨਾਲ ਸਰਕਾਰ ਤੇ ਇੱਕੋ ਹੀ ਸਰਕਾਰ ਸੀ, ਕਾਂਗਰਸੀ ਸਰਕਾਰ ਸੀ ਜੀ। ਸਾਡੀਆਂ 4 ਗੇੜ ਦੀਆਂ ਉਹਨਾਂ ਨਾਲ ਗੱਲਾਂ ਹੋਈਆਂ ਸੀਗੀਆਂ। ਉਹ ਇੱਕ ਤਾਂ ਗੱਲ ਇਹ ਕਹੀ ਸੀ ਵੀ ਸਾਡੇ ਕੋਲੇ ਪੈਸਾ ਨਹੀਂ ਹੈ। ਓਕੇ, ਅਸੀਂ ਇਹ ਸਾਬਤ ਕਰ ਦਿੱਤਾ ਉੱਥੇ ਉਹਨਾਂ ਕੋਲੇ ਵੀ ਤੁਹਾਡੀ ਸਰਕਾਰ 17-18 ਚ ਆਈ ਸੀਗੀ, ਉਸ ਵਕਤ ਸਟੇਟ ਦੀ ਰਸੀਟ 1,02,000 ਕਰੋੜ ਸੀਗੀ। ਰਸੀਟ ਜਿਹੜੀ ਸੀ ਰਸੀਟ ਪ੍ਰਾਪਤੀ, ਜਿਹਨੂੰ ਅਸੀਂ ਪੂੰਜੀਗਤ ਤੇ ਆਪਣੀ ਰੈਵਨਿਊ ਪ੍ਰਾਪਤੀ ਕਹਿੰਦੇ, ਮਾਲੀਗਤ ਪ੍ਰਾਪਤੀ ਕਹਿੰਦੇ ਆ। ਠੀਕ ਹੈ, ਜੋ ਪੈਸਾ ਸਰਕਾਰ ਕੋਲ, ਹਾਂ, ਇਨਕਮ ਜੋ ਸਰਕਾਰ ਦੀ ਹੁੰਦੀ ਆ, ਉਹ 1,02,000 ਕਰੋੜ ਸੀ 17-18 ਦੇ ਵਿੱਚ ਐਨੂਅਲ। ਠੀਕ ਹੈ। ਸਾਲ 2021-22 ਵਿੱਚ ਜਦੋਂ ਇਹ ਸਾਡੀ ਗੇੜ ਦੀ ਗੱਲ ਚੱਲ ਰਹੀ ਆ, ਉਸ ਵਿੱਚ ਜਿਹੜਾ ਬਜਟ ਹੈ ਉਹ 1,62,000 ਕਰੋੜ ਰੁਪਏ ਦਾ, 1,02,000 ਤੋਂ 1,62,000 ਕਰੋੜ ਹੈ। ਅਸੀਂ ਕਿਹਾ ਵੀ ਤੁਹਾਡੀ ਆਮਦਨ ਜਿਹੜੀ ਹੈ ਉਹ 58 ਕਰੋੜ ਰੁਪਏ, 58% ਵਿਕਾਸ ਕੀਤਾ ਤੁਸੀਂ 4 ਸਾਲ ਦੇ ਵਿੱਚ ਤੁਹਾਡੇ ਕਾਗਜ਼ਾਂ ਦੇ ਵਿੱਚ, ਪਰ ਤੁਸੀਂ ਸਾਨੂੰ 7/2015 ਤੋਂ ਸਾਡੇ ਮੁਲਾਜ਼ਮਾਂ ਦੇ ਡਿਊ ਸਾਨੂੰ ਨਹੀਂ ਦਿੱਤੇ। ਇਹਦਾ ਕੀ ਕਾਰਨ ਹੈ? ਇਨਕਮ ਵਧਣ ਦੇ ਬਾਵਜੂਦ ਮੁਲਾਜ਼ਮਾਂ ਦੇ ਜਿਹੜੇ ਹੱਕ ਸੀ ਉਹ ਵੱਧ ਦੇਣ ਦੀ ਥਾਂ ਤੇ ਰੋਕ ਲਏ। ਓਕੇ, ਪਹਿਲੀ ਤਾਂ ਗੱਲ ਇਹ ਸੀ ਉਹ ਜਵਾਬ ਨਾ ਤਾਂ ਵਿੱਤ ਵਿਭਾਗ ਦੇ ਸਕਿਆ, ਨਾ ਉਸ ਸਮੇਂ ਦੀ ਸਰਕਾਰ ਦੇ ਸਕੀ। ਵਿੱਤ ਮੰਤਰੀ ਤੇ ਬੜੇ ਘਾਗ ਮਨਪ੍ਰੀਤ ਬਾਦਲ ਸਾਹਿਬ ਜਵਾਬ ਤੇ ਉਹਨਾਂ ਦਿੱਤਾ ਹੀ ਹੋਊਗਾ। ਮੈਂ ਉਹਨੂੰ ਗੱਲ ਕਹੀ ਸੀ ਵੀ ਜਿਹੜਾ ਤੁਸੀਂ ਕੰਮ ਇਹ ਕਰ ਰਹੇ ਹੋ, ਜਿਹੜਾ ਆਉਣ ਵਾਲਾ ਸਮਾਂ 2022 ਦੀਆਂ ਚੋਣਾਂ ਨੇ, ਤੁਸੀਂ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਣਾ। ਤੁਸੀਂ ਭਵਿੱਖਬਾਣੀ ਕਰਤੀ ਉੱਥੇ ਕਹੀ ਆ ਇਹ ਗੱਲ, ਹਾਲਾਂਕਿ ਇਹ ਗੱਲ ਕਹਿਣੀ ਨਹੀਂ ਸੀ ਬਣਦੀ, ਕਹੀ ਆ ਸੀ ਉੱਥੇ, ਲੇਕਿਨ ਉਹਨਾਂ ਕਹੇ 1% ਤੋਂ 0.5% ਤੋਂ ਮੁਲਾਜ਼ਮਾਂ ਦੀ ਗੱਲ ਕੀਤੀ। ਇਹ ਵੀ ਕਹਿਤਾ, ਇਹ ਵੀ ਉਹਨੇ ਕਿਹਾ, ਪਰ ਅਸੀਂ ਇਹ ਗੱਲ ਕਹੀ ਤੁਸੀਂ ਗਲਤ ਹੋ ਇੱਥੇ। ਮੈਂ ਕਿਹਾ 7 ਲੱਖ ਸਾਡਾ ਮੁਲਾਜ਼ਮ ਤੇ ਪੈਨਸ਼ਨ ਹੈ, ਇਹ ਤਾਂ ਤੁਸੀਂ ਮੰਨਦੇ ਹੋ? ਕਹਿੰਦੇ ਹਾਂ। ਮੈਂ ਫੈਮਿਲੀ, ਸਾਡੀ ਪਤਨੀ ਵੀ ਹੋਏਗੀ। ਬਿਲਕੁਲ, ਫੈਮਿਲੀ ਹੋ ਗਈ। ਨਹੀਂ, ਮੈਂ ਉਹਨਾਂ ਪਤਨੀ ਵੀ ਹੋਏਗੀ ਤੇ 14 ਲੱਖ ਹੋ ਗਏ। ਕਹਿੰਦੇ ਹਾਂ ਹੋ ਗਏ। ਮੈਂ ਸਾਡੀ ਇੱਕ ਨੂੰਹ ਵੀ ਹੋਏਗੀ, ਸਾਡਾ ਬੇਟਾ ਵੀ ਹੋਏਗਾ। ਮੈਂ ਕਿੰਨੇ ਹੋ ਗਏ? ਕਹਿੰਦੇ ਹੋ ਗਏ 28 ਲੱਖ। ਮੈਂ ਵੋਟ ਕਿੰਨੀ ਹੈ ਪੰਜਾਬ 'ਚ? 1 ਕਰੋੜ 62 ਲੱਖ ਹੋਣੀ ਹੈ। ਨਹੀਂ ਘੱਟ ਹੀ ਹੈ ਜੀ, ਜਿੰਨੀ ਵੀ ਹੈ। ਮੈਂ ਸਾਡੀ ਪਰਸੈਂਟੇਜ ਕਿੰਨੀ ਬਣੀ? ਮੈਂ 20% ਬਣਦੀ ਹੈ। ਅਸੀਂ ਤੁਹਾਨੂੰ ਹਰਾਉਣ ਵਾਸਤੇ ਬਹੁਤ ਵੱਡੀ ਤਾਕਤ ਹੈ।
ਪਰ ਮੈਂ ਪਰ ਮਨਪ੍ਰੀਤ ਬਾਦਲ ਹੋਣਾ ਕੋ ਤੇ ਸ਼ਬਦ ਸ਼ੇਰ ਹੀ ਬਹੁਤ, ਕੋ ਸ਼ੇਰਾਂ ਨਾਲ ਨਹੀਂ ਤੁਹਾਨੂੰ ਉਹਨਾਂ ਨੇ ਹਰਾਇਆ। ਨਹੀਂ, ਅਸੀਂ ਤਾਂ ਅੰਕੜਿਆਂ ਦੀ ਗੱਲ ਕਰ ਰਹੇ ਹਾਂ ਨਾ, ਅਸੀਂ ਸ਼ੇਰੋ ਸ਼ੇਰੀ ਨਾ ਕਰ ਰਹੇ, ਕਿਉਂਕਿ ਸਾਡਾ ਜਿਹੜਾ ਇਹ ਗੱਲ ਸੀਗੀ ਅੰਕੜੇ ਸੀ ਸਾਡੇ, ਵੀ ਤੁਸੀਂ ਇਸ ਤੇ ਗੱਲ ਕਰੋ ਨਾ ਕਿ ਹੋਰ ਪਾਸੇ ਜਾਓ। ਉਹ ਫਿਰ ਇੱਥੇ ਆ ਗਏ ਵੀ ਤੁਹਾਨੂੰ ਮੈਂ 15% ਬੈਨੀਫਿਟ ਦਊਂਗਾ, ਇਸ ਸਥਿਤੀ ਤੇ ਆ ਗਿਆ ਉਹ। ਓਕੇ, ਮਾਂ ਜੀ ਪੇ ਕਮਿਸ਼ਨ ਦੀ ਰਿਵੀਜ਼ਨ ਤੇ। ਲੇਕਿਨ ਜਦੋਂ ਉਹਨੇ ਫਾਰਮੂਲਾ ਲੈ ਕੇ ਆਂਦਾ, ਉਹ ਲੈ ਕੇ ਆਂਦਾ 1/15 ਦਾ ਡੀਏ। ਓਕੇ, 2015 ਦਾ ਡੀਏ ਦੇ ਆਧਾਰ ਤੇ 113% 15% ਬੈਨੀਫਿਟ। ਜਦ ਬਣਦਾ ਕਿੰਨਾ ਸੀ? 125% ਤੇ ਬਣਦਾ ਸੀਗਾ। ਉਹ ਕਿਹੜੀ ਡੇਟ ਬਣਦੀ ਹੈ? ਉਹ 1/16। ਓਕੇ, 1/16। ਦੂਸਰਾ ਪ੍ਰਸ਼ਨ ਇਹ ਸੀਗਾ ਵੀ ਇਹ ਆਈਐਸ ਕੈਡਰ ਸਾਡਾ ਬੈਠਾ ਇੱਥੇ ਜਿੰਨਾ ਵੀ ਹੈ, 1/16 ਤੋਂ ਸੁੱਧ ਹੀ ਤਨਖਾਹ ਲੈ ਲਈ ਇਹਨਾਂ ਨੇ। ਜਿਹੜੇ ਰੋਕ ਰਹੇ ਆ ਉਹ ਲਈ ਬੈਠੇ ਉਹ ਲਈ ਬੈਠੇ ਆ। ਓਕੇ, ਡੀਏ ਲਈ ਬੈਠੇ ਆ ਵੀ ਸਾਡਾ ਕਿਉਂ ਰੁਕ ਰਿਹਾ ਭਾਈ? ਅਸੀਂ ਸਬਆਰਡੀਨੇਟ ਇਹਨਾਂ ਦੇ, ਅਸੀਂ ਕੰਮ ਕਰ ਰਹੇ ਹਾਂ। ਯਾਨੀ ਇਹ ਗੱਲਾਂ ਉਹ ਜਿਹੜੇ ਸਾਡੇ ਸਬ ਕਮੇਟੀ ਸੀ ਜੋ ਬਣਾਈ ਸੀ ਅਮਰਿੰਦਰ ਸਿੰਘ ਜੀ ਨੇ ਤੇ ਚੰਨੀ ਜੀ ਨੇ, ਜਾਂ ਉੱਥੇ ਸਾਡੇ ਆਈਐਸ ਲੌਬੀ ਬੈਠੀ ਸੀਗੀ, ਉਹ ਸਾਡੀਆਂ ਗੱਲਾਂ ਉੱਤਰ ਨਹੀਂ ਸੀ ਦੇ ਸਕੇ। ਤੇ ਹੁਣ ਪ੍ਰਸ਼ਨ ਸੀ ਵੀ ਖਰਚਾ ਕਿੰਨਾ ਹੋ ਰਿਹਾ ਸਾਡੇ ਟੋਟਲ ਜਿਹੜਾ ਮੁਲਾਜ਼ਮ ਵਰਗ ਹੈ ਉਹ ਤੇ ਖਰਚਾ ਕਿੰਨਾ ਹੋ ਰਿਹਾ। ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਕਹੀ ਵੀ ਜਿਹੜਾ ਤੁਹਾਡਾ ਪੇ ਕਮਿਸ਼ਨ ਆ ਉਹ ਇਹ ਗੱਲ ਕਹਿ ਰਿਹਾ ਜਿਹੜੇ ਮੁਲਾਜ਼ਮ ਨੇ ਉਹ ਸਟੇਟ ਨੂੰ ਚਲਾ ਰਹੇ ਆ, ਉਹਨਾਂ ਤੇ ਟੋਟਲ ਰਸੀਟ ਬਜਟ ਦਾ 40% ਖਰਚ ਕਰਨਾ। ਓਕੇ, ਮੈਂ ਉਹਨਾਂ ਨੂੰ 5ਵੇਂ ਪੇ ਕਮਿਸ਼ਨ ਦੀ 6ਵੀਂ ਰਿਪੋਰਟ ਕੱਢ ਕੇ ਦਿਖਾਈ ਵੀ ਤੁਸੀਂ 40% ਸਾਡੇ ਤੇ ਖਰਚ ਕਰਨਾ ਹੀ ਕਰਨਾ ਹੈ। ਪੂਰੀ ਤਿਆਰੀ ਕਰਕੇ ਗਏ। ਮੈਂ ਕਿਹਾ ਵੀ ਤੁਸੀਂ ਕਿੰਨਾ ਖਰਚ ਕਰ ਰਹੇ ਹੋ ਸਾਡੇ ਤੇ, ਹਾਊ ਮੱਚ, ਉਹ ਦੱਸੋ ਸਾਨੂੰ। ਨਹੀਂ ਜੀ ਉੱਥੇ ਰੌਲਾ ਪਾ ਕੇ ਬਹਿ ਗਏ ਉਹ, ਇਹਦਾ ਜੀ ਇਕੱਲੇ ਰੈਵਨਿਊ ਦਾ ਕਰਨਾ। ਮੈਂ ਕਿਹਾ ਵੀ ਤੁਹਾਡੀ ਰਸੀਟ ਦੱਸੋ ਕਿੰਨੀ ਹੈ? 1,62,000 ਕਰੋੜ ਹੈ, 40% ਕਿੰਨਾ ਬਣਿਆ? ਉਹ ਕਹਿੰਦੇ ਜੀ ਤਾਂ ਬਹੁਤ ਰਾਸ਼ੀ ਬਹੁਤ ਵੱਡੀ ਬਣਦੀ ਹੈ। ਮੈਂ ਫਿਰ ਦਿੰਦੇ ਕੀ ਸਾਨੂੰ ਤੁਸੀਂ? ਸਵਾਲ ਹੈ ਵੀ ਉਹਨਾਂ ਕੋਲੇ ਇਹਨਾਂ ਗੱਲਾਂ ਦਾ ਉੱਤਰ ਨਹੀਂ ਸੀ। ਤੁਹਾਡਾ ਮਤਲਬ ਜਿਹੜੇ ਕਹਿੰਦੇ ਅਸੀਂ 40% ਦਿੰਦੇ ਆ ਤਨਖਾਹਾਂ ਤੇ ਖਰਚ ਹੋ ਜਾਂਦਾ, ਉਹ ਸਭ ਝੂਠ। ਹੁਣ ਤੇ ਕਈ 85% ਕਹੀ ਜਾਂਦੇ ਆ, ਝੂਠ ਹੈ ਉਹ ਸਭ? ਉਹ ਬਿਲਕੁਲ ਸਭ ਝੂਠ ਹੈ, ਟੋਟਲ ਝੂਠ ਹੈ। ਤੁਹਾਡੇ ਮੁਤਾਬਕ ਕਿੰਨਾ ਬਣਦਾ? ਸਾਡੇ ਮੁਤਾਬਕ 40% ਬਣਦਾ ਸਾਡਾ। ਅੱਛਾ, ਮਿਲਦਾ ਕਿੰਨਾ? ਮਿਲਦਾ ਉਹ ਦੇ ਰਿਹਾ 35,000 ਕਰੋੜ, ਬਣਦਾ 64,000 ਕਰੋੜ ਹੈ। ਅੱਧਾ ਦੇ ਰਿਹਾ ਤਾਂ ਅੱਧਾ ਦੇ ਰਹੇ ਆ। ਮੈਂ ਉੱਥੇ ਇਹ ਵੀ ਗੱਲ ਕਹੀ ਸੀ ਵੀ ਜੇ ਸਾਨੂੰ ਸਾਡੇ ਰੂਲਾਂ ਦੇ ਮੁਤਾਬਕ ਜੇ ਤੁਸੀਂ ਸਾਡੇ ਤੇ ਪੈਸਾ ਖਰਚ ਕਰਦੇ ਹੋ ਤਾਂ ਪੰਜਾਬ ਦੇ ਵਿੱਚ 3 ਲੱਖ ਬੰਦੇ ਨੂੰ ਹੋਰ ਭਰਤੀ ਕਰ ਸਕਦੇ ਹੋ। ਮੈਂ ਤੁਹਾਡੇ ਕੋਲ ਮੇਰਾ ਅੰਕੜਿਆਂ ਦਾ ਬੜਾ ਖਜ਼ਾਨਾ ਅੱਗੇ ਥੋੜਾ ਵੱਧ ਲਿਆ। ਮਨਦੀਪ ਹੁਣਾਂ ਨਾਲ ਰੂਬਰੂ ਹੋ ਗਏ। ਮਨਦੀਪ ਜੀ, ਤੁਸੀਂ ਜਿਹੜੇ ਹੁਣ ਮੁਲਾਜ਼ਮ ਨੇ ਹਨਾ, ਇਹ ਤੇ ਪੈਨਸ਼ਨਰ ਨੇ, ਉਹਨਾਂ ਦੀ ਅਗਵਾਈ ਕਰਦੇ ਜੇ, ਇਸ ਵੇਲੇ ਮੁਲਾਜ਼ਮ ਕੀ ਮਹਿਸੂਸ ਕਰ ਰਹੇ? ਕਿਉਂਕਿ ਮੈਂ ਦੇਖਿਆ ਤੁਸੀਂ ਚੰਨੀ ਸਰਕਾਰ ਦੇ ਜਾਣ ਦੇ ਅਖੀਰ ਤੱਕ ਤਕਰੀਬਨ 10 ਕੁ ਦਿਨ ਪਹਿਲੋਂ ਤੱਕ ਨਾਅਰੇ ਹੜਤਾਲਾਂ ਕਰਦੇ ਰਹੇ, ਮੁਜ਼ਾਹਰੇ ਸਭ ਚੱਲਦੇ ਰਹੇ। ਬਿਲਕੁਲ। ਕੀ ਮਿਲਿਆ ਤੇ ਹੁਣ ਆਸ ਕੀ ਹੈ ਮਾਨ ਸਾਹਿਬ ਤੋਂ? ਦੇਖੋ ਜੀ, ਮਿਲਿਆ ਜੋ ਉਹਦੇ ਵਿੱਚੋਂ ਵੀ ਅਜੇ ਤੱਕ ਕਈ ਚੀਜ਼ਾਂ ਨੇ ਜਿਹੜੀਆਂ ਇੰਪਲੀਮੈਂਟ ਹੋਣ ਤੋਂ ਰਹਿ ਚੁੱਕੀਆਂ ਨੇ। ਮੌਜੂਦਾ ਸਰਕਾਰ ਨੂੰ, ਫਾਈਨਾਂਸ ਮਿਨਿਸਟਰ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਲਾਗੂ ਕਰਾਉਣ ਲਈ, ਤੇ ਅਜੇ ਤੱਕ ਵੀ ਉਹ ਲਾਗੂ ਜਿਹੜੀਆਂ ਉਹ ਨਹੀਂ ਹੋਈਆਂ। ਕੀ ਨੇ ਉਹ? ਉਹਦੇ ਵਿੱਚ ਇੱਕ 15% ਦੀ ਇੱਕ ਕਲੌਜ਼ ਆ ਜਿਹੜੀ ਤੁਹਾਨੂੰ ਪਤਾ ਹੋਊਗੀ ਵੀ ਲਾਸਟ ਤੇ ਦਿੱਤੀ ਸੀਗੀ। ਉਹਦੇ ਵਿੱਚ ਇੱਕ 5th ਪੇ ਕਮਿਸ਼ਨ ਦੇ ਆਧਾਰ ਤੇ ਇੱਕ 15% ਦੀ ਫਾਰਮੂਲਾ ਇੱਕ ਲਿਆ ਸੀਗਾ ਵੀ ਜਿਹੜੇ ਬੰਦੇ 1/16 ਤੋਂ ਬਾਅਦ ਪ੍ਰਮੋਟ ਹੋਏ ਨੇ ਉਹਨਾਂ ਨੂੰ ਉਹਨਾਂ ਦੀ ਇੱਕ ਸਵਿਚ ਓਵਰ ਕਰਨ ਦੀ ਜਿਹੜੀ ਆਪਸ਼ਨ ਦਾ ਦਿੱਤੀ ਜਾਵੇ ਵੀ ਜਿਹੜੀ ਉਹਨਾਂ ਨੇ ਪੇ ਕਮਿਸ਼ਨ ਆ ਉਹ ਡੇਟ ਆਫ ਪ੍ਰਮੋਸ਼ਨ ਤੋਂ ਆਪਟ ਕਰਨੀ ਆ ਜਾਂ ਫਿਰ 1/16 ਤੋਂ ਆਪਟ ਕਰਨੀ ਆ। ਉਹ ਲਾਗੂ ਸਾਰਿਆਂ ਤੇ ਤਾਂ ਕਰਤੀ, ਬਟ ਇੱਕ ਕੈਟਾਗਰੀ ਉਹਨਾਂ ਨੇ ਫੇਰ ਰੋਕ ਲਈ। ਉਹ ਕਿਹੜੀ ਕੈਟਾਗਰੀ ਆ? ਜਿਹੜੇ ਬੰਦੇ 1/16 ਤੋਂ ਬਾਅਦ ਭਰਤੀ ਹੋਏ ਨੇ ਤੇ ਉਹਨਾਂ ਦੀ ਪ੍ਰਮੋਸ਼ਨ ਵੀ 1/16 ਤੋਂ ਬਾਅਦ ਹੋਈ ਹੈ, ਉਹਨਾਂ ਨੂੰ ਡੇਟ ਆਫ ਜਿਹੜੀ ਪ੍ਰਮੋਸ਼ਨ ਤੋਂ 15% ਦਾ ਵਾਧਾ ਦੇਣ ਲਈ ਜਿਹੜੀ ਹੈ ਗਵਰਨਮੈਂਟ ਨੇ ਅੱਜ ਦੀ ਘੜੀ ਆ ਜਿਹੜਾ ਉਹ ਲਾਭ ਦੇਣ ਤੋਂ ਰੋਕ ਲਿਆ ਗਿਆ। ਉਹਦੇ ਸੰਬੰਧ ਵਿੱਚ ਕਈ ਵਾਰ ਮੌਜੂਦਾ ਸਰਕਾਰ ਨੂੰ ਵੀ ਮਿਲੇ ਆ, ਪਰ ਅਜੇ ਤੱਕ ਉਹ ਇੰਪਲੀਮੈਂਟ ਹੈ ਜਿਹੜਾ ਉਹ ਨਹੀਂ ਹੋਇਆ। ਇੱਕ ਮੈਂ ਐਡ ਕਰਦਾ ਵੀ ਇੱਕ ਤੇ ਹੋਰ ਮਨਪ੍ਰੀਤ ਬਾਦਲ ਹੁਣੇ ਫੈਸਲਾ ਕਰ ਗਏ ਵੀ 17 ਜੁਲਾਈ 2020 ਤੋਂ ਜਿਹੜੇ ਭਰਤੀ ਹੋਣਗੇ ਨਵੇਂ ਮੁਲਾਜ਼ਮ ਉਹਨਾਂ ਦੇ ਤੇ ਕੇਂਦਰੀ ਸੇਵਕ ਤਨਖਾਹ ਕਮਿਸ਼ਨ ਲਾਗੂ ਕਰ ਆ ਰਹੇ ਆ ਉਸੇ ਤੇ ਆ ਰਹੇ ਆ। ਜਦੋਂ ਹੁਣ ਇਲੈਕਸ਼ਨ ਦਾ ਦੌਰ ਸੀ, ਜਿਹੜੀਆਂ ਗਰੰਟੀਆਂ ਦੇ ਰਹੇ ਸੀ, ਉਹਨਾਂ ਗਰੰਟੀਆਂ ਦੇ ਵਿੱਚ, ਉਹਨਾਂ ਵਾਅਦਿਆਂ ਦੇ ਵਿੱਚ ਮੁਲਾਜ਼ਮਾਂ ਦੇ ਲਈ ਜਿਹੜੇ 2 ਵਾਅਦੇ ਸੀਗੇ, 2-3 ਵਾਅਦੇ ਉਹ ਬੜੇ ਅਹਿਮ ਸੀ ਜਿਹੜੇ ਆਪ ਸਰਕਾਰ ਨੇ ਕੀਤੇ ਸੀ। ਉਹਦੇ ਵਿੱਚੋਂ ਸਭ ਨਾਲੋਂ ਪਹਿਲਾਂ ਸੀ ਜਿਹੜਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ। ਤੇ ਅਜੇ ਤੱਕ ਉਹਦੀ ਕੋਈ ਜਿਹੜੀ ਅਧਿਕਾਰਿਤ ਘੋਸ਼ਣਾ ਜਿਹੜੀ ਹੈ ਗਵਰਨਮੈਂਟ ਨੇ ਨਹੀਂ ਕਰੀ। ਚਲੋ ਮੁਲਾਜ਼ਮਾਂ ਨੂੰ ਆਸ ਆ ਵੀ ਆਉਣ ਵਾਲਾ ਜਿਹੜਾ ਬਜਟ ਸੈਸ਼ਨ ਆ ਕੋਈ ਵੀ ਆ ਰਿਹਾ ਵਿਧਾਨ ਸਭਾ ਦਾ, ਉਹਦੇ ਵਿੱਚ ਹੈ ਜਿਹੜੀ ਇਹਦੀ ਅਨਾਉਂਸਮੈਂਟ ਹੋ ਸਕਦੀ ਹੈ, ਕਿਉਂਕਿ ਹਾਲੇ ਤਾਂ ਦੇਣੀ ਥੋੜੇ ਆ ਸਰਕਾਰ। ਹਾਂਜੀ ਚਲੋ ਇਹਦੇ ਲਈ ਇਹ ਆ ਵੀ ਮੁਲਾਜ਼ਮ ਅਜੇ ਸਰਕਾਰ ਤੇ ਵਿਸ਼ਵਾਸ ਕਰ ਰਹੇ ਨੇ ਤੇ ਕਹਿ ਰਹੇ ਨੇ ਵੀ ਉਡੀਕ ਕਰ ਰਹੇ ਨੇ ਵੀ ਦੇ ਦੇਣਗੇ। ਇਸ ਦੇ ਨਾਲ ਹੀ ਮੁਲਾਜ਼ਮਾਂ ਦੀ ਇੱਕ ਹੋਰ ਬਹੁਤ ਵੱਡੀ ਉਡੀਕ ਹੈ
ਵੀ ਇੱਕ ਜਿਹੜਾ ਡੀਏ ਹੈ 1/7/2021 ਦਾ ਤੇ 1/1/2022 ਦਾ 2 ਡੀਏ ਦੀਆਂ ਕਿਸ਼ਤਾਂ ਜਿਹੜੀਆਂ ਗਵਰਨਮੈਂਟ ਦੀਆਂ ਪੈਂਡਿੰਗ ਨੇ, ਪੰਜਾਬ ਗਵਰਨਮੈਂਟ ਦੀਆਂ। ਇਹ ਵੀ ਆਸ ਆ ਵੀ ਪੰਜਾਬ ਗਵਰਨਮੈਂਟ ਹੈ ਜਿਹੜੀ ਆਉਣ ਵਾਲੇ ਬਜਟ ਸੈਸ਼ਨ ਦੇ ਵਿੱਚ ਇਹ ਜਿਹੜੀਆਂ ਦੋਨੀਆਂ ਕਿਸ਼ਤਾਂ ਦੀ ਇਹ ਦੋਵੇਂ ਕਿਸ਼ਤਾਂ ਜਿਹੜੀਆਂ ਨੇ ਹਰਿਆਣੇ ਲਾਗੂ ਹੋ ਗਈਆਂ, ਗੁਆਂਢੀ ਰਾਜ ਨੇ ਲਾਗੂ ਕਰ ਦਿੱਤੀਆਂ ਤੇ ਆਪਣੀਆਂ ਜਿਹੜੀਆਂ ਕਿਸ਼ਤਾਂ ਨੇ ਅਜੇ ਲਾਗੂ ਨਹੀਂ ਹੋਣ ਤੋਂ ਰਹਿ ਰਹੀਆਂ ਨੇ। ਇਸ ਦੇ ਨਾਲ ਮੈਂ ਇੱਕ ਚੀਜ਼ ਹੋਰ ਜਾਣੂ ਕਰਾਉਣਾ ਚਾਹੁੰਦਾ ਤੁਹਾਨੂੰ ਵੀ ਸਾਡੀ ਇੱਕ ਡੀਏ ਦੀ ਕਿਸ਼ਤ ਹੈ ਜਿਹੜੀ 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2015 ਤੱਕ ਆ ਜਿਹੜੀ ਡਿਊ ਆ। ਕਿਹੜੀ ਡੇਟ? 1 ਜੁਲਾਈ 2015 ਤੋਂ ਲੈ ਕੇ 31 ਦਸੰਬਰ 2015 ਦੀ 6% ਦੀ ਕਿਸ਼ਤ ਹੈ ਜਿਹੜੀ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਅਨਾਉਂਸ ਨਹੀਂ ਕੀਤੀ। ਅੱਛਾ, ਉਹ ਦਿੱਤੀ ਨਹੀਂ, ਵਿੱਚ ਗੈਪ ਰਹਿ ਗਿਆ। ਉਹਦੇ ਵਿੱਚ ਤਿੰਨੋਂ ਸਰਕਾਰਾਂ ਆ ਗਈਆਂ। ਅਕਾਲੀ ਸਰਕਾਰ ਨੇ ਰੋਕੀ ਸੀ, ਕਾਂਗਰਸ ਸਰਕਾਰ ਦੇ 5 ਸਾਲ ਪੂਰੇ ਹੋ ਗਏ, ਨਹੀਂ ਰਿਲੀਜ਼ ਹੋਈ, ਤੇ ਹੁਣ ਆਪ ਦੀ ਸਰਕਾਰ ਆ ਗਈ ਹੈ। ਇਹਨਾਂ ਨੂੰ ਰਿਕੁਐਸਟ ਕਰ ਚੁੱਕੇ ਆ, ਦੇਖਦੇ ਆ ਪੂਰੀਆਂ। ਨਹੀਂ, ਉਹ ਤਾਂ ਬੜੇ ਆਰਾਮ ਨਾਲ ਕਹਿਣਗੇ ਵੀ ਨਾ ਬਾਦਲ ਸਰਕਾਰ ਨੇ ਦਿੱਤੀ, ਨਾ ਕੈਪਟਨ ਸਰਕਾਰ ਨੇ, ਨਾ ਚੰਨੀ ਸਰਕਾਰ ਨੇ, ਸਾਡੇ ਨੂੰ ਕੋਈ ਭਾਲਦੇ ਜੇ। ਪਰ ਤਲੋਚਨ ਜੀ ਇੱਕ ਦੱਸੋ ਵੀ ਜਿਹੜੇ ਬੰਦੇ ਜਿਹੜੇ ਸਾਡੇ ਰਿਟਾਇਰੀ ਸਾਥੀ ਉਸ ਸਮੇਂ ਦੇ ਵਿੱਚ ਰਿਟਾਇਰ ਹੋ ਚੁੱਕੇ ਨੇ, ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੂੰ ਲੀਵ ਇਨਕੈਸ਼ਮੈਂਟ, DCRG, ਪੈਨਸ਼ਨ, ਉਹਦੇ ਵਿੱਚ ਸਾਰੇ ਦੇ ਵਿੱਚ ਉੱਤੇ ਘਾਟਾ ਪੈ ਰਿਹਾ ਜਿਹੜੇ ਬੰਦੇ ਉਸ ਪੀਰੀਅਡ 'ਚ ਰਿਟਾਇਰ ਹੋ ਚੁੱਕੇ ਨੇ। ਜਿਹੜਾ ਉਹਨਾਂ ਦਾ ਪੈਸਾ ਹੈ ਉਹ ਗਵਰਨਮੈਂਟ ਅਜੇ ਤੱਕ ਨਹੀਂ ਦੇ ਰਹੀ। ਉਸ ਤੋਂ ਇਲਾਵਾ ਇੱਕ ਹੋਰ ਹੈ ਜਿਹੜਾ ਪੇ ਕਮਿਸ਼ਨ ਦਾ ਗਵਰਨਮੈਂਟ ਨੇ ਕਿਹਾ ਵੀ ਅਸੀਂ ਪੇ ਕਮਿਸ਼ਨ ਲਾਗੂ ਕਰਤਾ, ਬਟ ਉਹ ਪੇ ਕਮਿਸ਼ਨ ਰਿਟਾਇਰੀ ਸਾਥੀ ਜਿਹੜੇ ਕਿ 16 ਤੋਂ ਲੈ ਕੇ 30 ਤੱਕ ਰਿਟਾਇਰ ਹੋਏ ਨੇ, ਉਹਨਾਂ ਦੇ ਰਿਟਾਇਰਮੈਂਟ ਡਿਊਜ਼ ਨੇ ਉਹ ਜੇ ਨਹੀਂ ਹੋ ਰਹੇ। ਲੀਵ ਇਨਕੈਸ਼ਮੈਂਟ ਉਹਨਾਂ ਦੀ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਕਿਉਂਕਿ ਜਿਹੜੇ ਪਾਸ ਹੋਣੇ ਨੇ ਬਿੱਲ ਉਹਦੇ ਵਿੱਚ ਜਿਹੜਾ ਇਹਨਾਂ ਦਾ ਏਰੀਅਰ ਆ ਉਹ ਅਨਾਉਂਸ ਕਰਨਾ ਜ਼ਰੂਰੀ ਹੈ। ਜਦੋਂ ਤੱਕ ਵੱਖਰੇ ਤੌਰ ਤੇ ਅਨਾਉਂਸ ਕਰਨਾ ਜ਼ਰੂਰੀ ਹੈ। ਜਦੋਂ ਤੱਕ ਅਸੀਂ LPC ਲਾਸਟ ਪੇ ਡਰਾਨ ਨਹੀਂ ਬਣਾਵਾਂਗੇ ਤਾਂ ਅਸੀਂ ਪੇ ਕਮਿਸ਼ਨ ਦੇ ਵਿੱਚ ਜਿਹੜੀਆਂ ਲੀਵ ਇਨਕੈਸ਼ਮੈਂਟ ਔਰ DCRG ਦੀ ਜਿਹੜੀਆਂ ਪੇਮੈਂਟਾਂ ਨੇ ਉਹ ਕਿਵੇਂ, ਉਹਨਾਂ ਦੀ ਪੇਮੈਂਟ ਰੁਕੀ ਪਈ ਹੈ। ਉਹਨਾਂ ਦੀ ਪੇਮੈਂਟ ਰੁਕੀ ਪਈ ਹੈ, ਫਾਈਨਲ ਪੇਮੈਂਟ ਰੁਕੀਆਂ ਪਈਆਂ ਨੇ। ਤੇ ਰਿਟਾਇਰੀਆਂ ਦੇ ਘੱਟੋ ਘੱਟ, ਜੇ ਮੈਂ ਗਲਤ ਨਹੀਂ, ਠਾਕੁਰ ਜੀ ਸਹੀ ਕਰ ਦੇਣਗੇ, 60,000 ਕੇਸ ਘੱਟੋ ਘੱਟ ਹੈ ਤੇ ਏਜ ਦੇ ਵਿੱਚ ਸਾਡੇ ਰਿਟਾਇਰੀ ਸਾਥੀਆਂ ਦੇ ਰਿਵੀਜ਼ਨ ਤੇ ਪੈਨਸ਼ਨ ਦੇ ਪੈਂਡਿੰਗ ਪਏ ਨੇ ਜਿਹੜੇ ਹੁਣ ਤੱਕ ਨਹੀਂ ਆ ਰਹੇ। 60,000 ਲਗਭਗ 60,000 ਦੇ ਕਰੀਬ ਹੈ। ਤੇ ਇੱਕ ਟੈਂਟੇਟਿਵ ਅੰਕੜਾ ਹੋ ਸਕਦਾ ਇਹਦੇ ਵਿੱਚ ਵੱਧ ਘੱਟ ਹੋਵੇ, ਪਰ 60,000 ਦਾ ਅੰਕੜਾ ਜਿਹੜਾ ਉੱਥੇ ਪੈਨਸ਼ਨ ਕੇਸ ਆ ਜਿਹੜੇ ਉਹ ਪੈਂਡਿੰਗ ਪਏ ਨੇ। ਹੁਣ ਥੋੜਾ ਢਿੱਲੋਂ ਸਾਹਿਬ ਆ ਲਈਏ। ਢਿੱਲੋਂ ਸਾਹਿਬ, ਤੁਸੀਂ ਨਿਰਾਸ਼ ਹੋ ਗਏ, ਤਜਰਬਾ ਤੁਹਾਡਾ ਬਹੁਤ ਹੈ, ਨਿਰਾਸ਼ ਤਾਂ ਸ਼ਾਇਦ ਤੁਸੀਂ ਤਜਰਬੇ ਤੋਂ ਇਹ ਗੱਲ ਕਹਿ ਰਹੇ ਜੇ, ਪਰ ਆਮ ਆਦਮੀ ਪਾਰਟੀ ਤੇ ਆਮ ਲੋਕਾਂ ਦੀ ਸਰਕਾਰ ਹੈ। ਉਹ ਕਹਿੰਦੇ ਇਹ ਆਮ ਲੋਕਾਂ ਦੀ ਗੱਲ ਸੁਣਦੇ ਆ, ਅਸੀਂ ਕੋਈ ਢਨਾੜ ਨਹੀਂ ਗਏ, ਅਸੀਂ ਕੋਈ ਮਾਫੀਆ ਨਹੀਂ ਗਏ, ਅਸੀਂ ਕੋਈ ਕੀ ਕਹਿੰਦੇ ਹੁੰਦੇ, ਸਾਡੇ ਜਿਹੜੀ ਸਰਕਾਰ ਹੈ ਕੋਈ ਇੱਕ ਪਰਿਵਾਰ ਨਹੀਂ ਚਲਾਉਂਦਾ। ਤੁਸੀਂ ਫਿਰ ਨਿਰਾਸ਼ ਕਿਉਂ ਜਾਂਦੇ? ਇਸ ਕਰਕੇ ਆ ਕਿ ਇਹਨਾਂ ਦੇ ਕਹਿਣ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ। ਜੋ ਇਹ ਕਹਿੰਦੇ ਆ, ਮਿਸਾਲ ਦੇ ਤੌਰ ਤੇ ਇਹਨਾਂ ਨੇ ਪਹਿਲਾਂ ਕਹਿਤਾ ਕਿ ਅਸੀਂ ਪੈਨਸ਼ਨ, ਬਿਜਲੀ ਦੀ ਰਿਲੀਫ ਦੇਵਾਂਗੇ, ਬਾਅਦ ਚ ਵਿੱਚ ਮੁੱਕਰ ਗਏ। ਉਹ ਤੋਂ ਨਹੀਂ ਦੇਤੀ, ਥੋੜੀਆਂ ਸ਼ਰਤਾਂ ਲਾ ਕੇ ਮਤਲਬ ਪਹਿਲਾਂ ਕੁਝ ਹੋਰ ਬੋਲੇ ਜਾਂਦੇ, ਬਾਅਦ ਚ ਕੋਈ ਹੋਰ ਬੋਲੇ। ਫਿਰ ਇੰਨਾ ਫਰਕ ਤੇ ਹੁੰਦਾ, ਚੋਣਾਂ 'ਚ ਵੋਟਾਂ ਲੈਣੀਆਂ ਹੁੰਦੀਆਂ, ਹੁਣ ਤੇ ਬਹਿ ਗਏ ਨੇ ਕੁਰਸੀਆਂ ਤੇ। ਨਹੀਂ, ਇਸੇ ਕਰਕੇ ਹੀ ਇਹਨਾਂ ਦੇ ਕਹਿਣ ਤੇ ਬਿਜਲੀ ਮੰਤਰੀ ਦੇ ਹਲਕੇ ਦੇ ਇੱਕ ਦੋਸਤ ਦਾ ਮੈਨੂੰ ਟੈਲੀਫੋਨ ਕੱਲ ਆਇਆ, ਕਹਿੰਦਾ ਵੀ ਉਹ ਕਹਿੰਦੇ ਹੁਣ ਮੰਤਰੀ ਨੂੰ ਕੁੱਟਣਾ ਪੈਣਾ। ਬਾਈ ਕਰਦਾ ਕੱਖ ਨਹੀਂ, ਬੋਲਦਾ, ਜਿਹਨੂੰ ਵੋਟਾਂ ਪਾਈਆਂ ਸੀ ਹੁਣ ਕੁੱਟਣਾ ਪੈਣਾ। ਹਾਂ, ਇਸ ਕਿਸਮ ਦੀ ਲੋਕਾਂ ਦੇ ਵਿੱਚ ਅੱਗੇ ਪੈਨਸ਼ਨਰਾਂ ਦਾ ਕਿਹੜਾ ਸਭ ਤੋਂ ਵੱਡਾ ਮੁੱਦਾ ਤੁਸੀਂ ਸਮਝਦੇ ਜੇ ਵੀ ਜਿਹੜਾ ਰੁਕਿਆ ਪਿਆ, ਜਿਹਨਾਂ ਲਾਸ ਹੋ ਰਿਹਾ? 2 ਮੁੱਦੇ ਬਹੁਤ ਇੰਪੋਰਟੈਂਟ ਨੇ। ਹਾਂਜੀ, ਇੱਕ ਪੇ ਕਮਿਸ਼ਨ ਨੇ ਕਿਹਾ ਸੀ 2.59 ਦਾ ਫਾਰਮੂਲਾ ਲਾਗੂ ਕਰਕੇ ਰਿਵੀਜ਼ਨ ਕੀਤੀ ਜਾਵੇ। ਇਹਨਾਂ ਨੇ ਉਹ 2.44 ਬਣਾਤਾ। ਓਕੇ, ਜੋ ਫਾਰਮੂਲਾ ਬਣਦਾ ਔਰ 2.44 ਬਣਦਾ, ਮਤਲਬ 0.15% ਘਟਾਤਾ। ਇੱਕ ਤੇ ਸਭ ਤੋਂ ਵੱਡੀ ਦੂਜੀ ਡੀਏ ਦੀਆਂ ਕਿਸ਼ਤਾਂ ਦਾ, ਜਿਹੜੀਆਂ 2 ਕਿਸ਼ਤਾਂ ਹਰਿਆਣੇ 'ਚ ਮਿਲ ਗਈਆਂ, ਹਿਮਾਚਲ 'ਚ ਵੀ ਮਿਲ ਗਈਆਂ, ਸੈਂਟਰ 'ਚ ਵੀ ਮਿਲ ਗਈਆਂ, ਲਗਭਗ ਸਾਰੇ ਹਿੰਦੁਸਤਾਨ ਦੇ, ਠੀਕ ਹੈ, ਪੰਜਾਬ ਨੂੰ ਛੱਡ ਕੇ। ਓਕੇ, ਉਹ ਬਾਕੀ 2 ਮਸਲੇ। ਪਰ ਮੈਨੂੰ ਲੱਗਦਾ ਵੀ ਇਹਦੇ ਬਾਰੇ ਮਨਦੀਪ ਹੋਣੀ ਵੀ ਬੈਠੇ ਨੇ ਜੀ, ਹਾਲੇ ਤੱਕ ਕਿਸੇ ਮੁਲਾਜ਼ਮ ਜਥੇਬੰਦੀ ਜਾਂ ਪੈਨਸ਼ਨ ਨੇ, ਮੈਂ ਤਾਂ ਕਦੇ ਦੇਖਿਆ ਨਹੀਂ ਵੀ ਡਿਮਾਂਡ ਕੀਤੀ ਹੋਵੇ ਵੀ ਜਿਹੜੀ ਜਨਵਰੀ 2022 ਦੀ ਸੈਂਟਰ ਨੇ ਦਿੱਤੀ ਸਾਨੂੰ ਵੀ ਦਿੱਤੀ ਜਾਵੇ। ਤੁਸੀਂ ਵੀ ਚੁੱਪ ਜੇ, ਜਥੇਬੰਦੀਆਂ ਵੀ ਚੁੱਪ ਨੇ? ਨਾ, ਲਗਾਤਾਰ ਇਹ ਡਿਮਾਂਡ ਚੱਲ ਰਹੀ ਹੈ ਕਿ ਡੀਏ ਦੀਆਂ 2 ਕਿਸ਼ਤਾਂ, ਥਾਂ ਤੇ ਲੋਕੀ ਅਜੇ ਨਾਅਰੇ ਨਹੀਂ ਲਾਏ, ਡਿਮਾਂਡ ਕੀਤੀ ਆ। ਓਕੇ, ਨਾਅਰੇ ਨਹੀਂ ਲਾਏ।
ਤੀਸਰੀ ਗੱਲ ਜਿਹੜੀ ਇੰਪੋਰਟੈਂਟ ਪੈਨਸ਼ਨਰਾਂ ਦੀ ਆ ਉਹ ਆ ਕਿ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਨੇ, ਜਿਹੜੇ ਉਹਨਾਂ ਦੇ ਬਿੱਲ ਨੇ 3-3 ਸਾਲ ਹੋ ਗਏ ਬਿੱਲ ਪੈਂਡਿੰਗ ਪਏ ਨੇ। 3-3 ਸਾਲ ਹੋ ਗਏ? ਹਾਂ। ਤੋ ਇਸ ਬੁਢਾਪੇ ਦੇ ਵਿੱਚ ਲੋੜ ਆ ਦਵਾਈਆਂ ਦੀ, ਦਵਾਈਆਂ ਦੇ ਬਿੱਲ ਦੀ ਪੇਮੈਂਟ ਨਹੀਂ ਹੁੰਦੀ। ਪਹਿਲਾਂ ਬਾਦਲ ਦੀ ਸਰਕਾਰ ਵੇਲੇ ਇੱਕ ਸਿਸਟਮ ਬਣਾਇਆ ਸੀ ਇਹਨਾਂ ਨੇ, ਹੁਣ ਉਹ ਵਿਡਰਾ ਕਰ ਲਿਆ। ਓਕੇ। ਇਹਨਾਂ ਨੇ ਇਹ ਚੋਪੇ ਨੇ। ਬੜੀ ਮਾੜੀ ਗੱਲ ਹੋ ਰਿਹਾ ਕਿ ਪੇ ਕਮਿਸ਼ਨ ਦੀ ਰਿਪੋਰਟ ਅਜੇ ਆਉਣ ਵਾਲੀ ਹੈ ਤੇ ਪੇ ਕਮਿਸ਼ਨ ਅਜੇ ਵੀ ਬੈਠਾ ਵਾ। ਦੋ ਮਸਲੇ ਜਿਹੜੇ ਅਜੇ ਪੈਂਡਿੰਗ ਪਏ ਨੇ, ਇੱਕ ਹੈ 4/14 ACP, ਉਹਦੇ 'ਤੇ ਕੋਈ ਰਿਕਮੈਂਡੇਸ਼ਨ ਨਹੀਂ ਆ ਰਹੀ। ਸਰਕਾਰ ਦੀ ਮਰਜ਼ੀ ਨਾਲ ਉਹ ਪੈਂਡਿੰਗ ਪਿਆ ਆ। ਮੈਨੂੰ ਇਹ ਦੱਸੋ ਢਿੱਲੋਂ ਸਾਹਿਬ, ਤੁਹਾਡਾ ਤਜਰਬਾ ਬਹੁਤ ਆ, 3 ਮਹੀਨਿਆਂ ਬਾਅਦ ਇੱਕ ਨੋਟੀਫਿਕੇਸ਼ਨ ਆ ਜਾਂਦੀ ਹੈ, ਤਨਖਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਹੋਣਾ ਦੀ ਮਿਆਦ ਵਧਾਈ। ਇਹ 4/14 ਕੀ ਬੁਲਾ ਆ? ਇਹਦੇ ਲਈ ਕਿਤੇ ਖੂਖਾ ਪੁੱਟਣੇ ਪੈਣੇ ਆ ਵੀ ਇਹਦੇ ਫੈਸਲਾ ਕਰਨ ਲਈ? ਐਕਚੁਅਲੀ 4/14 ਜਿਹੜਾ ਵਾ ਉਹ ਕੈਪਟਨ ਸਰਕਾਰ ਦੇ ਹੁੰਦਿਆਂ ਇਹ ਨੋਟੀਫਿਕੇਸ਼ਨ ਹੋਇਆ ਸੀ। ਨਹੀਂ, ਮੇਰਾ ਸਵਾਲ ਇਹ ਹੈ ਵੀ ਤਨਖਾਹ ਕਮਿਸ਼ਨ ਨੂੰ ਸਾਲੋਂ ਸਾਲ ਲੱਗੂਗੇ? ਇਹ ਇੰਨਾ ਵੱਡਾ ਮਸਲਾ, ਇਹ ਕੋਈ ਇੰਡੀਆ ਪਾਕਿਸਤਾਨ ਦਾ ਮੁੱਦਾ ਆਉਣਾ ਮੈਂ। ਅਸਲ ਵਿੱਚ 2018 ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਕਰਤਾ, ਕਿਉਂਕਿ 4/14 ਦਾ ਮਤਲਬ ਆ ਜੇਕਰ ਉਹਦੀ ਪ੍ਰਮੋਸ਼ਨ ਨਹੀਂ ਹੁੰਦੀ ਤਾਂ ਉਸ ਨੂੰ ਨੈਕਸਟ ਹਾਇਰ ਸਕੇਲ ਔਰ ਇਨਕਰੀਮੈਂਟ, ਦੋ ਚੀਜ਼ਾਂ ਦੇਣੀਆਂ। ਓਕੇ। 2018 ਦੇ ਵਿੱਚ ਇਹਨਾਂ ਨੇ ਨਵਾਂ ਨੋਟੀਫਿਕੇਸ਼ਨ ਕਰਤਾ, ਇਨਕਰੀਮੈਂਟ ਸਿਰਫ ਦੇਣੀ ਆ। ਓਕੇ, ਪ੍ਰਮੋਸ਼ਨ ਸਕੇਲ ਨਹੀਂ ਦੇਣਾ। ਪ੍ਰਮੋਸ਼ਨ, ਹਾਲਾਂਕਿ ਪੰਜਾਬ ਹਾਈ ਕੋਰਟ ਦਾ ਫੈਸਲਾ, 2 ਜੱਜਾਂ ਦਾ ਫੈਸਲਾ, ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ, ਜਿਨ੍ਹਾਂ ਨੇ ਰਿਟ ਕੀਤੀ ਹੈ ਉਹਨਾਂ ਦੇ ਲਾਗੂ ਕਰਤਾ, ਬਾਕੀ ਦੇ ਫੇਰ ਰਹਿ ਗਏ। ਓਕੇ। ਢਿੱਲੋਂ ਸਾਹਿਬ, ਮੈਨੂੰ ਇੱਕ ਸਵਾਲ ਦਾ ਜਵਾਬ ਦਿਓ। ਜੇ ਤਨਖਾਹ ਕਮਿਸ਼ਨ ਦਾ ਚੇਅਰਮੈਨ ਜੈ ਸਿੰਘ ਗਿੱਲ ਦੀ ਥਾਂ ਤੇ ਰਣਬੀਰ ਸਿੰਘ ਢਿੱਲੋਂ ਹੁੰਦਾ ਤੇ 4/14 ਦੇ ਬਾਰੇ ਫੈਸਲਾ ਕਰਨ ਲਈ ਤੁਹਾਨੂੰ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ ਚਾਹੀਦੇ ਸੀ? 1 ਹਫ਼ਤਾ ਚਾਹੀਦਾ ਸੀ। 1 ਹਫ਼ਤਾ ਚਾਹੀਦਾ ਮੈਕਸਿਮਮ, ਕਿਉਂਕਿ ਆਲਰੇਡੀ ਐਕਚੁਅਲੀ ਗੱਲ ਇਹ ਆ, ਜਦੋਂ ਤੀਸਰਾ ਪੇ ਕਮਿਸ਼ਨ ਬੈਠਾ ਉਦੋਂ ਅਸੀਂ ਇਹ ਡਿਮਾਂਡ ਰੱਖੀ ਕਿ ਜਿਹੜੇ ਬੰਦਿਆਂ ਦੀ ਪ੍ਰਮੋਸ਼ਨ ਨਹੀਂ ਹੁੰਦੀ ਉਹਨਾਂ ਨੂੰ ਕੁਛ ਤਾਂ ਦਿਓ। ਓਕੇ। ਤਾਂ ਉਦੋਂ 8 ਤੇ 18 ਦਾ ਫਾਰਮੂਲਾ ਲਾਗੂ ਹੋਇਆ। ਅਗਲੇ ਪੇ ਕਮਿਸ਼ਨ ਵੇਲੇ ਜਿਹੜਾ ਵਾ ਉਹ 8, 18, 16, 24, 32 ਲਾਗੂ ਹੋਇਆ। ਉੱਥੇ ਜਦੋਂ ਐਜੀਟੇਸ਼ਨ ਹੋਈ ਤਾਂ ਕੈਪਟਨ ਸਰਕਾਰ ਵੇਲੇ 4/14 ਆ ਗਿਆ। ਓਕੇ। 4/14 ਲਾਗੂ ਰਿਹਾ, ਲੇਕਿਨ ਬਾਅਦ ਦੇ ਵਿੱਚ 2018 ਦੇ ਵਿੱਚ ਗੜਬੜ ਕਰਤੀ। ਓਕੇ। ਕਿਉਂਕਿ ਜਿਨ੍ਹਾਂ ਨੂੰ ਪ੍ਰਮੋਸ਼ਨ ਨਹੀਂ ਮਿਲਦੀ ਉਹਨਾਂ ਨੂੰ ਰਸਤਾ ਇਹ ਸੀ 4/14। ਹੁਣ ਸਰਕਾਰ ਇਸ ਤੋਂ ਭਾਈ ਇਸ ਕਰਕੇ ਸਟੈਗਨੇਸ਼ਨ ਦੂਰ ਕਰਨ ਲਈ। ਹਾਂ, ਯੈਸ, ਕਿਉਂਕਿ ਸਟੈਗਨੇਸ਼ਨ ਇਜ਼ ਵੈਰੀ। ਚਲੋ ਆਸ ਕਰੋ, ਮਾਨ ਸਾਹਿਬ ਕਾਫੀ ਕੁਛ ਕਰ ਰਹੇ ਨੇ, ਸ਼ਾਇਦ ਉਹਨਾਂ ਦੀ ਉਹ ਵੀਡੀਓ ਭੇਜਦੇ ਹੁੰਦੇ ਆ ਖੁਸ਼ਖਬਰ ਲਈ, ਉਡੀਕ ਕਰੋ, ਸ਼ਾਇਦ ਵੀਡੀਓ ਕਿਸੇ ਵੇਲੇ ਆ ਜਾਏ ਵੀ ਤੁਹਾਨੂੰ 4/14 ਦਿੱਤਾ। ਠਾਕਰ ਸਾਹਿਬ, ਇੱਕ ਦੱਸੋ, ਤੁਸੀਂ ਇੱਕ ਮੋਟੇ ਤੌਰ ਤੇ ਜਾਣਨਾ ਚਾਹੁੰਦੇ ਨੇ ਪੰਜਾਬ ਦੇ ਲੋਕ, ਖਾਸ ਕਰਕੇ ਪੈਨਸ਼ਨਰ ਮੁਲਾਜ਼ਮ, ਵੀ ਜਿਹੜਾ ਤਨਖਾਹ ਕਮਿਸ਼ਨ 6ਵੇਂ ਤਨਖਾਹ ਕਮਿਸ਼ਨ ਦੀ ਤਨਖਾਹਾਂ ਰਿਵਾਈਜ਼ ਹੋਈਆਂ ਤੇ ਪੈਨਸ਼ਨਾਂ ਰਿਵਾਈਜ਼ ਹੋਈਆਂ, ਕੁੱਲ ਕਿੰਨਾ ਏਰੀਅਰ ਜਿਹੜਾ ਟੋਟਲ ਅਮਾਊਂਟ ਹੈ ਜਿਹੜਾ ਪੰਜਾਬ ਸਰਕਾਰ ਵੱਲ ਪਿਆ ਆ ਪੈਨਸ਼ਨਰ ਦਾ ਤੇ ਮੁਲਾਜ਼ਮਾਂ ਦਾ? ਮੈਂ ਤੁਹਾਡੀ ਗੱਲ ਦਾ ਥੋੜਾ ਜਿਹਾ ਹਟ ਕੇ ਜਵਾਬ ਦੇਣਾ ਚਾਹੂੰਗਾ। ਪਹਿਲੀ ਤਾਂ ਗੱਲ, ਮੈਂ ਇਸ ਮਿੱਤਰ ਦੀ ਜਿਹੜੀ 4/14 ਵਾਲੀ ਹੈ ਜਾਂ ACP ਹੈ, ਉਹਦੇ ਬਾਰੇ ਪੰਜਾਬ ਸਰਕਾਰ ਨੇ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ 4/3/22 ਨੂੰ ਇੱਕ ਲੈਟਰ ਕੱਢਿਆ। ਓਕੇ। ਉਹਨੇ ਇਹ ਗੱਲ ਕਹੀ ਉਹਦੇ ਵਿੱਚ ਵੀ ਜਿਹੜਾ ਵੀ ACP ਵਗੈਰਾ ਦਿੱਤੀਆਂ ਨੇ ਇਹਨੂੰ ਰੀਰਿਵੀਜ਼ਨ ਸਮਝਿਆ ਜਾਵੇ। ਮਤਲਬ ਇਹ ਰਿਵੀਜ਼ਨ ਆਫ ਪੇ ਸਕੇਲ ਸਮਝਿਆ ਜਾਵੇ। ਰੀਰਿਵੀਜ਼ਨ ਦਾ ਮਤਲਬ ਕੀ ਹੈ ਵੀ ਜਿਹੜਾ ਇਹਨਾਂ ਨੇ ਪੇ ਕਮਿਸ਼ਨ ਦੀ ਰਿਪੋਰਟ ਆਈ ਆ ਉਹਨੂੰ 2.59 ਨਹੀਂ ਲੱਗਣਾ ਜਿਹਦੀ ਰੀਰਿਵੀਜ਼ਨ ਹੋ ਗਈ, ਉਹਨੂੰ 2.59 ਨਹੀਂ ਲੱਗਣਾ। ਕੀ ਲੱਗਣਾ? 2.25 ਜਾਂ 15%।
ਇਹਦਾ ਮਤਲਬ ਵੀ ਸਾਡੀ ਜਿਹੜਾ ਸਾਨੂੰ ਦਿੱਤਾ ਹੋਇਆ ਨਹੀਂ, ਉਹੀ ਨਹੀਂ ਹੋ ਗਈ ਗੱਲ ਵੀ ਜਿਹੜੇ 2011 ਚ ਜਿਨ੍ਹਾਂ ਦੀ ਰਿਵੀਜ਼ਨ ਹੋਈ ਉਹਦੇ ਨਾਲ ਜੋੜਤਾ। ਸੇਮ ਪੈਟਰਨ ਤੇ ਹੋ ਗਿਆ ਜਦੋਂ ਚੋਣ ਜਾਬਤਾ ਲੱਗਾ ਸੀ, 2 ਮਿੰਟ ਚੋਣ ਜਾਬਤੇ ਵੇਲੇ ਹੋ ਨਹੀਂ ਸਕਦਾ, ਇਲੀਗਲ ਆ। ਅੱਛਾ, ਚੋਣ ਜਾਬਤੇ ਤੇ ਰਾਣਾ ਹੀ ਹਾਂ, ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਮੈਂ ਉੱਥੇ ਵੀ ਗੱਲ ਕਹੀ ਸੀ ਜਦੋਂ ਸਾਡੇ ਚਾਰੇ ਮੰਤਰੀ ਸੀ, ਮੈਂ ਸਾਨੂੰ ਤੁਸੀਂ ਪੇ ਕਮਿਸ਼ਨ ਨਹੀਂ ਦੇ ਰਹੇ। ਕਿਹੜੇ ਮੰਤਰੀ ਚਾਰੇ? ਬਰਮਿੰਦਰਾ ਜੀ, ਆਪਣੇ ਬਲਵੀਰ ਸਿੱਧੂ ਜੀ, ਧਰਮਸੋਤ ਜੀ, ਓਪੀ ਸੋਨੀ ਜੀ, ਤੇ ਸਾਡੇ ਜਿਹੜੇ ਬਿਊਰੋਕਰੇਟ ਸੀਗੇ। ਮੰਤਰੀ ਬੜੇ ਚੁਣ ਕੇ ਬਿਠਾਏ ਸੀ, ਉਹਨਾਂ ਨੂੰ ਮੁਲਾਜ਼ਮਾਂ ਬਾਰੇ ਨਹੀਂ, ਚਲੋ ਖੈਰ ਉਹ ਤਾਂ ਉਹਨਾਂ ਦਾ ਬੜੀਆਂ ਮੀਟਿੰਗਾਂ ਕੀਤੀਆਂ ਉਹਨਾਂ ਨੇ। ਕਹਿਣ ਦੀ ਮੇਰੀ ਮੁਰਾਦ ਇਹ ਹੈਗੀ ਆ, ਮੈਂ ਉੱਥੇ ਗੱਲ ਕਹੀ ਸੀਗੀ ਵੀ ਤੁਸੀਂ ਸਾਨੂੰ ਪੇ ਕਮਿਸ਼ਨ ਨਹੀਂ ਦੇ ਰਹੇ, ਸਾਤੋਂ ਖੋ ਰਹੇ ਹੋ। ਅੱਛਾ, ਉਹ ਗੱਲ ਜਿਹੜਾ 4-3 ਦਾ ਲੈਟਰ ਹੈ ਜਿਹੜਾ ਜਾਰੀ ਕੀਤਾ ਗਿਆ, ਮੇਰੇ ਖਿਆਲ ਆਪਣੇ ਮਨਦੀਪ ਜੀ ਇਸ ਬਾਰੇ ਵੱਧ ਦੱਸੋ, ਕਿਉਂਕਿ ਮੁਲਾਜ਼ਮ ਉਹਦੇ ਨਾਲ ਵੱਧ ਅਫੈਕਟਡ ਨੇ। ਜੀ। ਅਸੀਂ ਘੱਟ ਹਾਂ, ਨਹੀਂ ਅਫੈਕਟਡ ਅਸੀਂ ਵੀ ਹਾਂ, ਪੈਨਸ਼ਨਰ ਘੱਟ ਨੇ, ਮੁਲਾਜ਼ਮ ਜ਼ਿਆਦਾ ਨੇ, ਲੇਕਿਨ ਸਵਾਲ ਹੈ ਅਫੈਕਟਡ ਤਾਂ ਸਾਰੇ ਹੀ ਨੇ, ਉਹ ਸਾਡੇ ਬੱਚੇ ਨੇ, ਉਹ ਵੀ ਅਫੈਕਟਡ ਨੇ, ਵੱਧ ਅਫੈਕਟ ਪੈਣਾ। ਕਹਿਣ ਦੀ ਮੁਰਾਦ ਹੈਗਾ ਵੀ ਇਹ ਪੇ ਕਮਿਸ਼ਨ ਜਿਹੜਾ ਸਾਨੂੰ ਦਿੱਤਾ ਨਾ ਪੰਜਾਬ ਸਰਕਾਰ ਨੇ 1/16 ਤੋਂ ਪੇ ਕਮਿਸ਼ਨ ਨਹੀਂ ਹੈ, ਇਹ ਤਾਂ ਸਾਡੇ ਹੱਕ ਹਕੂਕ ਖੋਹ ਲਏ ਇਹਨਾਂ ਨੇ, ਰਿਵੀਜ਼ਨ ਕਰਨ ਦੀ ਥਾਂ ਤੇ ਖੋਹ ਲਿਆ। ਸਮਝੇ ਗੱਲ ਕਿ ਨਹੀਂ? ਤੇ ਇਸ ਲਈ ਇਹ ਜਿਹੜੀ ਗੱਲ ਹੈਗੀ ਇਲੀਗਲ ਤੇ ਇਲੀਗਲ ਕੰਮ ਹੋ ਰਿਹਾ, ਜਿਹੜੀ ਗੱਲ ਹੈਗੀ ਆ, ਇਲੀਗਲ ਤੇ ਇਲੀਗਲ ਕੰਮ ਹੋ ਰਿਹਾ। ਜਿਹੜਾ ਨੋਟੀਫਿਕੇਸ਼ਨ ਪਹਿਲਾਂ ਚੋਣ ਜਾਬਤੇ ਦੇ ਵਿੱਚ ਕਰਤਾ ਇਲੀਗਲ, ਉਸ ਤੋਂ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਕਰਤਾ, ਉਹ ਕਰਤਾ ਕੀ ਹੋ ਰਿਹਾ, ਉਹ ਤਾਂ ਚਲੋ ਜੀ ਪੰਜਾਬ ਦੀ ਆਪਣੀ ਇੰਟਰਨਲ ਮੈਟਰ, ਉਹਦੇ ਵੱਖਰੀ ਗੱਲ ਹੈਗੀ ਹੈ। ਹਾਲਾਂਕਿ ਏਜੀ ਨੂੰ ਕੋਈ ਪਾਵਰਾਂ ਨਹੀਂ ਹੈਗੀਆਂ। ਨਹੀਂ, ਇਹ ਇਸ ਤਰ੍ਹਾਂ ਗੱਲ ਨਹੀਂ ਹੈਗੀ। ਜਦੋਂ ਐਫਟੀ ਡਿਪਾਰਟਮੈਂਟ ਨੇ ਲੈਟਰ ਜਾਰੀ ਕਰ ਦਿੱਤਾ ਤਾਂ ਉਹਦੇ ਪ੍ਰਸੰਗ ਵਿੱਚ ਏਜੀ ਪੰਜਾਬ ਨੇ ਪ੍ਰੋਸੈਸ ਤਾਂ ਕੁਝ ਕਰਨਾ ਹੀ ਹੈ ਨਾ, ਉਹਨੇ ਵਿਦ ਹੈਲਡ ਕਰ ਲਏ ਸਾਰੇ ਕੇਸ, ਜਿੰਨੇ ਵੀ ਸਾਡੇ ਕੇਸ ਗਏ ਹੋਏ ਆ। ਜਿਸ ਤਰ੍ਹਾਂ ਮਨਦੀਪ ਜੀ ਕਹਿ ਰਹੇ ਆ ਵੀ 60,000 ਕੇਸ ਆ, 42,000 ਸਮਥਿੰਗ ਤਾਂ ਪੰਜਾਬ ਸਰਕਾਰ ਮੰਨ ਰਹੀ ਹੈ ਨਾ ਕਿ 16 ਤੋਂ ਬਾਅਦ ਦਾ, ਯਾਨੀ 20,000 ਉਸ ਤੋਂ ਹੋਰ ਗਏ ਹੋਏ ਨੇ। ਇਹ 66,000 ਕੇਸ ਆ। ਉਹ ਹੁਣ ਜਿਹੜਾ 4 ਦਿਨ ਲੈਟਰ ਗਿਆ ਹੋਇਆ ਏਜੀ ਪੰਜਾਬ ਕੋਲੇ, ਉਹਨੇ ਵਿਦ ਹੈਲਡ ਕਰ ਲਿਆ ਵੀ ਭਾਈ ਪਹਿਲਾਂ ਇਹਦੇ ਮੁਤਾਬਿਕ ਤਨਖਾਹ ਫਿਕਸ ਕਰੋ। ਹੁਣ ਕੀ ਦੁਬਾਰਾ ਸਾਰਾ ਕੁਝ ਹੋਏਗਾ ਪ੍ਰੋਸੈਸ, ਯਾਨੀ ਪੰਜਾਬ ਦਾ ਮੁਲਾਜ਼ਮ ਤੇ ਪੈਨਸ਼ਨਰ ਉਹ ਤਾਂ ਮੈਨੂੰ ਲੱਗਦਾ ਵਿਚਾਰਾ ਦੁੱਧਾਂ 'ਚ ਪੈ ਗਿਆ। ਪਹਿਲੀ ਗੱਲ ਇਹ ਹੈਗੀ ਆ, ਸਾਰੀ ਸਥਿਤੀ ਆ ਜਿਹੜੀ ਇਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ, ਇਸ ਸਰਕਾਰ ਦਾ ਜਿਹੜਾ ਵਿੱਤ ਮੰਤਰੀ ਆ ਹਰਪਾਲ ਜੀ ਚੀਮਾ ਜੀ ਹਨ, ਉਹ ਨੇ ਜਾਂ ਸਰਕਾਰ ਉਹ ਕਿਵੇਂ ਕੱਢਦੀ ਆ, ਇਹ ਦੇਖਣ ਵਾਲੀ ਗੱਲ ਹੈ। ਇਹਦੇ ਤੇ ਜ਼ਿਆਦਾ ਗੱਲ ਮਨਦੀਪ ਜੀ ਦੱਸਣਗੇ ਵੀ 4 ਦਿਨ ਗੁੰਝਲਾਂ ਬਹੁਤ ਹੈ। ਹਾਂਜੀ, 4 ਦਿਨ ਦੇ ਲੈਟਰ ਦਾ ਕੀ ਮਸਲਾ ਹੈ? ਗੁੰਝਲ ਪਾਈ ਜਾਂਦੇ ਆ। ਹੁਣ ਤੁਹਾਡਾ ਪ੍ਰਸ਼ਨ ਹੈਗਾ ਵੀ ਜਿਹੜਾ ਪੈਸਾ ਕਿੰਨਾ ਖਰਚ ਹੋਊਗਾ, ਅਮਾਉਂਟ ਕਿੰਨੀ ਹੈ? ਇਹਨਾਂ ਨੇ ਅਮਾਉਂਟ ਕੱਢੀ ਸੀ ਉਸ ਵਕਤ 13,659 ਕਰੋੜ। 13,659 ਕਰੋੜ ਪੈਨਸ਼ਨ ਮਨਪ੍ਰੀਤ ਬਾਦਲ ਹੋਣਾ ਨੇ ਕੀਤਾ ਜਦੋਂ ਤਨਖਾਹ ਕਮਿਸ਼ਨ। ਹਾਂਜੀ, ਤਨਖਾਹ ਕਮਿਸ਼ਨ ਦੀ। ਮੈਂ ਜਦ ਵੀ ਇਹ ਗੱਲ ਕਹੀ ਸੀ ਵੀ ਇਹ ਅਮਾਉਂਟ ਗਲਤ ਹੈ, ਤੁਹਾਡੀ ਵੱਧ ਹੈ ਕਿ ਘੱਟ ਹੈ? ਨਹੀਂ, ਅਮਾਉਂਟ ਗਲਤ ਹੈ। ਵੀ ਇਹ ਪੇ ਕਮਿਸ਼ਨ ਦੀ ਨਹੀਂ ਹੈ। ਜਿਹੜਾ ਸਾਡਾ ਡੀਏ ਆ ਪੈਂਡਿੰਗ ਪਿਆ 7/15 ਤੋਂ 9 ਤੱਕ, ਉਹਦੀ ਅਮਾਉਂਟ ਸਾਨੂੰ ਦੱਸ ਦਿਓ ਕਿੰਨੀ ਹੈ। ਦੇਖੋ ਨਾ, ਮੈਨੂੰ ਪੈਸੇ ਦੇਣੇ ਆ ਉਹਨਾਂ ਨੇ, ਮੇਰੇ ਮੁਲਾਜ਼ਮ ਨੂੰ ਦੇਣੇ, ਮੇਰੇ ਪੈਨਸ਼ਨਰ ਨੂੰ ਵੀ ਦੇਣੇ ਆ, ਅਸੀਂ ਉਹਨਾਂ ਤੋਂ ਲੈਣੇ ਆ, ਵੀ ਉਹ ਅਮਾਉਂਟ ਦੱਸ ਦਿਓ ਕਿੰਨੀ ਆ। ਦੱਸੀ ਨਹੀਂ, ਉਹ ਦੱਸ ਨਹੀਂ ਸਕੇ ਕਿ ਤੁਸੀਂ ਦੱਸ ਦਿਓ। ਮੈਂ ਕਿਹਾ 10,318 ਕਰੋੜ ਹੈ। ਕਹਿੰਦਾ ਤੁਸੀਂ ਕਿਵੇਂ ਵਰਕਆਊਟ ਕੀਤਾ? ਮੈਂ ਕਿਹਾ ਵਰਕਆਊਟ ਕਾਹਦਾ ਕਰਨਾ, ਤੁਸੀਂ ਮੁਲਾਜ਼ਮ ਨੇ ਸਾਡੇ, 3 ਲੱਖ ਤੁਸੀਂ ਪੈਨਸ਼ਨ ਦਾ ਤੁਹਾਡਾ ਰਿਕਾਰਡ ਦੱਸ ਰਿਹਾ, 285 ਸਾਡੇ ਮੁਲਾਜ਼ਮ ਨੇ, ਉਹਦੀ ਤੁਸੀਂ ਐਵਰੇਜ ਤਨਖਾਹ ਦੇਖ ਲਓ ਵੀ ਕਿੰਨਾ ਡੀਏ ਸਾਡਾ ਤੁਹਾਡੇ ਵੱਲ ਪਿਆ। ਉਹ ਉਹਦਾ ਚਾਰਟ ਜਿਹਾ ਬਣਾ ਕੇ ਦੇਖਣ ਲੱਗ ਗਏ, ਉਹ ਫਲਾਣਾ ਜੀ ਧਮਕਾ। ਜਦ ਉਹਨੇ ਦੇਖਿਆ ਤੇ ਫਿਰ ਉਹ ਕਹਿੰਦੇ ਨਹੀਂ ਜੀ ਤੁਹਾਡੀਆਂ ਫਿਕਰਾਂ ਗਲਤ ਨੇ। ਮੈਂ ਤੁਸੀਂ ਦੇ ਦਿਓ, ਮੈਂ ਸਾਡੀਆਂ ਫਿਕਰਾਂ ਸਾਰੀਆਂ ਗਲਤ ਨੇ, ਤੁਸੀਂ ਸਾਨੂੰ ਆਪਣੀਆਂ ਫਿਕਰਾਂ ਦੇ ਦਿਓ ਕਿੰਨੀਆਂ ਨੇ। ਯਾਨੀ ਸਾਡਾ ਅਸਲ ਵਿੱਚ ਹੈ ਉਹਨਾਂ ਵੱਲ ਪੈਂਡਿੰਗ ਜਿਹੜਾ ਰੁਪਈਆ ਪਿਆ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਪੰਜਾਬ ਦਾ, ਉਹ 8,000 ਕਰੋੜ ਤੋਂ ਲੈ ਕੇ 10,000 ਕਰੋੜ ਦਾ ਸਾਡਾ ਵੈਸੇ ਹੀ ਪਿਆ। ਵੈਸੇ ਮਤਲਬ ਡੀਏ ਜਿਹੜਾ ਡਿਊ ਪਿਆ ਉਹਨਾਂ ਵੱਲ, ਰਿਵੀਜ਼ਨ ਤਾਂ ਵੱਖਰਾ ਹੈ, ਰਿਵੀਜ਼ਨ ਤਾਂ ਉਸ ਤੋਂ ਬਾਅਦ ਹੋਣੀ ਹੈ ਨਾ। ਅੱਛਾ, ਮਤਲਬ ਡੀਏ ਪਿਆ ਸਾਡਾ ਜਿਹੜਾ 7/15 ਤੋਂ ਲੈ ਕੇ ਜਿਹੜਾ ਡੀਏ ਤੱਕ ਨਹੀਂ ਦਿੱਤਾ। 7/15 ਤੋਂ ਲੈ ਕੇ ਨਹੀਂ, ਕਿੰਨਾ ਅਮਾਉਂਟ ਦੱਸਿਆ? 8,000 ਤੋਂ ਲੈ ਕੇ 10,000 ਕਰੋੜ ਤੋਂ ਲੈ ਕੇ 10,318 ਕਰੋੜ ਸਿਰਫ ਡੀਏ ਦਾ ਏਰੀਅਰ ਪਿਆ ਉਹਨਾਂ ਵੱਲ। ਤੇ ਫਿਰ ਰਿਵੀਜ਼ਨ ਤੇ ਬਹੁਤ ਵੱਡਾ ਅਮਾਉਂਟ ਹੋਏਗਾ। 3,000 ਕਰੋੜ ਆ ਸਾਰੀ ਰਿਵੀਜ਼ਨ ਤਾਂ ਹੋਈ ਨਹੀਂ, ਉਹਦਾ ਵਾਪਸ ਲੈ ਲਈ ਸਤੋਂ। ਨਹੀਂ, ਪੇ ਕਮਿਸ਼ਨ ਨੇ ਤੇ ਜਿਹੜਾ 15% ਇਹਦੇ ਵਿੱਚ ਹੀ ਵੱਡਾ ਲਕੂਨਾ ਜਿਹੜਾ ਲੋਕਾਂ ਨੂੰ ਸਮਝ ਨਹੀਂ ਪੈ ਰਿਹਾ, ਪੰਜਾਬ ਦੇ ਸਾਡੀ ਪਬਲਿਕ ਨੂੰ ਵੀ ਸਮਝ ਨਹੀਂ ਪੈ ਰਹੀ ਹੈਗੀ। 1/16 ਤੋਂ ਜੋ ਸਾਨੂੰ ਮਿਲਦਾ ਸੀ ਉਹ ਤੇ 113% ਪਲੱਸ 15% ਮਿਲਦਾ। ਕਿੰਨਾ ਸੀ? 125%, 5% ਆਈ ਯਾਰ। ਦਿੱਤਾ 113 ਜਮਾ 15, 128 ਬਣਿਆ ਨਾ। ਡੀਏ ਕਿੰਨਾ ਡਿਊ ਸਾਡਾ? 125%, 5% ਆਈ ਯਾਰ, 130 ਬਣ ਗਿਆ ਨਾ। ਦੇ ਕਿੰਨਾ ਰਹੇ ਨੇ? 128,
ਮਿਲਦਾ ਸਾਨੂੰ 130 ਹੈ। 2% 2% ਘੱਟ ਦੇ ਐਕਚੁਅਲੀ ਇਹ ਗੱਲ ਹੈ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਨੂੰ ਘਾਟੇ ਦਾ ਇਹ ਸਾਰਾ ਪੇ ਰਿਵੀਜ਼ਨ ਹੋਈ ਹੈ। ਹਾਂ, ਮੈਨੂੰ ਯਾਦ ਆ ਰਿਹਾ ਮਨਪ੍ਰੀਤ ਬਾਦਲ ਹੋਣਾ ਜਦੋਂ ਅਨਾਉਂਸ ਕੀਤਾ ਸੀ, ਉਹ ਕਹਿੰਦੇ 1 ਜਨਵਰੀ 2016 ਤੋਂ ਲੈ ਕੇ 30 ਜੂਨ 2021 ਤੱਕ 5.5 ਸਾਲ ਦਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਤਨਖਾਹਾਂ ਤੇ ਪੈਨਸ਼ਨਾਂ ਦਾ ਜਿਹੜੀ ਰਿਵੀਜ਼ਨ ਹੈ, ਏਰੀਅਰ ਹੈ, ਇਹ 12,800 ਸ਼ਾਇਦ 13,000 ਕਰੋੜ ਜਿਹੜਾ ਆ ਬਣਦਾ ਹੈ। ਉਹਨਾਂ ਨੇ ਤੇ ਆਪ ਇਹ ਗੱਲ ਮੰਨੀ ਸੀ। ਉਹ ਜਨਾਬ ਉਹ ਜਿਹੜਾ ਤਰਲੋਚਨ ਜੀ ਮੈਂ ਬਾਰ-ਬਾਰ ਗੱਲ ਕਰ ਰਿਹਾ ਉਹ ਤਾਂ ਸਾਡਾ ਡੀਏ ਲੈਸਟੀਮੇਟ ਡੀਏ ਇਹਦਾ ਮਤਲਬ ਉਹ ਕਨਫਿਊਜ਼ ਕਰ ਰਹੇ ਸੀ, ਉਹ ਲੋਕਾਂ ਨੂੰ ਕਨਫਿਊਜ਼ ਕਰ ਰਹੇ ਨੇ। ਅੱਛਾ, ਮੈਂ ਇੱਕ ਹੋਰ ਗੱਲ ਕਹੀ ਸੀ ਉੱਥੇ ਸਾਡੇ ਉੱਥੇ ਅਫੀਸਰ ਸਾਹਿਬਾਨ ਨੂੰ ਵੀ ਤੇ ਇਹਨਾਂ ਨੂੰ ਵੀ, ਜਿਹੜੇ ਸਾਡੇ ਕਾਂਗਰਸ ਦੇ ਮੰਤਰੀ ਸੀਗੇ, ਮਾਂ ਜੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਪੇ ਕਮਿਸ਼ਨ ਨੂੰ ਕਾਂਗਰਸ ਭਵਨ 'ਚ ਰੱਖ ਲਓ, ਸਾਂਭ ਲਓ। ਪੇ ਕਮਿਸ਼ਨ, ਹਾਂ, ਪੇ ਕਮਿਸ਼ਨ ਜਿਹੜਾ ਰਿਪੋਰਟ ਹੈ, ਇਸ ਨੂੰ ਤੁਸੀਂ ਆਪਣੇ ਕਾਂਗਰਸ ਭਵਨ 'ਚ ਰੱਖ ਲਓ, ਸਾਨੂੰ ਡੀਏ ਰਿਲੀਜ਼ ਕਰ ਦਿਓ। ਅੱਛਾ ਜੀ, ਸਾਡਾ ਡੀਏ ਰਿਲੀਜ਼ ਕਰ ਦਿਓ ਸਾਰਾ। ਮਤਲਬ ਉਹ ਤੁਸੀਂ ਰਿਵੀਜ਼ਨ ਕਰੋ ਹੀ ਨਾ, ਕੱਲਾ ਡੀਏ ਸਾਡਾ ਰਿਲੀਜ਼ ਕਰ ਦਿਓ। ਜੇ ਸਾਡਾ ਡੀਏ ਰਿਲੀਜ਼ ਕਰ ਦਿੰਦੇ ਆ ਤੇ ਸਾਨੂੰ ਪੇ ਕਮਿਸ਼ਨ ਦੀ ਲੋੜ ਨਹੀਂ ਹੈ। ਅੱਜ ਦੀ ਡੇਟ ਵਿੱਚ ਸਾਡੇ ਕੁਝ ਮਿੱਤਰ ਨੇ, ਉਹ ਕਹਿੰਦੇ ਵੀ ਸਾਨੂੰ 7,000 ਦਾ ਫਰਕ ਪੈ ਗਿਆ, 6,000 ਦਾ ਫਰਕ ਪੈ ਗਿਆ, 5,000 ਦਾ ਕਹਿੰਦੇ ਆ ਨਾ। ਪਰ ਉਹ ਇਹ ਗੱਲ ਭੁੱਲ ਜਾਂਦੇ ਆ ਵੀ ਤੁਹਾਨੂੰ 148% ਡੀਏ ਮਿਲਦਾ ਸੀ 1/7/21 ਨੂੰ। 148% ਡਿਊ ਕਿੰਨਾ ਸੀ? 196%। ਓਕੇ, ਡਿਊ 196% ਸੀ ਨਾ। ਇਹਦਾ ਮਤਲਬ 48% ਕਰ ਦਿੱਤਾ, 48% ਕੱਟ ਦਿੱਤਾ ਨਾ। ਅੰਡਰਵਾਈਜ਼ ਦਾ 48% ਕੱਟ ਗਿਆ ਨਾ। ਓਕੇ, ਤਾਂ ਹੁਣ ਉਹਨਾਂ ਦਾ ਰਿਵੀਜ਼ਨ ਤੇ ਕੀ ਦਿੱਤਾ ਸਾਨੂੰ? ਜੇ ਅਸੀਂ 48% ਡੀਏ ਹੀ 1/16 ਤੋਂ ਕਾਊਂਟ ਫਾਰ ਕਰ ਲਈਏ, ਕਿੰਨਾ ਪੈਸਾ ਬਣ ਗਿਆ ਸਾਡਾ? ਯਾਨੀ ਉਹ ਸਾਡਾ ਪੈਸਾ ਐਸਟੀਮੇਟ ਪੈਸਾ ਸਰਕਾਰ। ਥੋੜਾ ਮੈਂ ਅੱਗੇ ਚੱਲਾਂ ਮਨਦੀਪ ਜੀ, ਤੇ ਬਹੁਤ ਵੱਡੀਆਂ ਠਾਕਰ ਸਾਹਿਬ ਨੇ ਗੁੰਝਲਾਂ ਪਾਤੀਆਂ। ਏਦਾਂ ਹੀ ਹੈ ਮਤਲਬ ਪੇ ਰਿਵੀਜ਼ਨ ਦਾ, ਤੇ ਤੁਹਾਡਾ ਮਤਲਬ ਹਾਲੇ ਪਟਾਰਾ ਤੁਸੀਂ ਖੋਲ੍ਹਿਆ ਹੀ ਨਹੀਂ ਗਏ, ਡੀਏ ਦਾ ਹੀ ਇੰਨਾ ਕੁਝ ਬਣ ਰਿਹਾ। ਬਿਲਕੁਲ ਤਰਲੋਚਨ ਜੀ, ਗੱਲ ਇਹ ਸੀਗੀ ਵੀ ਮੁਲਾਜ਼ਮਾਂ ਨੇ ਔਰ EMPLOYEE ਜਥੇਬੰਦੀਆਂ ਨੇ ਇਹ ਸੀ ਵੀ ਜੋ ਸਰਕਾਰ ਦੇ ਰਹੀ ਹੈ ਹਾਲ ਦੀ ਘੜੀ ਲੈ ਕੇ, ਜਿਹੜੀ ਲੜਾਈ ਹੈ ਅਜੇ ਤਾਂ ਬਾਕੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਗੱਲ ਹੈ ਜੋ ਅਸੀਂ ਡਿਸਕਸ ਵੀ ਕੀਤੀ ਹੈ ਤੇ ਮੀਟਿੰਗ 'ਚ ਵੀ ਰੱਖੀ ਹੈ, ਪਰ ਉਸ ਮੀਟਿੰਗ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੋਈ। ਉਹ ਗੱਲ ਇਹ ਸੀ, ਜਿਹੜੇ ਪੇ ਕਮਿਸ਼ਨ ਦੇ ਐਮੋਲਮੈਂਟਸ ਨੇ ਉਹ ਲਏ ਜਾਂਦੇ ਨੇ, 1/16 ਲਏ ਸੀ, 1/6 ਲਏ ਸੀ, 1/96 ਲਏ ਸੀ। ਬਟ ਇਸ ਸਰਕਾਰ ਨੇ ਲਏ ਐਮੋਲਮੈਂਟਸ 31/12/2015 ਦੇ। ਉਹ 31/12/2015 ਦਾ ਡੀਏ ਕਿਹੜਾ ਲਿਆ? 113%। 31/12/2015 ਦਾ ਵੀ ਡੀਏ 119% ਬਣਦਾ ਸੀ, ਜਿਹੜੀ ਮੈਂ ਪਹਿਲਾਂ ਕਿਸ਼ਤ ਦੱਸ ਕੇ ਹਟਿਆ ਵੀ 1/7/2015 ਦੀ ਕਿਸ਼ਤ ਨਹੀਂ ਦਿੱਤੀ 6%। ਇੱਕ ਤਾਂ ਕਿਸ਼ਤ ਦੀ ਖਾ ਗਏ, ਇੱਕ ਪੇ ਕਮਿਸ਼ਨ ਦੇ ਵਿੱਚ ਪੂਰੇ ਦੇ ਵਿੱਚ ਇਹਨਾਂ ਨੇ 113% ਨੇ ਕੈਲਕੂਲੇਟ ਕਰ ਲਿਆ, ਉਹ ਖਾ ਲਿਆ। ਸੋ ਜੇ 15% ਵੀ ਕੈਲਕੂਲੇਟ ਕਰਨਾ ਹੈ ਤਾਂ 15% ਦੇ ਲਈ ਵੀ ਜਿਹੜਾ ਬੇਸਿਕ ਫਾਰਮੂਲਾ ਡੀਏ ਦਾ ਘੱਟੋ ਘੱਟ 125% ਬਣਦਾ। ਓਕੇ, ਤੇ ਇਸ ਤੋਂ ਇਲਾਵਾ ਇਹ ਫਾਰਮੂਲਾ ਜਿਹੜਾ ਉਹ ਨਹੀਂ ਬਣਦਾ ਸੀ। ਪਰ ਜੋ ਵੀ ਹੈ, ਮੁਲਾਜ਼ਮਾਂ ਨੂੰ ਇਹ ਸੀ ਵੀ ਇੱਕ ਵਾਰ ਸਾਡਾ ਜਿਹੜਾ ਹੈ ਇਹਨੂੰ ਕਲੀਅਰ ਕਰੀਏ, ਕੁਛ ਨਾ ਕੁਛ ਤਾਂ ਵਧੇ। ਉਸ ਤੋਂ ਬਾਅਦ ਤਾਂ ਹੀ ਜਿਹੜਾ ਫਤਵਾ ਹੈ ਜਿਹੜਾ ਕਾਂਗਰਸ ਸਰਕਾਰ ਨੂੰ ਮੁਲਾਜ਼ਮਾਂ ਨੂੰ ਐਡੇ ਵੱਡੇ ਪੱਧਰ ਤੇ ਦਿੱਤਾ ਗਿਆ, ਖਾਸ ਤੌਰ ਤੇ ਮਨਪ੍ਰੀਤ ਬਾਦਲ ਨੂੰ। ਮੈਂ ਇੱਕ ACP ਬਾਰੇ ਗੱਲ, ਇਹ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ 'ਚ ਦੇਖਿਆ ਵੀ ਪੰਜਾਬ ਦਾ ਖਜ਼ਾਨਾ ਮੰਤਰੀ ਹਾਰਿਆ ਜਦੋਂ, ਤੇ ਉਸ ਤੋਂ ਬਾਅਦ ਮੁਲਾਜ਼ਮਾਂ ਨੇ ਜਿੱਤ ਰੈਲੀ ਖੁਸ਼ੀ 'ਚ ਕੱਢੀ। ਕੀਤੀ ਹੈ। ਮੈਂ ਹੋਰ ਦੱਸਦਾ ਅਜੇ, ਉਹਨੂੰ ਟਿਕਾ ਕੇ ਕਿਹਾ ਸੀ ਵੀ ਤੈਨੂੰ ਹਰਾ ਦੇਣਾ। ਓਕੇ, ਹਰ ਇੱਕ ਮੁਲਾਜ਼ਮ ਐਲਾਨੀਆਂ ਸੀ, ਰੈਲੀਆਂ ਹੋਈਆਂ। ਆਖਰੀ ਰੈਲੀ ਮਨਪ੍ਰੀਤ ਦੇ ਹਲਕੇ ਦੇ ਵਿੱਚ ਚੋਣਾਂ ਤੋਂ 3-4 ਦਿਨ ਪਹਿਲਾਂ ਹੋਈ। ਓਕੇ, ਇਹ ਉਹਨੂੰ ਦੱਸਣ ਲਈ ਵੀ ਹਰਾਉਣਾ ਤੈਨੂੰ। ਹਰ ਇੱਕ ਮੁਲਾਜ਼ਮ ਲੀਡਰ ਨੇ ਇਹ ਅਨਾਉਂਸ ਕਰਤਾ ਸੀ ਵੀ ਮਨਪ੍ਰੀਤ ਬਾਦਲ ਨੂੰ ਅਸੀਂ ਵਿਧਾਨ ਸਭਾ ਦੀਆਂ ਜਿਹੜੀਆਂ ਪੌੜੀਆਂ ਇਸ ਵਾਰ ਚੜ੍ਹਨ ਨਹੀਂ ਦੇਵਾਂਗੇ। ਇਹ ਪਲੈਜ ਕਰ ਲਿਆ ਸੀ, ਇਹ ਪਲੈਜ ਕਰ ਲਿਆ। ਸਾਰਿਆਂ ਨੇ ਕਸਮ ਖਾ ਲਈ ਸੀ, ਸਾਰੇ ਮੁਲਾਜ਼ਮਾਂ ਨੇ, ਵੀ ਨਹੀਂ ਚੜ੍ਹਨ ਦੇਵਾਂਗੇ, ਤੇ ਨਹੀਂ ਚੜ੍ਹਨ ਦਿੱਤੇ। ਤੁਹਾਡਾ ਮਤਲਬ ਇਹ ਅਗਲੀਆਂ ਸਰਕਾਰਾਂ ਨੂੰ ਵੀ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ। ਮੈਂ ਦੱਸਦਾ ਤੁਹਾਨੂੰ ਇੱਕ ਚੀਜ਼ਾਂ ਹੋਰ ਦੱਸਦਾ ਜੀ। ਤੇ ਇਸ ਤੋਂ ਇਲਾਵਾ ਇੱਥੇ ਹੀ ਬੱਸ ਨਹੀਂ ਹੈਗੀ, ਜਿਹੜੀ 4/9/14 ਦੀ ਆਪਾਂ ਗੱਲ ਕਰ ਰਹੇ ਸੀ, ਉਹ ਹੁਣ ਬਿਲਕੁਲ ਹੀ ਬੰਦ ਹੈ ਇਸ ਟਾਈਮ। ਪਹਿਲਾਂ ਤਾਂ ਸ਼ੁਰੂ ਕੀਤੀ 2006 ਚ ਕੈਪਟਨ ਸਰਕਾਰ ਨੇ, ਤੇ ਕੈਪਟਨ ਸਰਕਾਰ ਨੇ ਆ ਕੇ ਉਹਦਾ ਜਿਹੜਾ ਬੰਦ ਕੀਤਾ, ਜਿਹੜਾ ਉਹਦਾ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ ਵੀ ਹਾਇਰ ਸਕੇਲ ਮਿਲਦਾ ਸੀ ਔਰ ਇੰਕਰੀਮੈਂਟ ਮਿਲਦੀ ਸੀ, ਹਾਇਰ ਸਕੇਲ ਬੰਦ ਕਰਤਾ ਤੇ ਇੰਕਰੀਮੈਂਟ ਰਹਿਣ ਦਿੱਤੀ। ਤੇ ਐਟ ਪ੍ਰੈਜ਼ੈਂਟ ਜਿਹੜੀਆਂ ਇਹਨਾਂ ਨੇ ਉਹ ਇੰਕਰੀਮੈਂਟ ਵੀ ਦੇਣੀ ਹੈ ਉਹ ਬੰਦ ਕਰਤੀ। ਹਾਲ ਦੀ ਘੜੀ 4/9/14 ਦੀ ਕੋਈ ਵੀ ਸਕੀਮ ਹੈ ਉਹ ਹੋਂਦ 'ਚ ਨਹੀਂ ਹੈਗੀ, ਸਾਰੀ ਬੰਦ ਹੋ ਚੁੱਕੀ ਹੈ, ਕੋਈ ਨਹੀਂ ਖੋਲ੍ਹੀ ਹੋਈ। ਇਸ ਤੋਂ ਇਲਾਵਾ ਜਿਹੜੀ
ਇੱਕ ਕਾਂਗਰਸ ਸਰਕਾਰ ਨੇ ਇੱਕ ਚੀਜ਼ ਅਕਾਲੀ ਸਰਕਾਰ ਕਰਕੇ ਗਈ ਸੀ ਵੀ ਜਿਹੜਾ 2011 ਦੇ ਵਿੱਚ ਰਿਵੀਜ਼ਨ ਹੋਈ ਸੀ ਉਹਨੂੰ ਦੇਖਦੇ ਹੋਏ ਜਿਹੜੀ ਨਵੀਂ ਭਰਤੀ ਕਰਨੀਆਂ ਸੀ ਉਹਨੂੰ ਅਸੀਂ ਅੰਡਰ ਪ੍ਰੋਬੇਸ਼ਨ ਦੇ ਵਿੱਚ ਸਿਰਫ ਬੇਸਿਕ ਪੇ ਦੇਣੀ ਆ। ਉਹ ਸਾਡੀ ਜਿਹੜੀ ਨੌਜਵਾਨੀ ਨਾਲ ਕਲੰਕ ਹੈ, ਬਹੁਤ ਬੜਾ ਕਲੰਕ ਨਵੀਂ ਪੀੜ੍ਹੀ ਲਈ। ਜੇ ਹੁਣ ਗਵਰਨਮੈਂਟ ਨੇ ਕਹਿਤਾ ਵੀ ਅਸੀਂ ਤੁਹਾਨੂੰ 2011 ਦੇ ਰਿਵੀਜ਼ਨ ਦੇ ਸਕੇਲ ਰਿਵੀਜ਼ਨ ਨਹੀਂ ਮੰਨ ਰਹੇ ਤੇ ਉਹ ਰਿਵੀਜ਼ਨ ਤੁਹਾਡੀ ਨੋਸ਼ਨਲ ਪੇ ਫਿਕਸ ਕਰਕੇ ਉਹਦੇ ਤੇ ਤੁਹਾਨੂੰ ਫਿਕਸੇਸ਼ਨਾਂ ਕਰਨੀਆਂ ਨੇ ਤਾਂ ਫਿਰ 15/1/15 ਉਸੇ ਟਾਈਮ ਵਾਪਸ ਲੈਣਾ ਬਣਦਾ ਹੈ ਜਿਹੜਾ ਹੁਣ ਤੱਕ ਨਹੀਂ ਲਿਆ ਗਿਆ। ਉਸ ਤੋਂ ਬਾਦਲ ਬਾਅਦ ਸਰਕਾਰ ਵੇਲੇ 15/1/15 ਆਇਆ ਸੀ ਨਾ। ਅੱਛਾ, ਓਕੇ, 15/1/15 ਉਹੀ ਬੇਸਿਕ ਪੇ ਆ ਜਿਹੜੀ ਦੇਣੇ 3 ਸਾਲ। ਹਾਂ, ਉਸ ਤੋਂ ਬਾਅਦ ਹੁਣ ਜਿਹੜੀ ਇਮੀਡੀਏਟ ਕਰਨੇ ਵਾਲੀ ਗੱਲ ਆਪ ਸਰਕਾਰ ਦੇ ਲਈ ਉਹ ਇਹ ਹੈ, ਬੇਨਤੀ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਵੀ ਇੱਕ 17/7/2020 ਨੂੰ ਇੱਕ ਜਿਹੜਾ ਕਾਂਗਰਸ ਸਰਕਾਰ ਇੱਕ ਮਾਰੂ ਪੱਤਰ ਲੈ ਕੇ ਆਈ ਸੀ, ਜਿਵੇਂ ਅਸੀਂ ਖੇਤੀ ਕਾਨੂੰਨ ਕਹਿੰਦੇ ਆ ਵੀ ਕਾਲੇ ਕਾਨੂੰਨ ਸੈਂਟਰ ਦੇ ਲਾਗੂ ਕਰਤੇ ਪੰਜਾਬ ਤੇ, ਉਵੇਂ 17/7/2020 ਦਾ ਜਿਹੜਾ ਲੈਟਰ ਹੈ ਉਹ ਕਾਂਗਰਸ ਸਰਕਾਰ ਨੇ ਪੰਜਾਬ ਤੇ ਲਾਗੂ ਕਰਤਾ ਵੀ ਸੈਂਟਰ ਦੇ ਪੇ ਕਮਿਸ਼ਨ ਅਸੀਂ ਆਪਣੇ ਬੱਚਿਆਂ ਨੂੰ ਦੇਣੇ ਆ। ਜੇ ਤੁਸੀਂ ਸੈਂਟਰ ਦੇ ਪੇ ਕਮਿਸ਼ਨ ਅਪਟ ਕਰ ਲਏ ਤਾਂ ਉਹਨਾਂ ਦੇ ਅਲਾਉਂਸਸ ਵੀ ਦਿਓ, ਦੇਣੀ ਬੇਸਿਕ ਆ ਪਰ ਸੈਂਟਰ ਦੇ ਦੇਣੇ ਆ। ਤੇ ਸਿਰੇ ਤੋਂ ਖੰਡਨ ਕਰਦੇ ਆ ਇਹਨਾਂ ਚੀਜ਼ਾਂ ਦਾ ਤੇ ਅਪੀਲ ਕਰਦੇ ਆ ਮੌਜੂਦਾ ਸਰਕਾਰ ਨੂੰ ਵੀ ਇਹ ਲੈਟਰ ਹੈ। ਸ਼ਾਇਦ ਆਪ ਨੇ ਆਪਣੇ ਮੈਨੀਫੈਸਟੋ 'ਚ ਜਾਂ ਗਰੰਟੀ ਦੀ ਗੱਲ ਕਹੀ ਹੈ, ਮੈਨੀਫੈਸਟੋ ਨਹੀਂ, ਉਹਨਾਂ ਨੇ ਗਰੰਟੀ ਜਿਹੜੀ ਕੀਤੀਆਂ ਨੇ ਉਹ ਅਜੇ ਉਹਨਾਂ ਨੂੰ ਪੂਰੇ ਕਰਨ ਲੱਗੇ ਹੋਏ ਨੇ। ਮੈਨੂੰ ਲੱਗਦਾ ਮੁਲਾਜ਼ਮਾਂ ਦੀ ਇਹ ਗੱਲ ਨਹੀਂ ਕਿ ਵੀ ਇਹ ਜਿਹੜਾ ਕੇਂਦਰੀ ਪੇ ਕਮਿਸ਼ਨ ਲਾਗੂ ਕੀਤਾ ਉਹ ਖਤਮ ਸੁਣਨ 'ਚ ਤਾਂ ਆਇਆ ਸੀ ਕਿਤੇ ਨਾ ਕਿਤੇ ਵੀ ਇਹ ਖਤਮ ਕੀਤਾ ਜਾਊਗਾ, ਪਰ ਖਤਮ ਹੋਣਾ ਵੀ ਚਾਹੀਦਾ। ਔਰ ਜੇ ਨਏ ਚੀਜ਼ਾਂ ਜਿਹੜੀਆਂ ਸਾਡੇ ਯੂਥ ਦੇ ਲਈ, ਪੰਜਾਬ ਦੇ ਭਵਿੱਖ ਦੇ ਲਈ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ, ਇੱਕ 15/1/15 ਇੱਕ 17/7/20 ਜੇ ਆਪ ਸਰਕਾਰ ਇਹਨੂੰ ਜਲਦੀ ਖਾਲੀ ਨਹੀਂ ਕਰੂਗੀ, ਮਤਲਬ ਖਤਮ ਨਹੀਂ ਕਰੂਗੀ, ਤਾਂ ਜਿਹੜੇ ਨਾਰਿਆਂ ਦੀ ਗੂੰਜ ਕੈਪਟਨ ਸਰਕਾਰ ਦੇ, ਕਾਂਗਰਸ ਸਰਕਾਰ ਦੇ ਵਿੱਚ ਚੱਲਦੀ ਰਹੀ ਹੈ ਉਹ ਬਹੁਤ ਜਲਦ ਹੈ ਜਿਹੜੀ ਉਹ ਸ਼ੁਰੂ ਹੋ ਜਾਊਗੀ। ਕਿਉਂਕਿ ਜਿਹੜਾ ਪੰਜਾਬ ਦਾ ਯੂਥ ਹੈ ਜਾਂ ਪੰਜਾਬ ਦਾ ਜਿਹੜਾ ਨਵਾਂ ਮੁਲਾਜ਼ਮ ਹੈ ਉਹ ਇੰਨੀ ਦੇਰ ਉਹ ਵੇਟ ਨਹੀਂ ਕਰਨਗੇ। ਸਿਰਫ ਇਹ ਹੈ ਵੀ ਵੇਟ ਕਰਦੇ ਆ ਵੀ ਚਲੋ ਕੋਈ ਗੱਲ ਨਹੀਂ, ਨਵੀਂ ਸਰਕਾਰ ਹੈ, ਪੈਰ ਲੱਭਣ ਦਿਓ। ਆਉਣ ਵਾਲੇ ਬਜਟ ਸੈਸ਼ਨ ਤੋਂ ਮੁਲਾਜ਼ਮਾਂ ਨੂੰ ਬਹੁਤ ਆਸਾਂ ਨੇ ਸਰਕਾਰ ਤੋਂ, ਤੇ ਉਹ ਆਸਾਂ ਕਿੰਨੀਆਂ ਕੁ ਪੂਰੀਆਂ ਹੁੰਦੀਆਂ ਨੇ ਉਹ ਅੱਗੇ ਜਾ ਕੇ ਪਤਾ ਲੱਗੂਗਾ। ਜੂਨ 'ਚ ਬਜਟ ਆ ਜਾਣਾ, ਜੂਨ 'ਚ ਬਜਟ ਸੈਸ਼ਨ। ਚਲੋ ਸਰ, ਮੈਨੂੰ ਇਹ ਦੱਸੋ, ਜਦੋਂ ਮਨਦੀਪ ਸਿੱਧੂ ਉਹਨਾਂ ਨੇ ਕਿਹਾ ਵੀ ਨਹੀਂ ਤਾਂ ਫਿਰ ਦੁਬਾਰਾ ਨਾਰੇ ਗੂੰਜਣਗੇ, ਤੁਸੀਂ ਬੜੇ ਗਦਗਦ ਹੋਏ। ਇਹ ਨਾਰੇ ਖੁਰਾਕ ਹੈ ਢਿੱਲੋਂ ਦੇ? ਨਹੀਂ, ਮੇਰੀ ਖੁਰਾਕ ਨਹੀਂ, ਸਰਕਾਰਾਂ ਨੂੰ ਇਹ ਦੱਸਣ ਵਾਸਤੇ ਕਿ ਅਸੀਂ ਸੁੱਤੇ ਹੋਏ ਨਹੀਂ ਗੇ, ਅਸੀਂ ਜਾਗਦੇ ਹਾਂ। ਆਪਣੀ ਹੋਂਦ ਦੱਸਣ ਦਾ ਇੱਕ ਰਸਤਾ ਹੈ। ਔਰ ਹੁਣੇ ਮਤਲਬ ਵੀ ਪੈਨਸ਼ਨਰ ਔਰ ਮੁਲਾਜ਼ਮਾਂ ਦਾ ਜਿਹੜਾ ਸਾਂਝਾ ਫਰੰਟ ਆ, ਉਹਨੇ ਫੈਸਲਾ ਕੀਤਾ ਕਿ ਫਾਈਨਾਂਸ ਮਿਨਿਸਟਰ ਦੇ ਘਰ ਸੰਗਰੂਰ 'ਚ ਕਿਦਨ ਡੇਟ ਕਿਹੜੀ ਹੈ? 8 ਮਈ ਨੂੰ 500 ਬੰਦਿਆਂ ਦਾ ਜਾਂ ਇਸ ਤੋਂ ਵੱਧ ਦਾ ਮਾਸ ਡੈਪੂਟੇਸ਼ਨ ਉਹਨੂੰ ਹਰਪਾਲ ਚੀਮਾ ਉਹਨਾਂ ਦੇ ਘਰ ਜਾਊਗਾ। ਹਾਂ, ਇਹ ਸ਼ੁਰੂਆਤ ਆ ਸ਼ਾਂਤਮਈ ਢੰਗ ਨਾਲ। ਕਈ ਤਾਂ ਇਸ ਤਰ੍ਹਾਂ ਹੀ ਹੁੰਦਾ। ਨਹੀਂ, ਸ਼ਾਂਤਮਈ ਨਹੀਂ ਜਾਏਗਾ ਕਹੀਦਾ। ਇਹ ਤੇ ਸਮਾਂ ਦੱਸਦਾ ਨਾ। ਢਿੱਲੋਂ ਸਾਹਿਬ ਨਾਰਿਆਂ ਤੋਂ ਬਿਨਾਂ ਤੇ ਆ ਨਹੀਂ ਸਕਦੇ। ਮੈਂ ਥੋੜਾ ਕਰਦਾ, ਲੋਕਾਂ ਦੀ। ਤੁਸੀਂ ਸੰਗਰੂਰ ਜਾਓਗੇ ਹੁਣ ਤੇ 90 ਸਾਲਾਂ ਦੇ ਹੋ ਗਏ, ਆਰਾਮ ਕਰੋ ਥੋੜਾ ਬਹੁਤਾ। ਚਲੋ ਦੇਖਦੇ ਆ। ਮੇਰਾ ਜੀ ਤੇ ਕਰਦਾ ਕਈਆਂ ਬੰਦਿਆਂ ਨੂੰ ਮੁੜ ਕੇ ਮਿਲਾਵਾਂਗੇ, ਕੀ ਪਤਾ ਮੁੜ ਕੇ ਮਿਲਿਆ ਜਾਣਾ ਕਿ ਨਹੀਂ। ਨਹੀਂ, ਤੁਸੀਂ ਨਹੀਂ ਜਾਂਦੇ ਕਿਤੇ, ਤੁਸੀਂ ਮਾਨ ਦੀ ਸਰਕਾਰ ਲੱਗਦਾ ਹੰਢਾ ਕੇ ਜਾਓਗੇ। ਚਲੋ ਦੇਖੋ। ਚਲੋ ਸਾਹਿਬ, ਤੁਸੀਂ ਥੋੜਾ ਜਿਹਾ ਦੱਸੋ, ਮਨਦੀਪ ਹੋਣਾ ਨੂੰ, ਠਾਕਰ ਸਾਹਿਬ ਨੂੰ ਸੁਣਿਆ ਤੁਸੀਂ, ਇਹ ਬਹੁਤ ਵੱਡੀ ਅਮਾਊਂਟ ਆ। ਇਹ ਤਾਂ ਕਹਿ ਰਹੇ 8000 ਕਰੋੜ ਤੇ ਡੀਏ ਦਾ ਹੀ ਬਕਾਇਆ ਰਹਿੰਦਾ। ਪੇ ਰਿਵੀਜ਼ਨ 5.5 ਸਾਲ ਦਾ ਏਰੀਆ, ਪੈਨਸ਼ਨ ਰਿਵੀਜ਼ਨ ਦਾ ਏਰੀਅਰ, ਉਹ ਤੇ ਬਣ ਜੂਗਾ ਕਿਤੇ ਮੈਨੂੰ ਲੱਗਦਾ 20-25 ਲੱਖ ਕਰੋੜ, 1000 ਕਰੋੜ ਉਹ ਮਿਲੂਗਾ, ਦੇ ਦੇਗੀ ਮਾਨ ਸਰਕਾਰ। ਲੱਗਦਾ ਨਹੀਂ ਵੀ ਉਹ ਖਤਮ ਕਹਾਣੀ। ਅੱਜ ਤੱਕ ਜਿਹੜਾ ਅਸੀਂ ਨਾਰਾ ਦਿੱਤਾ ਕਿ ਅਸੀਂ ਸਾਡੀ ਆਹ ਮੰਗਿਆ, ਅਸੀਂ ਮਨਾ ਕੇ ਹਟੇ ਆ। ਕਿੱਥੇ ਮੰਨੀ ਗਈ? ਨਾ ਬਾਦਲ ਸਰਕਾਰ ਚ, ਨਾ ਕੈਪਟਨ ਚ, ਨਾ ਚੰਨੀ ਚ। ਕੋਈ ਗੱਲ ਨਹੀਂ। 15/1/15 ਗੱਲ ਇਹ ਆ ਕਿ 17/7/20 ਉੱਥੇ ਹੀ ਖੜਾ। ਗੱਲ ਇਹ ਕਿ ਜਿਨ੍ਹਾਂ ਨੇ ਨਹੀਂ ਮੰਨਿਆ ਉਹਨਾਂ ਨੂੰ ਚੱਲਦਾ ਵੀ ਕੀਤਾ ਵਾ। ਓਕੇ, ਇਹ ਤਾਂ ਨਹੀਂ ਮਤਲਬ ਵੀ ਉਹਨਾਂ ਦੀ ਗੱਲ ਨੂੰ ਅਸੀਂ ਮਤਲਬ ਵੀ ਐਂਡੋਰਸ ਕਰ ਦਈਏ। ਪਰ ਚੰਨੀ ਸਾਹਿਬ ਨੇ ਤੇ ਪੇ ਕਮਿਸ਼ਨ ਬੜਾ ਕੁਝ ਦਿੱਤਾ, ਤੁਸੀਂ ਦੋਨਾਂ ਹਲਕਿਆਂ 'ਚ ਮਾਂਜਾ ਫੇਰਤਾ। ਦਿੱਤਾ ਹੀ ਕੱਖ ਨਹੀਂ ਉਹਨੇ। ਡੀਏ ਤਾਂ ਦੇ ਦਿੱਤਾ ਸੀ। ਕਿੰਨੇ % ਡੀਏ ਦਿੱਤਾ? ਡੀਏ ਦਾ ਤਰਲੋਚਨ ਜੀ, ਡੀਏ
ਦਾ ਐਲਾਨ ਦਿੱਤਾ ਨਹੀਂ ਕੀਤਾ ਹੈਗਾ। ਕਿ ਜੁਲਾਈ ਤੋਂ ਦੇਵਾਂਗੇ। ਜਾਂਦੇ ਡੀਏ ਕੁਝ 11% ਨਹੀਂ ਮੈਂ ਦੱਸਦਾ ਜੁਲਾਈ ਤੋਂ ਦੇਵਾਂਗੇ, ਲੇਕਿਨ ਫਾਈਨਾਂਸ ਮਹਿਕਮੇ ਨੇ ਨਵੰਬਰ ਤੋਂ ਦੇਤਾ। ਨੰਬਰ ਤੋਂ ਮਤਲਬ ਵੀ ਫਾਈਨਾਂਸ ਮਹਿਕਮਾ ਅਸਲ ਵਿੱਚ ਮੈਨੂੰ ਯਾਦ ਹੈ ਉਸ ਪ੍ਰੈਸ ਕਾਨਫਰੰਸ 'ਚ ਮੈਂ ਸ਼ਾਮਲ ਸੀ। ਮੈਂ ਪੁੱਛਿਆ ਵੀ ਚੰਨੀ ਸਾਹਿਬ ਡੀਏ ਕਦੋਂ ਤੋਂ ਦੇਣਾ। ਉਹਨਾਂ ਨੇ ਫਿਰ ਕੋਈ ਅਧਿਕਾਰੀ ਸੀ ਉਹਨੂੰ ਬੁਲਾ ਕੇ ਪੁੱਛਿਆ। ਹਾਂ ਹੁਸਨ ਲਾਲ ਜੀ ਸੀ ਉਹਨਾਂ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੀ, ਔਰ ਉਹ ਉਹਨਾਂ ਦੇ ਕੰਨ 'ਚ ਕੋਈ ਦੱਸਿਆ ਕਹਿੰਦੇ 1 ਜੁਲਾਈ ਤੋਂ, ਪਰ ਅਗਲੇ ਦਿਨ ਨੋਟੀਫਿਕੇਸ਼ਨ 1 ਨਵੰਬਰ ਤੋਂ ਆਇਆ ਸੀ। ਅਸਲ ਵਿੱਚ ਪੰਜਾਬ ਦੇ ਵਿੱਚ ਰਾਜ ਭਾਗ ਆਫੀਸਰਸ ਦਾ ਵਾ, ਬਿਊਰੋਕਰੇਸੀ ਦਾ, ਟੌਪ ਹੈਵੀ ਬਿਊਰੋਕਰੇਸੀ ਆ। ਮਤਲਬ ਵੀ ਇੱਕ IAS ਅਫਸਰ ਆਉਂਦਾ 6-7 ਪ੍ਰਮੋਸ਼ਨਾਂ ਲੈ ਲੈਂਦਾ। ਅਸਲ ਵਿੱਚ ਦੇਖੋ ਨਾ IAS IPS ਅਫਸਰ ਜਿਹੜੇ ਨੇ ਉਹਨੂੰ ਨਾਲ ਦੀ ਨਾਲ ਡੀਏ, ਉਹ ਵੀ ਕੈਸ਼, 6ਵਾਂ 7ਵਾਂ ਸੈਂਟਰ ਦਾ ਤਨਖਾਹ ਕਮਿਸ਼ਨ ਕਈ ਸਾਲ ਪਹਿਲੋਂ ਲੈ ਲਿਆ ਤੇ ਪੂਰਾ ਉਹਨਾਂ ਨੇ ਏਰੀਅਰ ਵੀ ਲੈ ਲਿਆ। ਹਾਂਜੀ, ਤੁਹਾਨੂੰ ਦੇਣ ਲੱਗਿਆ ਕਹਿੰਦੇ ਖਜ਼ਾਨਾ ਖਾਲੀ। ਪੰਜਾਬ ਦੇ ਵਿੱਚ ਹੈ ਹੀ ਅਫਸਰਾਂ ਦਾ ਰਾਜ ਆ, ਇੱਥੇ ਪੋਲੀਟੀਕਲ ਰਾਜ ਨਹੀਂ ਹੈ ਅਜੇ ਵੀ। ਹੁਣ ਤੇ ਕੇਜਰੀਵਾਲ ਸਾਹਿਬ ਮਾਨ ਸਾਹਿਬ ਦੀ ਸਰਕਾਰ ਆ, ਹੁਣ ਤੇ ਨਹੀਂ ਅਫਸਰਾਂ ਦਾ ਰਾਜ। ਕਿਹੜਾ ਫੈਸਲਾ ਮਤਲਬ ਵੀ ਇਹੋ ਜਿਹਾ ਮਤਲਬ ਇਹਨਾਂ ਨੇ ਕੀਤਾ ਜੇ ਤੋਂ ਅਫਸਰ ਨਜ਼ਰ ਨਾ ਆਉਂਦੇ ਹੋਣ। ਅਫਸਰਾਂ ਦੀ ਅਜੇ ਮਨਮਰਜ਼ੀ ਚੱਲਣ ਰਹੀ ਆ। ਓਕੇ ਬਾਕੀ ਬਹੁਤੀ ਗੱਲ ਕਲੀਅਰ ਹੋ ਜੂ 2-4 ਮਹੀਨਿਆਂ ਦੇ ਵਿੱਚ। ਅਸਲ ਵਿੱਚ ਜਦ ਤੱਕ ਇਹ ਸਿਸਟਮ ਨੂੰ ਨਹੀਂ ਹਿਲਾਉਂਦੇ, ਨਾਲੇ ਲੋਕਾਂ ਕੋ ਵੋਟਾਂ ਲੈਣ ਲੱਗਿਆ ਕਿ ਅਸੀਂ ਸਿਸਟਮ ਚੇਂਜ ਕਰਨ ਲੱਗੇ ਹਾਂ, ਤੇ ਚੇਂਜ ਕਿਹੜਾ ਹੋਇਆ? ਸਿਸਟਮ ਕੋਈ ਚੇਂਜ ਨਹੀਂ ਹੋਇਆ। ਚਲੋ ਹਾਲੇ ਤੇ 1.5 ਮਹੀਨਾ ਹੋਊਗਾ। ਠਾਕਰ ਸਾਹਿਬ ਹੁਣ ਤੁਸੀਂ ਮੋਟੇ ਤੌਰ ਤੇ ਜਿਵੇਂ ਢਿੱਲੋਂ ਸਾਹਿਬ ਨੇ ਦੱਸਿਆ 8 ਮਈ ਨੂੰ ਫਰਿਆਦ ਕਰਨ ਜਾਓਗੇ ਤੁਸੀਂ ਵਿੱਤ ਮੰਤਰੀ ਜਿਹੜੇ ਨਵੇਂ ਨੇ ਹਰਪਾਲ ਚੀਮਾ ਉਹਨਾਂ ਕੋਲੋਂ। ਮੁੱਖ ਤੌਰ ਤੇ ਉਹਨਾਂ ਕੋਲੋਂ ਕੀ ਮੰਗ ਕਰੋਗੇ ਤੁਸੀਂ? ਜਦੋਂ ਹਰਪਾਲ ਚੀਮਾ ਜੀ LOP ਸੀਗੇ, ਲੀਡਰ ਆਫ ਆਪੋਜੀਸ਼ਨ ਸੀਗੇ, ਅਸੀਂ ਉਹਨਾਂ ਨੂੰ ਕੋਈ ਡੈਪੂਟੇਸ਼ਨ ਲੈ ਕੇ ਬੜੇ ਵਧੀਆ ਲੀਡਰ ਨੇ, ਗੱਲ ਸੁਣਦੇ ਨੇ ਲੀਡਰ। ਅਸੀਂ ਉਸ ਨੂੰ ਮਿਲੇ ਸੀਗੇ ਜੀ, ਆਪਣੀ ਮੰਗ ਲੈ ਕੇ। ਹਾਂਜੀ, ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਮੈਂ ਸਰਕਾਰ ਨੂੰ ਲਿਖ ਦੇਣਾ 2.59 ਨਾਲ ਸਾਡੀ ਪੈਨਸ਼ਨ ਸੁਧੀ ਜਾਵੇ। ਮੇਰੇ ਕੋਲ ਲੈਟਰ ਹੈ ਉਹਨਾਂ ਦਾ ਲਿਖਿਆ ਹੋਇਆ, ਜਿਹੜਾ CM ਨੂੰ ਲਿਖਿਆ ਹੋਇਆ। ਹੁਣ ਤੁਸੀਂ ਉਹੀ ਉਹਨਾਂ ਨੂੰ ਦਿਖਾਓਗੇ? ਹਾਂ, ਇਹ ਉਹਨਾਂ ਦਾ ਵਿਰੋਧੀ ਧਿਰ ਦਾ ਲੀਡਰ ਖਜ਼ਾਨਾ ਮੰਤਰੀ ਬਣ ਗਿਆ। ਹਾਂ, ਹੁਣ ਖਜ਼ਾਨਾ ਮੰਤਰੀ। ਤੇ ਉਹਨਾਂ ਨੂੰ ਮੈਂ ਲੈਟਰ ਵੀ ਲਿਖਿਆ ਹੁਣ ਰੀਸੈਂਟਲੀ, ਇਹ 2-4 ਨੂੰ, ਸਾਡੀਆਂ ਮੰਗਾਂ ਦੇ ਸੰਬੰਧ ਵਿੱਚ। ਉਹ ਲੈਟਰ ਤੁਸੀਂ ਤੇ ਲੱਗਦਾ ਕੜਿੱਕੀ 'ਚ ਫਸਾ ਲਿਆ ਹੁਣ। ਉਹਨਾਂ ਨੂੰ ਇਹੀ ਕਹਿਣਾ ਵੀ ਪਹਿਲੋਂ ਲਿਖਿਆ ਇਹ ਵਿਰੋਧੀ ਧਿਰ ਦਾ ਲੀਡਰ, ਹੁਣ ਲਿਖ ਦਿਓ ਖਜ਼ਾਨਾ ਮੰਤਰੀ, ਸਾਈਨ ਕਰਕੇ ਦੇ ਦਿਓ। ਨਹੀਂ ਜਨਾਬ, ਲਿਖਿਆ ਇਹਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਹੁਣ ਵਿੱਤ ਮੰਤਰੀ ਪੰਜਾਬ। ਮਾਫ ਕਰਨਾ। ਨਹੀਂ, ਮੈਂ ਤੁਸੀਂ ਹੁਣ ਇਹੀ ਮੰਗ ਕਰੋਗੇ ਨਾ ਵੀ ਥੱਲੇ ਸਟੈਂਪ ਚੇਂਜ ਕਰਕੇ ਸਾਈਨ ਉਹੀ ਆ ਤੁਹਾਡੇ ਹਰਪਾਲ ਚੀਮਾ ਦੇ। ਹਾਂਜੀ, ਵੀ ਹੁਣ 2.59 ਤੁਸੀਂ ਕਿਹਾ ਸੀਗਾ ਦਿੱਤਾ ਜਾਵੇ, ਵੀ ਇਹ ਦੇਣਾ ਬਣਦਾ ਤੁਹਾਨੂੰ 2.59। ਇੱਥੇ ਮੈਂ ਗੱਲ ਹੋਰ ਵੱਡੀ ਤੁਹਾਡੀ ਗੱਲ ਕਰਨਾ ਵੀ 2.59 ਉਹਨੇ ਪੁੱਛਿਆ ਸੀਗਾ ਵੀ ਤੁਹਾਨੂੰ ਇਹ ਸੈਂਟਰ ਗਵਰਨਮੈਂਟ ਨੇ 257 ਦਿੱਤਾ, ਪੰਜਾਬ ਨੇ 2.59 ਕਿਉਂ ਦੇ ਰਹੇ ਨੇ? ਮੈਂ ਕਿਹਾ ਜੀ ਇਹ ਤੁਹਾਡਾ ਬਹੁਤ ਵਧੀਆ ਪ੍ਰਸ਼ਨ ਆ ਸਾਨੂੰ ਜਿਹੜਾ ਤੁਸੀਂ ਕੀਤਾ ਹੈਗਾ। ਚੀਮਾ ਸਾਹਿਬ ਨੇ ਕਿਹਾ? ਚੀਮਾ ਸਾਹਿਬ ਨੇ ਕਿਹਾ ਸੀਗਾ ਉਸ ਮੌਕੇ, ਫਰੈਂਡਲੀ ਸੀ, ਬੈਠੇ ਗੱਲ ਕਰ ਰਹੇ ਸੀਗੇ ਤੇ ਬਹੁਤ ਵਧੀਆ ਗੱਲ ਹੋਈ ਸੀ ਇਹ। ਤੇ ਮੈਂ ਕਿਹਾ ਜੀ ਅਸਲ ਵਿੱਚ 2009 ਦੇ ਵਿੱਚ ਜੋ ਸਾਡੇ ਮੁਲਾਜ਼ਮਾਂ ਦੀ ਪੈਨਸ਼ਨਰਾਂ ਦੀ ਤਨਖਾਹ ਤੇ ਪੈਨਸ਼ਨ ਰਿਵਾਈਜ਼ ਹੋਈ ਆ, ਉਹ ਘਾਟੇ ਦੀ ਹੋਈ ਸੀਗੀ। ਮੈਂ ਸਾਡੇ ਮੁਲਾਜ਼ਮ ਤੇ ਪੈਨਸ਼ਨਰ ਨਹੀਂ ਮੰਨ ਰਹੇ, ਪਰ ਮੈਂ ਕਹਿ ਰਿਹਾ ਘਾਟੇ ਦੀ ਹੈ। ਅੱਛਾ, ਮੈਂ ਕਿਹਾ ਹੁਣ ਉਹ ਘਾਟਾ ਕੀ ਹੋਇਆ? ਹੁਣ 2.59 ਕਿਉਂ ਦੇਣਾ ਪੈ ਗਿਆ ਉਹਨਾਂ ਨੂੰ? ਵਾਈ ਮੈਂ ਆ ਘਾਟਾ ਸੀ 2% ਦਾ, ਜਿਹੜਾ ਸੀ 2% 1906 ਤੋਂ ਲੈ ਰਹੇ ਸੀ, 2006 ਤੋਂ ਘਾਟੇ ਦੀ ਤਨਖਾਹ ਤੇ ਘਾਟੇ ਦੀ ਪੈਨਸ਼ਨ ਲੈ ਰਹੇ ਹਾਂ। ਤੇ ਉਹ ਕਹਿੰਦਾ ਕਿਸ ਤਰ੍ਹਾਂ? ਮੈਂ ਕਿਹਾ ਜੀ ਉੱਥੇ 7000 ਬੇਸਿਕ ਹੈ, ਸਾਡੀ ਕਿੰਨੀ ਹੈ? 6500, 6700, 6950। ਹੁਣ ਉਹਨੂੰ 18000 ਕਰਨ ਵਾਸਤੇ 2.59 ਦਾ ਗੁਣਕ ਲਿਆਂਦਾ ਇਹਨਾਂ ਨੇ। ਮੈਂ ਕਿਹਾ ਆਹ ਮੋਟੀ ਗੱਲ ਸੀ ਵਿੱਚ ਇਸ ਦੀ। ਮੈਂ ਕਿਹਾ ਇਸ ਲਈ ਇਹ ਜਿਹੜਾ ਸਾਰਾ ਕੁਛ ਹੈ 2.59 ਨਾਲ ਤਾਂ ਹੋਣਾ ਹੀ ਚਾਹੀਦਾ। ਪਹਿਲੀ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਂ ਗੱਲ ਹਰਪਾਲ ਚੀਮਾ ਜੀ ਨੂੰ ਵੀ ਕਹੂੰਗਾ ਕਿ ਹੁਣ ਉਹ ਅੱਗੇ ਉਹ ਲੀਡਰ ਆਫ ਆਪੋਜੀਸ਼ਨ ਸੀਗੇ, ਹੁਣ ਉਹ ਮਾਲਕ ਬਣ ਗਏ, ਮਾਲਕ ਬਣ ਗਏ ਵੀ ਕਿਰਪਾ ਕਰਕੇ ਪੈਨਸ਼ਨਰ ਜਿਹੜਾ ਜੀ ਪੈਨਸ਼ਨਰਜ਼ ਨੂੰ ਜਿਹੜਾ 2.59 ਗੁਣਕ ਹੈਗਾ ਉਹ ਲਾਗੂ। ਅੱਛਾ, ਇੱਕ ਹੋਰ ਪਲੱਸ ਪੁਆਇੰਟ ਹੈ, ਇੱਕ ਤੁਹਾਡੇ ਗੁਰਵੇਲ ਸਿੰਘ ਸਿੱਧੂ ਹੁੰਦੇ ਸੀ, ਉਹ ਫਰੰਟ 'ਚ ਕੰਮ ਕਰਦੇ ਸੀ। ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹ ਵੀ ਇਹ 'ਚ ਹੈਲਪ ਕਰ ਸਕਦੇ। ਉਹ ਵੀ ਹੈਲਪ ਕਰ ਸਕਦੇ ਆ ਜੇਕਰ ਉਹ ਕਰਨਾ ਚਾਹਣ, ਤੇ ਜੇਕਰ ਉਹਨਾਂ ਦੀ ਆਪ ਸਰਕਾਰ ਗੱਲ ਮੰਨਦੀ ਹੈ, ਸੁਣ ਲਵੇ, ਤੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹੋਵਾਂਗੇ। ਹਾਂਜੀ। ਤੇ ਦੂਸਰੀ ਗੱਲ ਜਿਹੜੀ ਹੈਗਾ ਪੈਨਸ਼ਨਾਂ ਲਈ, ਉਹ ਹੈਗਾ ਜੀ ਇਹਨਾਂ ਨੇ ਪੇ ਕਮਿਸ਼ਨ ਨੇ 5.1A ਦੇ ਤਹਿਤ ਸਾਨੂੰ ਇੱਕ ਪ੍ਰੋਵੀਜ਼ਨ ਦਿੱਤੀ ਸੀਗੀ, ਸੁਵਿਧਾ ਦਿੱਤੀ ਸੀ ਵੀ ਇਹਨਾਂ ਦੀ ਨੋਸ਼ਨਲ ਫਿਕਸੇਸ਼ਨ ਕਰਕੇ ਇਹਨਾਂ ਨੂੰ ਲਾਭ ਦਿੱਤਾ ਜਾਵੇ।
ਉਹਦੇ ਤੇ ਸਰਕਾਰ ਤੇ ਵਿੱਤ ਵਿਭਾਗ ਸਾਇਲੈਂਟ ਹੋਈ ਬੈਠੀ ਹੈ। ਓਕੇ, ਉਹ ਲਾਗੂ ਹੀ ਨਹੀਂ ਕਰ ਰਹੀ। ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਹਾਂ ਵੀ ਜਿਹੜਾ ਸਾਡਾ ਪੈਨਸ਼ਨਰ ਹੈ ਉਹ ਜੇ ਪੇ ਕਮਿਸ਼ਨ ਨੇ ਸਾਨੂੰ ਇੱਕ ਸੁਵਿਧਾ ਦਿੱਤੀ ਹੈ, ਉਹ ਸੁਵਿਧਾ ਸਾਨੂੰ 60 ਦਿਨਾਂ 'ਚ ਲਾਗੂ ਕੀਤੀ ਜਾਵੇ। ਹੁਣ ਤਕਰੀਬਨ 29/29/21 ਦਾ ਨੋਟੀਫਿਕੇਸ਼ਨ ਹੈ, 3 ਮਹੀਨੇ ਉਹ ਹੋ ਗਏ, 4 ਮਹੀਨੇ ਇਹ ਹੋ ਗਏ, 7 ਮਹੀਨਿਆਂ ਦੇ ਵਿੱਚ ਸਾਡੀ ਕਿਸੇ ਵੀ ਪੰਜਾਬ ਦੇ ਸਿੰਗਲ ਪੈਨਸ਼ਨਰ ਦੀ ਅਜੇ ਤੱਕ ਨੋਸ਼ਨਲ ਫਿਕਸੇਸ਼ਨ ਨਹੀਂ ਹੋਈ ਹੈ। ਔਰ ਮੇਰਾ ਖਿਆਲ ਆ ਸਾਡੇ ਜਿਉਂਦੇ ਜੀ ਇਹ ਸ਼ਾਇਦ ਨਾ ਹੀ ਹੋਵੇ। ਚਲੋ ਕਾਮਨਾ ਕਰਦੇ ਜਿਉਂਦੇ ਜੀ ਹੋਵੇ। ਮਤਲਬ ਜੀ ਇੱਕ ਦੱਸੋ, ਤੁਸੀਂ ਵੱਡੀ ਜਥੇਬੰਦੀ ਦੇ ਮੁਲਾਜ਼ਮਾਂ ਦੇ ਲੀਡਰ ਜੇ, ਵੈਸੇ ਤੇ ਸਾਂਝੇ ਫਰੰਟ ਵੀ ਬਣੇ ਆ, ਇਹ ਵੀ ਲੀਡਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਇੰਨੇ ਵਰਗ ਬਣ ਗਏ ਆ, ਮੁਲਾਜ਼ਮ, ਆਊਟਸੋਰਸ ਮੁਲਾਜ਼ਮ, ਦਿਹਾੜੀਦਾਰ ਮੁਲਾਜ਼ਮ, ਮਸਟ ਰੋਲ ਮੁਲਾਜ਼ਮ, 17 ਜੁਲਾਈ 2020 ਤੋਂ ਬਾਅਦ ਕੇਂਦਰੀ ਤਨਖਾਹ ਸਕੇਲਾਂ ਵਾਲੇ ਮੁਲਾਜ਼ਮ, ਪੰਜਾਬ ਤਨਖਾਹ ਸਕੇਲਾਂ ਵਾਲੇ ਮੁਲਾਜ਼ਮ, 3 ਸਾਲ ਮੁੱਢਲੀ ਤਨਖਾਹ ਤੇ ਕੰਮ ਕਰਨ ਵਾਲੇ ਮੁਲਾਜ਼ਮ। ਲੱਗਦਾ ਨਹੀਂ ਵੀ ਹੁਣ ਮਨਦੀਪ ਸਿੰਘ ਸਿੱਧੂ ਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰਨਾ ਬਹੁਤ ਔਖਾ। ਸਰਕਾਰ ਨੇ ਕਈ ਹਿੱਸਿਆਂ 'ਚ ਵੰਡ ਦਿੱਤਾ, ਸਾਰਿਆਂ ਦੇ ਆਪਣੇ ਇੰਟਰਸਟ ਨੇ, ਆਪਣੀਆਂ ਮੰਗਾਂ ਨੇ, ਸਿੱਧੂ ਇੱਕੋ ਹੀ ਹੈ ਵੀ ਇਹ ਸਾਰੀਆਂ ਮੰਗਾਂ ਨੂੰ ਕਿਵੇਂ ਤੁਸੀਂ ਜਿਹੜਾ ਆ ਸਰਕਾਰ ਕੋਲ ਰੱਖੋਗੇ, ਸਾਰਿਆਂ ਨੂੰ ਯੂਨਾਈਟ ਕਿਉਂ ਰੱਖੋਗੇ? ਇਹ ਵੱਡੀ ਚੁਣੌਤੀ ਨਹੀਂ ਗੀ? ਨਹੀਂ, ਚੁਣੌਤੀ ਹੈਗੀ ਹੈ, ਪਰ ਇਹ ਹੈ ਵੀ ਇਹ ਨਾਮੁਮਕਿਨ ਨਹੀਂ ਹੈਗਾ। ਇਸ ਨੂੰ ਅਸੀਂ ਜੁਲਾਈ 2021 ਦੇ ਵਿੱਚ ਜਿਹੜਾ ਕਰਕੇ ਦਿਖਾਇਆ ਸੀ, ਤੇ ਉੱਥੇ 1 ਲੱਖ ਦਾ ਜਿਹੜਾ ਇਕੱਠ ਆ ਪਟਿਆਲੇ 'ਚ ਕੀਤਾ ਸੀ। ਉਸ ਪਟਿਆਲੇ ਦੇ ਇਕੱਠ ਦੇ ਵਿੱਚ ਕੋਈ ਵੀ ਮੁਲਾਜ਼ਮ ਜਥੇਬੰਦੀ ਉਸ ਇਕੱਠ ਤੋਂ ਬਾਹਰ ਨਹੀਂ ਸੀ। ਉਸ ਇਕੱਠ ਦੇ ਵਿੱਚ ਸੀਗੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਸਰਕਾਰ ਨੇ ਵੱਖ-ਵੱਖ ਕੈਟਾਗਰੀਆਂ, ਪਹਿਲਾਂ ਹੁੰਦਾ ਇੱਕ ਕੈਟਾਗਰੀ ਵਾਈਜ਼ ਜਾਂ ਜਥੇਬੰਦੀ ਵਾਈਜ਼ ਇੱਕ ਢਾਂਚਾ ਬਣਿਆ ਹੁੰਦਾ, ਪਹਿਲਾਂ ਉਹਨਾਂ ਨੇ ਆਪਣੇ ਲੈਵਲ ਤੇ ਲੜਨਾ ਹੁੰਦਾ, ਸਰਕਾਰ ਨਾਲ ਗੱਲਬਾਤ ਕਰਨੀ ਹੁੰਦੀ, ਆਪਣੇ ਡਿਪਾਰਟਮੈਂਟਸ ਨਾਲ ਮੀਟਿੰਗਾਂ ਕਰਨੀਆਂ ਹੁੰਦੀਆਂ ਨੇ। ਜਦੋਂ ਅੰਤ ਹੋ ਜਾਂਦਾ, ਹਰ ਇੱਕ ਮਤਲਬ ਕੰਮ ਦਾ ਨਹੀਂ ਹੁੰਦਾ, ਹਰ ਪਾਸੇ ਨਹੀਂ ਹੱਥ ਪੱਲੇ ਬਣਦੇ, ਤਾਂ ਸਾਰੇ ਮੁਲਾਜ਼ਮ ਆ ਜਾਂ ਸਾਰੀਆਂ ਕੈਟਾਗਰੀਆਂ ਨੇ ਉਹ ਇੱਕ ਪਲੇਟਫਾਰਮ ਤੇ ਆ ਕੇ ਇੱਕ ਸਾਂਝਾ ਸੰਘਰਸ਼ ਆ, ਵੱਡਾ ਸੰਘਰਸ਼ ਹੈ ਜਿਹੜਾ ਉਲੀਕ ਕੇ ਉਹ ਸਰਕਾਰ ਦਾ ਤਖਤਾ ਪਲਟਣ ਨਹੀਂ ਜਿਹੜੀ ਹੈ ਉਹ ਇੱਕ ਮੂਵਮੈਂਟ ਖੜੀ ਕਰਦੇ ਨੇ। ਜਿਹੜੀ ਕਾਂਗਰਸ ਦੀ ਕੀਤੀ ਸੀ ਉਹ ਪਲਟਿਆ, ਤੇ ਹੁਣ ਜੇ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜਿਹੜੀਆਂ ਮੰਗਾਂ ਨੇ, ਹੱਕੀ ਮੰਗਾਂ ਨੇ, ਜਿਹੜੀਆਂ ਉਹ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ, ਤੇ ਸਾਰਾ ਯੂਥ ਆ ਜਿਹੜਾ, ਸਾਰਾ ਇਹ ਸੰਘਰਸ਼ ਨੇ, ਤੇ ਉਹ ਸਾਰੇ ਇੱਕ ਪਲੇਟਫਾਰਮ ਤੇ ਆ ਕੇ ਮਾਨ ਦੀ ਸਰਕਾਰ ਤੇ ਸਟਰੋਂਗ ਬਹੁਤ ਹੈ ਨਾ। 92 ਵਿਧਾਇਕ ਨੇ, ਵਿਰੋਧੀ ਧਿਰ ਛੋਟੀ ਜੀ ਰਹਿ ਗਈ, 18 ਕਾਂਗਰਸ ਦੇ ਨੇ, 3 ਅਕਾਲੀ ਦਲ ਦੇ ਨੇ, 2 ਬੀਜੇਪੀ ਦੇ ਨੇ, 1 ਆਜ਼ਾਦ ਹੈ। ਅੱਗੇ ਵਿਰੋਧੀ ਧਿਰ ਨੇ ਤਾਂ ਸਾਡਾ ਕੋਈ ਸਾਥ ਨਹੀਂ ਦਿੱਤਾ। ਡਰ ਤੇ ਹੁੰਦਾ ਨਾ ਜੀ। ਨਹੀਂ, ਕੋਈ ਗੱਲ ਨਹੀਂ ਲੋਕਾਂ ਜੀ, ਫਿਰ ਕੀ ਹੋਇਆ, ਕੋਈ ਸਾਥ ਨਹੀਂ, ਜ਼ਰੂਰੀ ਨਹੀਂ ਹੈਗਾ 5 ਸਾਲ ਬਾਅਦ। ਠੀਕ ਹੈ, 5 ਸਾਲ ਦੇ ਇਲੈਕਸ਼ਨ ਦੇ ਵਿੱਚ, ਹੁਣ 24 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਫੇਰ ਆਈਆਂ ਖੜੀਆਂ। ਆਏ ਤੁਹਾਡੇ ਕੋਲ ਪੁਆਇੰਟ ਇੱਕ ਹੈਗਾ, ਤੇ 24 ਦੀ ਇਲੈਕਸ਼ਨ ਹੈਗੀ, ਨੇੜੇ ਥੋੜੀ ਸਪੇਸ ਹੈ। ਉਸ ਤੋਂ ਪਹਿਲਾਂ ਇੱਕ ਬਾਈ ਇਲੈਕਸ਼ਨ ਹੈਗੀ ਪਾਰਲੀਮੈਂਟ ਦੀ। ਓਕੇ, ਤੇ ਅੱਛਾ, ਤੁਸੀਂ ਤਿਆਰੀ ਕੀਤੀ ਹੈ। ਸੰਗਰੂਰ ਦੀ ਵੀ ਹੈਗੀ ਲੋਕ ਸਭਾ ਦੀ ਜਿੰਨੀ ਚੋਣ, ਉਸ ਤੋਂ ਬਾਅਦ ਪਾਰਲੀਮੈਂਟ ਦੀ, ਫਿਰ ਮੇਰਾ ਕਾਰਪੋਰੇਸ਼ਨਾਂ ਦੀਆਂ ਵੀ ਸਾਰੀਆਂ ਇਲੈਕਸ਼ਨਾਂ ਨੇ। ਕੋਈ ਇੱਕ ਗੱਲ ਹੋਰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਨਾ, ਇਹ ਬੜਾ ਕੁਝ ਸਹਿਣਸ਼ੀਲਤਾ ਇਹਨਾਂ 'ਚ ਬਹੁਤ ਹੈਗੀ ਹੈ, ਪਰ ਜੇ ਇਹ ਦਰਿਆ ਦਿਲ ਨੇ, ਪਰ ਜਦੋਂ ਉਹ ਇਹ ਸਮਝ ਲੈਣ ਵੀ ਨਹੀਂ ਹੁਣ ਤਾਂ ਗੱਲ ਯਾਰ ਸਾਨੂੰ ਇਹ ਕਹਿੰਦੇ ਵੀ ਸੋਟਾ ਚੱਕਣਾ ਪਊਗਾ, ਜੇ ਕਿਤੇ ਇਹਨਾਂ ਨੇ ਜੋ ਵਾਅਦੇ ਪੂਰੇ ਕੀਤੇ ਆ ਨਾ ਪੂਰੇ ਹੋਏ, ਤਾਂ ਮੇਰਾ ਖਿਆਲ ਆ ਕਿ ਜਿਹੜੇ 92 ਬੰਦੇ ਤੁਸੀਂ ਕਹਿੰਦੇ ਹੋ ਨਾ, ਇਹ ਵੀ ਪਿੰਡਾਂ 'ਚ ਵੜਨੇ ਔਖੇ, ਪਿੰਡਾਂ 'ਚ ਨਹੀਂ ਵੜ ਸਕਣਗੇ 92। ਮੈਂ ਮਾਫੀ ਚਾਹੂੰਗਾ, ਉਹਨਾਂ ਤੋਂ ਵੀ ਮਾਫੀ ਚਾਹਾਂਗਾ ਜੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਛਾਵਾਂ ਤੇ ਪੂਰੇ ਨਾ ਉਤਰੇ, ਕਿਉਂਕਿ ਲੋਕਾਂ ਨੇ ਇੱਕ ਉਹਨਾਂ ਨੂੰ ਮਤਲਬ ਸਮਾਂ ਦਿੱਤਾ। ਹੁਣ ਉਹ ਅੱਗੇ ਕਿਵੇਂ ਕਰਦੇ ਆ, ਕਿਵੇਂ ਨਹੀਂ, ਹੁਣ ਉਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਆ, ਉਹਨਾਂ ਦੇ ਵਿਹੜੇ 'ਚ ਗੇਮ ਆ ਹੁਣ ਤਾਂ ਇਹ ਹੈ ਜੀ। ਪੰਜਾਬ ਦੇ ਮੁਲਾਜ਼ਮ, ਪੰਜਾਬ ਦੇ ਪੈਨਸ਼ਨਰ, ਪੰਜਾਬ ਦੇ ਲੋਕ, ਆਮ ਆਵਾਮ, ਉਹਨਾਂ ਦਾ ਕੁਛ ਚਾਹ ਰਿਹਾ, ਉਹ ਅੱਗੋਂ ਕੀ ਕਰਦੇ ਆ, ਕਿਵੇਂ ਕਰਦੇ ਆ, ਤਾਂ ਉਹਨਾਂ ਨੇ ਦੇਖਣਾ। ਦੇਖੋ ਠਾਕੁਰ ਸਾਹਿਬ, ਇੱਕ ਬੜਾ ਵੱਡਾ ਪੁਆਇੰਟ ਹੈ। ਇੱਕ ਮਿੰਟ ਢਿੱਲੋਂ ਸਾਹਿਬ, ਦੇਖੋ ਵਿਰੋਧੀ ਧਿਰ ਦੇ ਲੀਡਰ ਵਜੋਂ ਹਰਪਾਲ ਸਿੰਘ ਚੀਮਾ ਤੁਹਾਡੇ ਕੋਲ ਕਾਗਜ਼ ਪਿਆ, ਉਹ ਲਿਖ ਕੇ ਦਿੰਦੇ ਨੇ। ਵਿਰੋਧੀ ਧਿਰ ਦਾ ਲੀਡਰ ਦਾ ਮਤਲਬ ਹੁੰਦਾ ਮੁੱਖ ਮੰਤਰੀ ਦੇ ਬਰਾਬਰ ਪਾਵਰ ਹੁੰਦੀ, ਉਹਦੀ ਕੈਬਨਿਟ ਰੈਂਕ ਹੁੰਦਾ, ਉਹਨੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਕੋਲ ਰਿਪਰੈਜ਼ੈਂਟ ਕਰਨਾ ਹੁੰਦਾ। ਵਿਰੋਧੀ ਧਿਰ ਦਾ ਲੀਡਰ ਹਰਪਾਲ ਚੀਮਾ ਕਹਿੰਦਾ ਵੀ ਗਲਤ ਹੈ, 2.59 ਨਾਲ ਰਿਵਾਈਜ਼ ਕਰੋ। ਹੁਣ ਉਹ ਖੁਸ਼ਕਿਸਮਤ ਕਹਿ ਲਈਏ, ਚੰਗਾ ਇਤਫਾਕ ਹੈ, ਖਜ਼ਾਨਾ ਮੰਤਰੀ ਬਣ ਗਏ, ਹੁਣ ਤੇ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਉਹਨਾਂ ਨੂੰ। ਜੇ ਹੁਣ ਨਾ ਕੀਤਾ ਤੇ ਤੁਹਾਡੇ ਵਾਲੀ ਗੱਲ, ਹਰਪਾਲ ਚੀਮਾ ਆਲੇ ਨਾਲ ਨਹੀਂ, ਸਭ ਕੁਛ ਪੰਜਾਬ ਦਾ ਖਜ਼ਾਨਾ ਮੰਤਰੀ ਆਲੇ ਨਾਲ ਨਹੀਂ ਹੈਗਾ, ਚੀਫ ਮਿਨਿਸਟਰ ਆਲੇ ਨਾਲ ਆ। ਚਲੋ ਫਿਰ ਵੀ ਖਜ਼ਾਨਾ ਮੰਤਰੀ ਨੇ ਤਾਂ ਰਿਕਮੈਂਡ ਕਰਨਾ ਹੀ ਹੁੰਦਾ ਨਾ ਜੀ, ਕਹਿ ਸਕਦੇ। ਪਰ ਇੱਕ ਮੈਂ ਬਤੌਰ ਪੰਜਾਬੀ ਗੱਲ ਕਰਨੀ ਚਾਹੁੰਦਾ ਤੁਹਾਨੂੰ ਵੀ
ਮੁਲਾਜ਼ਮ ਪੈਨਸ਼ਨਰ ਭੁੱਲ ਕੇ 3-4 ਜਿਹੜਾ ਤੁਸੀਂ ਨਿਰਾਸ਼ ਹੋਏ ਜੇ 3-4 ਆਮ ਆਦਮੀ ਪਾਰਟੀ ਦੇ ਸਾਹਮਣੇ ਮੁੱਦੇ ਆਏ ਜਦੋਂ ਆਮ ਆਦਮੀ ਪਾਰਟੀ ਚੋਣ ਮੈਦਾਨ 'ਚ ਸੀ, ਕਾਂਗਰਸ ਸੀ, ਅਕਾਲੀ ਦਲ ਕਾਂਗਰਸ ਬੀਜੇਪੀ ਰਵਾਇਤੀ ਪਾਰਟੀਆਂ ਦਾ ਇੱਕੋ ਐਲੀਗੇਸ਼ਨ ਜਿਹੜਾ ਸਭ ਤੋਂ ਵੱਡਾ ਲਾਉਂਦੇ ਸੀ ਆਪ ਤੇ ਵੀ ਇਹ ਤੇ ਬਗਾਨੇ ਨੇ, ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਕੇਜਰੀਵਾਲ ਸਾਰਾ ਕੁਝ ਹੋਊਗਾ, ਭਾਵੇਂ ਭਗਵੰਤ ਮਾਨ ਸੀਐਮ ਬਣੇ ਭਾਵੇਂ ਚੀਮਾ ਬਣਨ, ਇਹ ਤੇ ਕਠਪੁਤਲੀ ਹੋਣਗੇ। ਰਾਜ ਸਭਾ 'ਚ ਜਿਹੜੇ 5 ਮੈਂਬਰ ਭੇਜੇ ਨੇ, ਬਿਜਲੀ ਦੇ ਅਧਿਕਾਰੀਆਂ ਨੂੰ ਦਿੱਲੀ ਬੁਲਾਉਣਾ, ਉਸ ਤੋਂ ਇਲਾਵਾ ਜਿਹੜਾ ਇਹ ਨੌਲੇਜ ਸ਼ੇਅਰਿੰਗ ਐਗਰੀਮੈਂਟ ਕੀਤਾ, ਇਹਦੇ ਬਾਰੇ ਢਿੱਲੋਂ ਜੀ ਤੁਹਾਡੇ ਕੀ ਵਿਚਾਰ ਨੇ? ਨੌਲੇਜ ਪਹਿਲੀ ਗੱਲ ਤੇ ਆ ਕਿ ਇਹਨਾਂ ਨੇ 2 ਗੱਲਾਂ ਕਹੀਆਂ, ਇੱਕ ਕਿਹਾ ਹੈਲਥ ਦੇ ਬਾਰੇ 'ਚ, ਇੱਕ ਕਿਹਾ ਐਜੂਕੇਸ਼ਨ ਬਾਰੇ 'ਚ। ਜੋ ਦਿੱਲੀ ਦੇ ਵਿੱਚ ਹੈਲਥ ਦੀ ਪੋਜੀਸ਼ਨ ਆ ਵੀ ਕਿੰਨੇ ਬੱਚਿਆਂ ਦੀ ਡੈਥ ਹੁੰਦੀ ਆ, ਕਿੰਨੇ ਔਰਤਾਂ ਦੀ ਡੈਥ ਹੁੰਦੀ ਆ ਬੱਚੇ ਦੇ ਜਨਮ ਤੋਂ ਬਾਅਦ, ਡੈਥ ਰੇਟ ਜਿਹੜਾ, ਹਾਂ ਡੈਥ ਰੇਟ, ਇਹ ਡੈਥ ਰੇਟ ਦਿੱਲੀ ਨਾਲੋਂ ਕੇਰਲਾ ਦਾ ਘੱਟ ਆ। ਇਹ ਕੇਰਲਾ 'ਚ ਕਿਉਂ ਨਹੀਂ ਜਾਂਦੇ? ਨਹੀਂ ਚਲੋ ਇੱਥੇ ਤਾਂ ਸਰਕਾਰ ਦਾ ਜੀ, ਕੇਰਲਾ 'ਚ ਥੋੜਾ ਵੜ ਜਾਣਗੇ ਸਰਕਾਰ। ਨਾ ਕੇਰਲਾ ਵਾਲਿਆਂ ਨਾਲ ਗੱਲ ਕਰਨ ਵੀ ਤੁਹਾਂ ਆ ਇਤਨਾ ਅਚੀਵਮੈਂਟ ਜਿਹੜੀ ਕੀਤੀ ਹੈਲਥ। ਚਲੋ ਸਭ ਸਰਕਾਰ ਇੱਥੇ ਉਹਨਾਂ ਦੀ ਉੱਥੇ ਨੇੜੇ ਲੱਗਣ ਦੋ ਇਹਨਾਂ ਨੂੰ, ਕੋਈ ਕੇਜਰੀਵਾਲ ਸਾਹਿਬ ਨਾਲ ਨਾ ਇਹ ਕਹਿ ਰਹੇ ਆ ਕਿ ਅਸੀਂ ਆਪਣੇ ਬੰਦੇ ਭੇਜਾਂਗੇ, ਦਿੱਲੀ ਵਾਲੇ ਕਹਿ ਰਹੇ ਆ। ਇਹ ਤਾਂ ਕੋਈ ਪ੍ਰੋਬਲਮ ਨਹੀਂ ਜੇ ਮਤਲਬ ਵੀ, ਤਾਂ ਇਸ ਕਰਕੇ ਇੱਕ ਫੇਲਡ ਸਿਸਟਮ ਆ ਜਿਹਨੂੰ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਆ। ਢਿੱਲੋਂ ਸਾਹਿਬ ਬਹੁਤ ਨਿਰਾਸ਼ ਲੱਗਦੇ ਨੇ ਮਾਨ ਸਰਕਾਰ ਤੋਂ। ਠਾਕੁਰ ਸਾਹਿਬ ਤੁਸੀਂ ਕਹਿਣਾ ਚਾਹੁੰਦੇ? ਮੈਂ ਤੁਹਾਡੇ ਮਾਧਿਅਮ ਮੈਂ ਜਿਹੜੀ 2 ਗੱਲਾਂ ਕਹਿਣੀ ਚਾਹੁੰਦਾ। ਹਾਂਜੀ ਕਿ ਇਸ ਵੇਲੇ ਖਜ਼ਾਨੇ ਦੇ ਵਿੱਚ ਪੈਸੇ ਕਿੱਥੋਂ ਆਉਣ, ਦਿਓ ਸਲਾਹ ਕੋਈ, ਉਹ ਵੀ ਪੁੱਛ ਰਹੇ ਨੇ। ਉਹ ਮੈਂ ਇਸ ਦੀ ਗੱਲ ਕਹਿਣ ਤੋਂ ਪਹਿਲਾਂ ਮੈਂ ਇੱਕ ਸਾਡੀ ਬਾਦਲ ਸਾਹਿਬ ਨਾਲ ਚੀਫ ਮਿਨਿਸਟਰ ਮੀਟਿੰਗ ਸੀ। ਬਾਦਲ ਸਾਹਿਬ ਮੈਨੂੰ ਕਹਿਣ ਲੱਗੇ ਢਿੱਲੋਂ ਅੱਜ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦੇਣੀਆਂ। ਅੱਛਾ ਜੀ। ਮੈਂ ਕਿਹਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਂਦਾ ਪਰ ਤੁਹਾਡੀਆਂ ਮੰਗਾਂ ਇੰਨੀਆਂ ਜਾਇਜ਼ ਨੇ ਵੀ ਮੈਂ ਮੰਨਣ ਤੇ ਬੜਾ ਮਜਬੂਰੀ ਆ, ਮੇਰੀ ਕੋਲ ਖਜ਼ਾਨੇ 'ਚ ਪੈਸੇ ਹੈ ਨਹੀਂ। ਮੈਂ ਕਿਹਾ ਜੀ ਅੱਜ ਮੰਗਾਂ ਦੀ ਗੱਲ ਹੀ ਨਹੀਂ ਕਰਨੀ, ਆਪਾਂ ਪੈਸਿਆਂ ਦੀ ਗੱਲ ਕਰਨੀ ਆ। ਓਕੇ, ਉਧਰੋਂ ਘੇਰ ਲਿਆ। ਆਂਦਾ ਹਾਂ ਦੱਸ। ਪੈਨ ਕੱਢ ਕੇ ਤੇ ਕਾਗਜ਼ ਰੱਖ ਕੇ ਤੇ ਬਹਿ ਗਿਆ। ਮੈਂ ਕਿਹਾ ਜੀ ਜਿਸ ਦਿਨ ਤੁਹਾਡੀ ਸਰਕਾਰ ਬਣੀ ਉਸ ਦਿਨ ਜਿਹੜਾ ਰੇਟ ਸੀਗਾ ਟੈਕਸ ਦਾ ਬੱਸਾਂ ਦਾ, ਉਹ ਸੀ 3 ਰੁਪਏ, ਤੁਹਾਂ ਕਰਾਤਾ 50 ਪੈਸੇ। ਉਹਨੇ ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀਆਂ। ਮੈਂ ਤਾਂ ਇਹ ਗੱਲ ਹੀ ਗਲਤ ਕੀਤੀ। ਉਹ ਮੈਂ ਜਿਹੜੀ ਗੱਲ ਕਹਿਣਾ ਕਿ ਇਸ ਵੇਲੇ ਪੰਜਾਬ ਰੋਡਵੇਜ਼ ਦੇ ਵਿੱਚ ਕਰੋੜਾਂ ਰੁਪਏ ਦੀ ਡਿਵੈਲਪਮੈਂਟ ਹੋ ਸਕਦੀ ਆ ਜੇਕਰ ਸਿਸਟਮ ਨੂੰ ਚੇਂਜ ਕਰਨ। 60-40 ਦੇ ਫਾਰਮੂਲਾ ਲਾਗੂ ਕਰਨ ਤਾਂ ਖਜ਼ਾਨੇ 'ਚ ਪੈਸੇ ਆਉਣੇ ਆ। ਓਕੇ, ਉਧਰ ਆ ਨਹੀਂ ਰਹੇ। ਹਾਂਜੀ ਠਾਕੁਰ ਸਾਹਿਬ ਤੁਸੀਂ ਇਸੇ ਤਰ੍ਹਾਂ ਹੀ ਜਿਹੜੇ 3-4 ਪੁਆਇੰਟ ਹੈ ਇਹਨਾਂ ਬਾਰੇ। ਇਸੇ ਤਰ੍ਹਾਂ ਹੀ ਬਿਜਲੀ ਦਾ ਜਿਹੜਾ ਐਗਰੀਮੈਂਟ ਆ, ਅਜੇ ਹੁਣ ਗੱਲਾਂ ਹੀ ਕਰੀ ਜਾਂਦੇ ਅਸੀਂ ਆਹ ਕਰਾਂਗੇ। ਇਹਨਾਂ ਨੇ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਇਹ ਮਾਮਲਾ ਜਿਹੜਾ ਬਿਜਲੀ ਐਗਰੀਮੈਂਟ ਸੀਗਾ ਬਾਰ-ਬਾਰ ਟੇਕਅਪ ਕੀਤਾ ਤੇ ਹੁਣ ਚੁੱਪ ਨੇ। ਇਸ ਕਰਕੇ ਮੈਂ ਸਾਡੇ ਬੰਦਿਆਂ ਨੂੰ ਇਹ ਆਸ ਨਹੀਂ ਹੈਗੀ ਵੀ ਇਹ ਕੋਈ ਪੋਜ਼ਿਟਿਵ ਐਟੀਟਿਊਡ ਅਡਾਪਟ ਕਰਨਗੇ। ਚਲੋ ਆਸ ਕਰਦੇ ਹਾਂ। ਤੁਹਾਡੇ ਮਾਧਿਅਮ ਰਾਹੀਂ ਪਹਿਲੀ ਤਾਂ ਗੱਲ ਜਿਹੜਾ ਨੌਲੇਜ ਸ਼ੇਅਰ ਐਗਰੀਮੈਂਟ ਹੈ ਸਰਕਾਰ ਨੇ ਕੀਤਾ ਹੈਗਾ, ਠੀਕ ਆ। ਤੁਸੀਂ ਕਿਸੇ ਵੀ ਸਰਕਾਰ ਕੋਲੋਂ ਕਿਸੇ ਵੀ ਸਟੇਟ ਤੋਂ ਅਸੀਂ ਅਗਵਾਈ ਮਾੜੀ ਮੋਟੀ ਲੈ ਸਕਦੇ ਹਾਂ, ਪਰ ਇੱਕ ਐਗਰੀਮੈਂਟ ਕਰਨਾ ਇਹ ਸੰਕੇਤ ਦੇ ਰਿਹਾ ਵੀ ਪੰਜਾਬ ਦੇ ਵਿੱਚ ਮਨੁੱਖ ਨੂੰ ਗਿਆਨ ਨਹੀਂ ਹੈ, ਸਮਝ ਨਹੀਂ ਹੈ। ਪ੍ਰਭਾਵ ਜਾਂਦਾ ਤੇ ਪੰਜਾਬੀ ਇਸ ਗੱਲ ਨੂੰ ਬਹੁਤ ਬੁਰਾ ਮੰਨਦੇ ਨਹੀਂ। ਇਹੀ ਪ੍ਰਭਾਵ ਗਿਆ। ਇਹਦਾ ਮਤਲਬ ਪੰਜਾਬ ਦੇ ਵਿੱਚ ਇੰਟੈਲੈਕਟ ਨਹੀਂ ਹੈ, ਇਹ ਉਹੀ ਕਹਿਣਾ ਚਾਹੁੰਦੇ ਆ। ਹਾਲਾਂਕਿ ਸਾਇੰਟਿਸਟ ਪੰਜਾਬ ਦੇ ਵਿੱਚ ਸਮਝ ਰਹੇ। ਹਾਲਾਂਕਿ ਮੈਂ ਲੇਮੈਨ ਇੱਕ ਪੈਨਸ਼ਨਰ ਹਾਂ,
ਜੇਕਰ ਤੁਸੀਂ ਮੇਰੇ ਤੋਂ ਪੁੱਛੋ ਵੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ, ਸਿਹਤ ਕੀ ਹੋਣੀ ਚਾਹੀਦੀ ਹੈ, ਤਾਂ ਮੈਂ ਗਿਆਨ ਦੇ ਸਕਦਾ। ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਪਹਿਲੀ ਗੱਲ ਜਿਹੜੀ ਐਜੂਕੇਸ਼ਨ ਆ, ਸਿੱਖਿਆ ਹੈਗੀ ਆ, ਉਹ 10ਵੀਂ ਤੱਕ ਫ੍ਰੀ ਹੋਣੀ ਚਾਹੀਦੀ ਆ। ਦੇयर ਸ਼ੁੱਡ ਬੀ ਨੋ ਪ੍ਰਾਈਵੇਟ ਇੰਸਟੀਟਿਊਸ਼ਨ। ਜਦੋਂ ਪ੍ਰਾਈਵੇਟ ਇੰਸਟੀਟਿਊਸ਼ਨ ਹੀ ਨਹੀਂ ਹੋਏਗੀ ਤਾਂ ਨੈਚੁਰਲੀ ਆ ਸਾਡੇ ਬੱਚੇ ਇੱਕ ਸਰਕਾਰੀ ਸਕੂਲ 'ਚ ਪੜ੍ਹਨਗੇ। ਤੇ ਸਿਹਤ ਸੇਵਾਵਾਂ ਜਿਹੜੀਆਂ ਹਨ 60 ਸਾਲ ਤੋਂ ਬਾਅਦ ਫ੍ਰੀ ਹੋਣੀਆਂ ਚਾਹੀਦੀਆਂ ਨੇ। ਤੇ ਸਾਡੇ ਹਰ ਵਿਅਕਤੀ ਦੇ ਹੱਥ ਨੂੰ ਨੌਕਰੀ ਕੰਮ ਮਿਲਣਾ ਚਾਹੀਦਾ। ਹੁਣ ਸਵਾਲ ਤਾਂ ਇਹ ਹੈਗਾ ਜੇ ਇਹ ਜਿਹੜੀਆਂ ਗੱਲਾਂ ਇੱਕ ਗਲਤ ਸੰਕੇਤ ਜਿਹੜਾ ਹੈ ਉਹ ਜਾ ਰਿਹਾ। ਹਾਲਾਂਕਿ ਅਸੀਂ ਆਲੋਚਨਾ ਨਹੀਂ ਕਰਦੇ, ਮੈਂ ਉਹਦੀ ਆਲੋਚਨਾ ਨਹੀਂ ਕਰਦਾ, ਪਰ ਸੰਕੇਤ ਗਲਤ ਹੈ ਪਹਿਲੀ ਗੱਲ। ਦੂਸਰੀ ਗੱਲ ਪ੍ਰਭਾਵ ਗਲਤ ਹੈ, ਟੋਟਲੀ ਪ੍ਰਭਾਵ ਗਲਤ ਹੈ। ਦੂਸਰੀ ਗੱਲ ਕੀ ਜਿਹੜੇ ਸਾਡੇ ਆਫੀਸਰ ਸਾਹਿਬਾਨ ਨੇ ਕੀ ਉਹ ਰੋਟੀ ਧੋਤੀ ਕਹਿੰਦੇ ਆ? IAS ਅਧਿਕਾਰੀ ਨੇ, ਬਰਾਬਰ ਦੇ ਅਧਿਕਾਰੀ ਨੇ। ਜਿਹੜੇ ਸੈਂਟਰ ਗਵਰਨਮੈਂਟ 'ਚ IAS ਅਧਿਕਾਰੀ ਬੈਠੇ ਆ ਉਹ ਉਹੀ ਸਾਡੇ ਕੋਲ ਬੈਠੇ ਨੇ। ਜੇ ਅਸੀਂ ਇਹ ਸਮਝੇ ਵੀ ਸ੍ਰੀ ਅਨੁਰੁੱਧ ਤਿਵਾੜੀ ਜੀ ਜਾਂ ਵਿਕਾਸ ਪ੍ਰਤਾਪ ਜੀ ਜਾਂ ਆਪਣੇ KP ਸਿਨਹਾ ਜੀ ਜਾਂ ਇਹ ਜਿਹੜੇ ਸਾਡੇ IAS ਅਧਿਕਾਰੀ ਨੇ, ਅਸੀਂ ਇਹਨਾਂ ਨੂੰ ਮਤਲਬ ਮੈਂ ਤਾਂ ਨਹੀਂ, ਮੈਨੂੰ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ, ਸਾਡੇ ਸੀਨੀਅਰ ਨੇ, ਪਰ ਸਾਡਾ ਸੰਕੇਤ ਇਹ ਇੱਦਾਂ ਦਾ ਦਿੱਤਾ ਹੈਗਾ। ਇਹ ਉਚਿਤ ਨਹੀਂ ਹੈ। ਪੰਜਾਬ ਦੀ ਮੈਂ ਸਮਝਦਾ ਜਿਹੜੀ ਉਹਦੀ ਹੈਗੀ ਆ, ਪੰਜਾਬ ਦੀ ਇੱਕ ਪਿਛਲੇ ਸਮੇਂ ਤੋਂ ਇੱਕ ਰੁਤਬਾ ਹੈਗਾ, ਉਸ ਨੂੰ ਸੱਟ ਲੱਗ ਰਹੀ ਹੈ ਇਸ ਗੱਲ ਦੇ ਨਾਲ। ਬਾਕੀ ਹੈ ਵੀ ਉਹ ਸਰਕਾਰ ਵੈਸੇ ਵੀ ਸਲਾਹ ਲੈ ਹੀ ਸਕਦੇ ਆ ਵੀ ਆਪਾਂ ਕੀ ਕਰਨਾ ਚਾਹੀਦਾ। ਇਹ ਤਾਂ ਕਿਸੇ ਨੇ ਰੋਕਿਆ ਨਹੀਂ ਹੈਗਾ। ਉਹਦਾ ਸੁਪਰੀਮੋ ਆ ਕੇਜਰੀਵਾਲ, ਕੋਈ ਰੋਕਦਾ ਨਹੀਂ ਹੈਗਾ। ਪਰ ਇੱਦਾਂ ਦੇ ਐਗਰੀਮੈਂਟ ਕਰਨਾ ਤੇ ਇਹ ਇੱਕ ਪਹਿਲੀ ਵਾਰ ਭਾਰਤ ਦੇ ਇਤਿਹਾਸ ਵਿੱਚ ਹੋਇਆ ਹੈਗਾ। ਤੇ ਇਹਦਾ ਮਤਲਬ ਗਾਹਾਂ ਨੂੰ ਵੀ ਫਿਰ ਇੱਦਾਂ ਦੀ ਗਲਤ ਪ੍ਰਥਾ ਚੱਲੇਗੀ ਤੇ ਗਲਤ ਗੱਲਾਂ ਹੋਣਗੀਆਂ। ਤੇ ਲੇਕਿਨ ਜੇਕਰ ਇਹ ਜੱਚੀ ਨਹੀਂ ਗੱਲ ਹੈਗੀ। ਤੇ ਅਖੀਰਲਾ ਸਵਾਲ ਮਨਦੀਪ ਜੀ, ਤੁਸੀਂ ਕੀ ਓਵਰਆਲ ਕੀ ਮਹਿਸੂਸ ਕਰਦੇ ਜੇ, ਕਿੰਨੀ ਕੁ ਆਸ ਰੱਖਦੇ ਜੇ ਸਰਕਾਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸੰਦਰਭ 'ਚ? ਦੇਖੋ ਜੀ, ਆਸਾਂ ਰੱਖ ਕੇ ਜਿਹੜੇ ਆ ਪੰਜਾਬ ਦੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਨੂੰ ਚੱਲਦਾ ਕੀਤਾ ਤੇ ਉਹਨਾਂ ਕੋਲ ਆਪਸ਼ਨ ਜਿਹੜੀ ਸੀ ਇੱਕੋ ਇੱਕ ਬਚਦੀ ਸੀ ਆਪ ਦੀ, ਤੇ ਉਹਨੂੰ ਮੌਕਾ ਦਿੱਤਾ। ਤੇ ਜਿਹੜਾ ਮੌਕਾ ਦਿੱਤਾ ਕਹਿੰਦਾ ਜੋ ਪੰਜਾਬ ਦੇ ਮੁਲਾਜ਼ਮਾਂ ਦੇ ਵਿੱਚ ਵਿਚਰਦੇ ਆ, ਪੰਜਾਬ ਦਾ ਜਿਹੜਾ ਯੂਥ ਮੁਲਾਜ਼ਮ ਹੈ, ਜਿਹੜਾ ਨਵਾਂ ਭਰਤੀ ਮੁਲਾਜ਼ਮ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦੇ ਵਿੱਚ 5 ਸਾਲ ਦੀ ਜਿਵੇਂ ਪੁਰਾਣੇ ਢਿੱਲੋਂ ਸਾਹਿਬ ਤੇ ਠਾਕਰ ਸਾਹਿਬ ਹੋਣੀ ਬੈਠੇ ਨੇ ਵੀ 5 ਸਾਲ ਸਰਕਾਰਾਂ ਨਾਲ ਲੜੀ ਜਾਂਦੇ ਸੀਗੇ, ਵੀ ਉਹਨਾਂ ਨੂੰ ਚਿੱਠੀਆਂ ਪੱਤਰਾਂ ਨਾਲ ਪਹਿਲਾਂ ਗੱਲਾਂ ਕਰਦੇ ਸੀ, ਮੀਟਿੰਗਾਂ ਨਾਲ ਗੱਲਾਂ ਕਰਦਾ ਸੀ। ਪਰ ਜਿਹੜਾ ਅੱਜ ਦਾ ਯੂਥ ਹੈ, ਜਿਹੜਾ ਮੁਲਾਜ਼ਮ ਹੈ ਨਵਾਂ, ਤੇ ਉਹਦੇ ਵਿੱਚ ਇੰਨੀ ਪੇਸ਼ੈਂਸ ਨਹੀਂ ਹੈਗੀ ਵੀ ਉਹ ਇੰਨੀ ਦੇਰ ਵੇਟ ਕਰਨਗੇ। ਮੈਨੂੰ ਲੱਗਦਾ ਵੀ ਜਿਹੜਾ ਆਉਣ ਵਾਲਾ ਬਜਟ ਸੈਸ਼ਨ ਹੈ ਉਹ ਇੱਕ ਟਰਨਿੰਗ ਪੁਆਇੰਟ ਹੋਊਗਾ ਪੰਜਾਬ ਗੌਰਮੈਂਟ ਦੇ ਨਜ਼ਰੀਏ ਦੇ ਰਾਹੀਂ ਤੇ ਮੁਲਾਜ਼ਮਾਂ ਦੇ ਨਜ਼ਰੀਏ ਰਾਹੀਂ। ਜੇ ਕੋਈ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਕੁਛ ਆਸ ਵੱਜੀ ਹੋਈ ਹੈ, ਜਿਹੜੀ ਜੇ ਕੋਈ ਇਸ ਬਜਟ ਦੇ ਵਿੱਚ ਸੰਕੇਤ ਮਿਲਣਗੇ ਵੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਪ ਸਰਕਾਰ ਖੜੀ ਹੈ ਤੇ ਇਹਨਾਂ ਦੇ ਹੱਕਾਂ ਦੀ ਰਾਖੀ ਕਰ ਰਹੀ ਹੈ, ਜਿਹੜੀਆਂ ਪੈਂਡਿੰਗਸ ਪੇਮੈਂਟਸ ਨੇ, ਜਿਹੜੀਆਂ ਰਿਲੀਜ਼ਿੰਗ ਨੇ ਉਹ ਦੇ ਰਹੀ ਹੈ ਜਾਂ ਟਾਈਮ ਬਾਉਂਡ ਕਰ ਰਹੇ ਨੇ, ਤਾਂ ਅਗਲੇ ਟਾਈਮ ਦੇ ਵਿੱਚ ਵਧੀਆ ਰਹੂਗਾ। ਤੇ ਨਹੀਂ ਤਾਂ ਜਿਹੜਾ ਸੰਘਰਸ਼ ਦਾ ਅਖਾੜਾ ਹੈ ਉਹ ਜਿਹੜਾ ਮੈਨੂੰ ਲੱਗਦਾ ਵੀ ਪਹਿਲੇ ਸਾਲ ਤੋਂ ਹੀ ਹੈ ਉਹ ਸ਼ੁਰੂ ਹੋ ਜਾਊਗਾ। ਮੇਰਾ 77 ਚ ਨਾਰੇ ਜਲਦੀ ਵੱਜਣ ਲੱਗ ਪੈਣਗੇ। ਹਾਂਜੀ, ਹੁਣ ਮੈਂ ਇੱਕ ਉਦਾਹਰਨ ਦੇਣਾ ਚਾਹੂੰਗਾ ਜੀ। ਇੱਕ ਵਿਧਾਨ ਸਭਾ ਦੇ ਸੈਸ਼ਨ, ਜਿਹੜਾ ਲਾਸਟ ਬਜਟ ਸੈਸ਼ਨ ਹੋਇਆ, ਉਹਦਾ ਵਿਧਾਨ ਸਭਾ ਦਾ ਸੈਸ਼ਨ ਦਾ ਘਿਰਾਓ ਕੀਤਾ ਗਿਆ ਸਾਡੇ ਸਾਥੀਆਂ ਵੱਲੋਂ। ਤੇ ਲੀਡਰ ਆਫ ਆਪੋਜੀਸ਼ਨ ਚੀਮਾ ਸਾਹਿਬ ਤੇ ਆਪ ਦੇ ਹੋਰ ਵਿਧਾਇਕ ਜਿੰਨੇ ਵੀ ਵਿਧਾਨ ਸਭਾ ਦੇ ਅੰਦਰ ਬੈਠੇ ਸੀ, ਉਹਨਾਂ ਨੂੰ ਨਾਰਿਆਂ ਦੀ ਗੂੰਜ ਸੁਣੀ। ਉਹ ਗੂੰਜ ਸੁਣ ਕੇ ਅੰਦਰੋਂ ਉੱਠ ਕੇ ਬਾਹਰ ਆਏ ਤੇ ਉਸ ਮੁਲਾਜ਼ਮਾਂ ਨੂੰ, ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਵੀ ਜਦੋਂ ਸਾਡੀ ਸਰਕਾਰ ਆਉਂਦੀ ਹੈ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ। ਮੈਂ ਕਹਿ ਰਿਹਾ ਵੀ ਠੀਕ ਹੈ, ਉਹਨਾਂ ਦੀ ਗੱਲ ਠੀਕ ਹੈ, ਸਾਰਿਆਂ ਨੇ ਮੰਨੀਆਂ, ਪਰ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਵੀ ਜਿਹੜੇ ਨਾਅਰੇ ਨੇ ਉਹ ਦੁਬਾਰਾ ਵੀ ਗੂੰਜ ਸਕਦੇ ਨੇ, ਘਿਰਾਓ ਦੁਬਾਰਾ ਵੀ ਹੋ ਸਕਦਾ ਹੈ। ਤੇ ਇਸ ਲਈ ਜੇ ਉਹ ਕਾਂਗਰਸ ਸਰਕਾਰ ਸੀਗਾ ਤੇ ਹੁਣ ਅੰਦਰ ਜਿਹੜੀ ਰੂਲਿੰਗ ਹੈ ਉਹ ਆਪਣੇ ਆਪ ਦੀ ਸਰਕਾਰ ਹੋਊਗੀ। ਤੇ ਉਹ ਨਾਅਰਿਆਂ ਤੋਂ ਬਚਣ ਦੇ ਲਈ ਇਹਨਾਂ ਦੇ ਮੁਲਾਜ਼ਮਾਂ ਦੇ ਜਿਹੜੇ ਹੱਕ ਨੇ, ਜਿਹੜੇ ਪੈਨਸ਼ਨਰਾਂ ਦੇ ਹੱਕ ਨੇ, ਜਿਹੜੇ ਠੇਕਾ ਮੁਲਾਜ਼ਮਾਂ ਦੇ, ਕੰਟਰੈਕਚੁਅਲ ਦੇ ਪੱਕੇ ਕਰਨ ਦੇ ਜੋ ਵਾਅਦੇ ਸਰਕਾਰ ਨੇ ਕੀਤੇ ਨੇ, ਉਹਨਾਂ ਨੂੰ ਪੂਰੇ ਕਰਨੇ ਹੀ ਪੈਣੇ ਨੇ। ਸੋ ਤੁਸੀਂ ਸੁਣਿਆ, ਮੁਲਾਜ਼ਮਾਂ ਦੇ ਪੈਨਸ਼ਨਾਂ ਦੀ ਜਿਹੜੀ ਪੁਰਾਣੀ ਕਹਿ ਸਕਦੇ ਮੁੱਢ ਤੇ ਦੂਸਰੇ ਪਾਸੇ ਨਵੀਂ ਜਨਰੇਸ਼ਨ, ਉਹਨਾਂ ਨੂੰ ਅੱਜ ਬਿਠਾ ਕੇ ਤੁਹਾਡੇ ਸਨਮੁਖ ਕੀਤਾ ਔਰ ਉਹਦੇ ਵਿੱਚੋਂ ਮੁੱਖ ਤੌਰ ਤੇ ਇੱਕੋ ਗੱਲ ਨਿਕਲੀ ਹੈ ਵੀ ਖਾਸ ਕਰਕੇ ਪੰਜਾਬ ਦੇ ਮੌਜੂਦਾ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਲਈ ਬਹੁਤ ਵੱਡੀ ਆਸ ਤੇ ਉਹਨਾਂ ਲਈ ਇੱਕ ਵੱਡੀ ਚੁਣੌਤੀ ਵੀ ਹੈ, ਕਿਉਂਕਿ ਬਤੌਰ ਵਿਰੋਧੀ ਧਿਰ ਦੇ ਲੀਡਰ ਜਿਹੜੀਆਂ ਮੰਗਾਂ ਤੇ ਉਹ ਦਸਤਖਤ ਕਰਦੇ ਰਹੇ ਸੀ, ਹੁਣ ਬਤੌਰ ਖਜ਼ਾਨਾ ਮੰਤਰੀ ਉਹਨਾਂ ਦੇ ਹੱਥੋਂ ਹੀ ਉਹਦੀ ਨੋਟੀਫਿਕੇਸ਼ਨ ਹੋਣੀ ਹੈ। ਤੇ ਜੇ ਉਹਦੇ ਵਿੱਚ ਕੋਈ ਖਲਾ ਆਇਆ ਤੇ ਜਿਵੇਂ ਮਨਦੀਪ ਹੁਣਾਂ ਨੇ ਸੰਕੇਤ ਦਿੱਤੇ ਨੇ, ਜਲਦੀ ਪੰਜਾਬ ਸਕੱਤਰੇਤ ਵਿੱਚ ਦੁਬਾਰਾ ਨਾਅਰੇ
ਗੂੰਜ ਸਕਦੇ ਨੇ। ਔਰ ਦੂਸਰੇ ਪਾਸੇ ਜਿਹੜੇ ਰਣਬੀਰ ਢਿੱਲੋਂ 90 ਸਾਲਾਂ ਦੀ ਉਮਰ ਤੇ ਠਾਕਰ ਸਿੰਘ ਜੀ ਬੜੇ ਸਤਿਕਾਰਯੋਗ ਨੇ, ਤੁਸੀਂ ਸੁਣਿਆ ਉਹਨਾਂ ਨੂੰ, ਉਹਨਾਂ ਕੋਲ ਅੰਕੜਿਆਂ ਦਾ ਭੰਡਾਰ ਹੈ। ਉਹਨਾਂ ਨੇ ਜਿਹੜੇ ਸੰਕੇਤ ਦਿੱਤੇ ਨੇ ਮੈਂ ਰਿਪੀਟ ਨਹੀਂ ਕਰੂੰਗਾ। ਇਹਦੇ ਵੱਲ ਜ਼ਰੂਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ।